ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ ਆਪਣਾ ਡਾਕਟਰ ਆਪ ਬਣੋ, ਬੀ ਯੋਰ ਓਨ ਡਾਕਟਰ, ਐਪੀਸੋਡ ਨੰਬਰ 18। ਅੱਜ ਦੇ ਇਸ ਲੜੀਵਾਰ ਦੇ ਵਿੱਚ ਅਸੀਂ ਜ਼ਿਕਰ ਕਰਾਂਗੇ ਮੁੱਖ ਭੋਜਨ ਸਾਡਾ ਕਿਹੜਾ ਹੋਣਾ ਚਾਹੀਦਾ। ਪਿਛਲੀ ਵਾਰ ਆਪਾਂ ਜ਼ਿਕਰ ਕੀਤਾ ਸੀ ਦਵਾ ਪੌਦਿਆਂ ਦਾ, ਕਾੜਿਆਂ ਦਾ, ਜੂਸ ਦਾ, ਸੂਪ ਦਾ। ਆਪਾਂ ਨੇ ਇਸ ਤੋਂ ਕਿਸ ਤਰੀਕੇ ਦੇ ਨਾਲ ਜਿਹੜਾ ਬੋਡੀ ਦੀ ਅੰਦਰ ਦੇ ਜਿਹੜਾ ਉਹਨੂੰ ਤੰਦਰੁਸਤੀ ਲੈ ਕੇ ਆਉਣੀ ਹੈ। ਜੇ ਕੋਈ ਬਿਮਾਰ ਹੈ ਤਾਂ ਉਸਨੂੰ ਜਿਹੜਾ ਉਹਨੂੰ ਠੀਕ ਕਿਵੇਂ ਕੀਤਾ ਜਾ ਸਕਦਾ। ਅੱਜ ਆਪਾਂ ਅੱਗੇ ਵਧਾਂਗੇ ਭੋਜਨ ਸਾਡਾ ਕਿਹੜਾ ਹੋਣਾ ਚਾਹੀਦਾ, ਕਿਉਂਕਿ ਡਾਕਟਰ ਅਮਰ ਸਿੰਘ ਆਜ਼ਾਦ ਤੇ ਇਹਨਾਂ ਦੇ ਲਾਈਕ ਮਾਈਂਡਡ ਜਿੰਨੇ ਵੀ ਡਾਕਟਰ ਨੇ, ਇਹਨਾਂ ਦਾ ਇਹੋ ਹੀ ਤਰਕ ਹੁੰਦਾ ਕਿ ਬੰਦਾ ਨਹੀਂ ਬਿਮਾਰ ਹੁੰਦਾ, ਬੰਦੇ ਦਾ ਖਾਣ ਪੀਣ ਬਿਮਾਰ ਹੁੰਦਾ। ਤੇ ਬੰਦੇ ਦਾ ਖਾਣ ਪੀਣ ਜੇਕਰ ਆਪਾਂ ਮੁੱਖ ਭੋਜਨ ਦੇ ਉੱਤੇ ਫੋਕਸ ਕਰ ਲਈਏ ਤਾਂ ਮੁੱਖ ਭੋਜਨ ਨੂੰ ਹੀ ਅਗਰ ਠੀਕ ਕਰ ਲਈਏ ਤੇ ਉਹਦੇ ਨਾਲ ਕਾਫੀ ਕੁਝ ਅਸੀਂ ਜਿਹੜਾ ਉਹ ਸੁਧਾਰ ਸਕਦੇ ਹਾਂਗੇ। ਹੌਲੀ ਹੌਲੀ ਜਿਹੜਾ ਉਹ ਬਦਲਾਅ ਆਉਂਦਾ ਚਲਾ ਜਾਏਗਾ। ਮੁੱਖ ਭੋਜਨ ਕੀ ਹੈ ਸਾਡਾ? ਕਣਕ, ਚੌਲ, ਇਹ ਚੀਜ਼ਾਂ, ਦੁੱਧ, ਇਹ ਚੀਜ਼ਾਂ ਹੈਗੀਆਂ ਨੇ। ਕਿ ਕਣਕ, ਜੇ ਹੁਣ ਆਪਾਂ ਜਦੋਂ ਵੀ ਕਿਸੇ ਡਾਕਟਰ ਦੇ ਕੋਲ, ਆਪਾਂ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਕੋਲ ਜੇ ਬੈਠੇ ਆਪਾਂ ਕਿਸੇ ਮਰੀਜ਼ ਨਾਲ ਗੱਲ ਕਰਦੇ ਸੁਣੀਦਾ, ਤਾਂ ਉਹਦੇ 'ਚ ਇੱਕ ਗੱਲ ਜਦੋਂ ਡਾਕਟਰ ਅਮਰ ਸਿੰਘ ਆਜ਼ਾਦ ਕਹਿੰਦੇ ਨੇ ਵੀ ਕਣਕ ਚੌਲ ਨਹੀਂ ਖਾਂਦਾ, ਤਾਂ ਉਹ ਕਹਿੰਦੇ ਵੀ ਨਹੀਂ ਜੀ, ਇਹਦੇ ਬਿਨਾਂ, ਰੋਟੀ ਖਾਦੇ ਬਿਨਾਂ ਤਾਂ ਸਾਡਾ ਸਰਦਾ ਨਹੀਂ ਹੈਗਾ। ਕੀ ਰੋਟੀ ਖਾ ਕੇ ਅਸੀਂ ਤੰਦਰੁਸਤ ਹੋ ਰਹੇ ਹਾਂ? ਜੇ ਤੰਦਰੁਸਤ ਹੋ ਰਹੇ ਹਾਂ ਤਾਂ ਫਿਰ ਬਿਮਾਰੀਆਂ ਕਿਉਂ ਆ ਰਹੀਆਂ ਨੇ? ਤੇ ਡਾਕਟਰ ਅਮਰ ਸਿੰਘ ਆਜ਼ਾਦ ਮੁੱਖ ਭੋਜਨ ਜਿਹੜਾ ਉਹ ਕਣਕ ਚੌਲ ਨੂੰ ਹਟਾਉਣਾ ਕਿਉਂ ਚਾਹ ਰਹੇ ਨੇ ਤੇ ਪਿੱਛੇ ਦੇ ਕੀ ਕਾਰਨ ਨੇ, ਤੇ ਜਿਹੜੇ ਮਿਲਟਸ ਦੀ ਇਹ ਗੱਲ ਕਰਦੇ ਨੇ ਉਹ ਬੇਸਿਕਲੀ ਹੈ ਕੀ ਨੇ? ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਯਾਦ ਆ ਗਿਆ, ਮੇਰਾ ਇੱਕ ਮਰੀਜ਼, ਮੈਂ ਕਈ ਸਾਲ ਪਹਿਲਾਂ ਭਵਾਨੀਗੜ੍ਹ ਸੀਗਾ, ਤੇ ਜਿਹੜੀ ਗੱਲ ਤੁਸੀਂ ਕਹੀ ਨਾ, ਮੋਟਾ ਸੀ, ਮਤਲਬ ਉਹਦਾ ਭਾਰ ਸੀ ਕੋਈ 110-15 ਕਿਲੋ, 40-42 ਸਾਲ ਉਮਰ ਸੀ, ਤੇ ਗੋਡੇ ਰਹਿ ਗਏ ਉਹਦੇ। ਕਹਿੰਦਾ ਗੋਡੇ ਦੁਖਣ ਲੱਗ ਗਿਆ, ਜਿਹੜਾ ਗੋਡੇ ਤੁਰਿਆ ਨਹੀਂ ਜਾਂਦਾ। ਅਦਰਵਾਈਜ਼ ਫਿੱਟ ਫਾਰ ਸੀ, ਕੋਈ ਐ ਨਹੀਂ ਸੀ, ਕੋਈ ਬੇਟਵਾ ਨਹੀਂ ਸੀ, ਮਤਲਬ ਕਿਸਾਨ ਸੀ ਨਾਲੇ। ਤੇ ਮੈਂ ਕਿਹਾ ਤੁਸੀਂ ਡਾਈਟ ਦੱਸ ਮੈਨੂੰ, ਆਪਣੀ ਡਾਈਟ ਖਾਂਦਾ ਕੀ ਆ? ਡਾਕਟਰ ਸਾਹਿਬ ਕੁਛ ਵੀ ਨਹੀਂ, ਮੈਂ ਤਾਂ 2 ਫੁਲਕੇ ਸਵੇਰੇ ਖਾਈਦੇ ਆ, 2 ਦੁਪਹਿਰੇ ਖਾਈਦੇ ਆ, 2 ਰਾਤ ਨੂੰ ਖਾਈਦੇ, ਮੈਂ ਤਾਂ ਖਾਂਦਾ ਹੀ ਕੁਛ ਨਹੀਂ। ਮੈਂ ਤੇਰਾ ਢਾਂਚਾ ਤਾਂ ਨਹੀਂ ਦੱਸਦਾ ਇੱਦਾਂ, ਢਾਂਚਾ ਤੇਰਾ ਕਹਿ ਰਿਹਾ ਵੀ ਤੂੰ ਕੋਈ ਗੜਬੜ ਜ਼ਰੂਰ ਹੈ, ਸੀਰੀਅਸ ਗੜਬੜ ਹੈ, ਇਹ ਤਾਂ ਹੋ ਨਹੀਂ ਸਕਦਾ ਉਹ 2 ਰੋਟੀ ਸਵੇਰੇ ਦੁਪਹਿਰੇ ਸ਼ਾਮ ਖਾਂਦਾ ਹੋਵੇ। ਮੈਂ ਹੋਰ ਦੱਸ, ਹੋਰ ਕੀ? ਸਵੇਰ ਤੋਂ ਸ਼ਾਮ ਤੱਕ ਗਣਾਉਂਦੇ ਨਿਕਲਿਆ ਵਿੱਚੋਂ ਇਹ ਵੀ 2.5 ਕਿਲੋ ਦੁੱਧ ਪੀ ਜਾਂਦਾ ਰੋਜ਼ ਦਾ। ਮੈਂ ਤੂੰ 2.5 ਕਿਲੋ ਦੁੱਧ ਕਿਉਂ ਪੀ ਰਿਹਾ? ਕਹਿੰਦਾ ਜੀ ਮੈਂ ਨਾ ਪੀਵਾਂ ਮੈਨੂੰ ਕਮਜ਼ੋਰੀ ਹੋ ਜਾਂਦੀ ਹੈ। ਮਤਲਬ ਇਹਦੇ ਨਾਲ ਸਪਸ਼ਟ ਉਦਾਹਰਨ ਕੀ ਹੋ ਸਕਦੀ ਹੈ ਕਿ ਬੰਦੇ ਦਾ ਭੋਜਨ ਜਿਹੜਾ ਉਹ ਬਿਮਾਰ ਹੈ। ਮਾਈਂਡਸੈਟ ਉਦਾਂ ਦਾ ਬਣ ਗਿਆ, ਮੈਂ ਬਿਮਾਰ, ਮੈਂ ਕਮਜ਼ੋਰੀ ਆ। ਹਾਂ, ਮੈਂ ਕਿਹਾ ਤੈਨੂੰ ਕਮਜ਼ੋਰੀ ਜਿਹੜੀ ਆ ਰਹੀ ਹੈ ਉਹ 2.5 ਕਿਲੋ ਦੁੱਧ ਨਾ ਪੀਣ ਕਰਕੇ ਨਹੀਂ ਆ ਰਹੀ, 2.5 ਕਿਲੋ ਦੁੱਧ ਪੀਣ ਕਰਕੇ ਆ ਰਹੀ ਹੈ। ਮੈਂ ਤਾਂ ਇਹ ਬੰਦ ਕਰ ਇਹ ਕੰਮ ਜਿਹੜਾ 2.5 ਕਿਲੋ ਦੁੱਧ, ਉਹ ਵੀ ਫੁੱਲ ਫੈਟ। ਘਰ ਦੀਆਂ ਮੱਝਾਂ ਤੇ 2.5 ਕਿਲੋ ਦੁੱਧ ਪੀ ਜਾਂਦਾ ਰੋਜ਼। ਮੱਝ ਨਾਲ ਸ਼ਰਤ ਲਾਈ ਵੀ ਹੁਣ ਵੀ ਤੂੰ ਜ਼ਿਆਦਾ ਮੋਟੀ ਮੈਂ ਆਉਣਾ। ਇਹ ਇਸ ਕਰਕੇ ਜਿਹੜਾ ਜਿਹੜਾ ਨਾ ਸਾਡਾ, ਜਿਹੜੀ ਤੁਸੀਂ ਗੱਲ ਕੀਤੀ ਕਿ ਜਿਹੜੀ ਬਿਮਾਰੀਆਂ, ਇੱਕ ਆਪਾਂ ਕੁਦਰਤ ਦੀ ਗੱਲ ਯਾਦ ਰੱਖੀਏ, ਬਾਰ-ਬਾਰ ਆਪਾਂ ਰਿਪੀਟ ਕਰਦੇ ਹਾਂ। ਕੁਦਰਤ ਨੇ ਇਸ ਸਰੀਰ ਨੂੰ, ਪਰਮਾਤਮਾ ਨੇ ਇਸ ਸਰੀਰ ਨੂੰ ਬਿਮਾਰ ਹੋਣ ਲਈ ਨਹੀਂ ਬਣਾਇਆ, ਤੰਦਰੁਸਤ ਰਹਿਣ ਲਈ ਬਣਾਇਆ। ਤੇ ਕੁਦਰਤ ਹਰ ਹੀਲਾ ਕਰਦੀ ਹੈ, ਕਿ ਇਹ ਜੀਵ ਤੰਦਰੁਸਤ ਰਹੇ। ਕਿਉਂ? ਕਿਉਂਕਿ ਕੁਦਰਤ ਦੇ ਅੰਦਰ, ਤੁਹਾਡੇ ਅੰਦਰ ਇਨਬਿਲਟ, ਤੁਹਾਡੇ ਅੰਦਰ ਕਣ 'ਚ ਤੁਹਾਡੇ ਜਿਹੜੇ ਜੀਨਸ ਪਾਏ ਆ, ਤੁਹਾਡੀ ਪ੍ਰੋਗਰਾਮਿੰਗ ਕੀਤੀ ਹੈ, ਸਾਰਾ ਕੁਝ ਕੀਤਾ ਹੈ ਤੁਹਾਨੂੰ 125 ਸਾਲ ਲਈ ਕੀਤਾ। 125 ਸਾਲ ਤੋਂ ਪਹਿਲਾਂ ਤੰਦਰੁਸਤੀ ਨਹੀਂ ਜਾਣੀ ਚਾਹੀਦੀ ਕਿਤੇ। ਠੀਕ ਹੈ, ਮਰਨ ਤੋਂ ਪਹਿਲਾਂ ਸਾਲ 6 ਮਹੀਨੇ ਪਹਿਲਾਂ ਬੰਦਾ ਚੱਲ ਥੋੜ੍ਹਾ ਬਹੁਤਾ ਮੰਜੇ 'ਤੇ ਪੈ ਜਾਊਗਾ ਜਾਂ ਕੀ ਕਰੂਗਾ, ਕੁਛ ਨਾ ਕੁਛ ਬਹਾਨਾ ਬਣੇਗਾ ਨਾ। ਜਦੋਂ ਤੁਹਾਡਾ ਜਿਹੜਾ ਸਰੀਰ ਹੈ ਉਹ ਜਰਜਰ ਹੋ ਗਿਆ, ਤੁਹਾਡੇ ਸਰੀਰ ਦੀ ਉਮਰ ਮੁੱਕ ਗਈ ਹੈ, ਤਾਂ ਕੁਛ ਨਾ ਕੁਛ ਬਹਾਨਾ ਬਣ ਜਾਏਗਾ ਥੋੜ੍ਹਾ ਬਹੁਤਾ। ਚਲੋ ਉਹ ਗੱਲ ਸਮਝ ਆਉਂਦੀ ਹੈ, ਪਰ ਉਹ 100 ਸਾਲ ਤੋਂ ਬਾਅਦ ਹੀ ਹੋਣਾ ਚਾਹੀਦਾ। ਜੇ 125 ਸਾਲ ਲਈ ਬਣਿਆ ਹੋਇਆ ਸਰੀਰ ਤਾਂ ਕਮ ਸੇ ਕਮ 100 ਸਾਲ ਤਾਂ ਤੰਦਰੁਸਤ ਰਹੇ। ਪਰ ਇੱਥੇ ਤਾਂ ਅੱਤ ਹੋ ਗਈ ਕਿ 20-25 ਸਾਲ, 30 ਸਾਲ, 40 ਸਾਲ, 45 ਸਾਲ ਤੇ ਬੰਦੇ ਜਿਹੜੇ ਨੇ ਉਹ 100 ਸਾਲ ਦੀ ਬਿਮਾਰੀ, ਜਿਹੜੀ ਜੋ ਗੱਲ 100 ਸਾਲ ਤੇ ਵਾਪਰਨੀ ਚਾਹੀਦੀ ਉਹ ਬਹੁਤ ਜਲਦੀ ਵਾਪਰ ਰਹੀ, ਅੱਧ 'ਚ ਹੀ ਵਾਪਰ ਰਹੀ ਹੈ। ਤਾਂ ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਕੁਦਰਤ ਨਹੀਂ ਹੈ, ਉਹਦਾ ਕਾਰਨ ਸਰੀਰ ਨਹੀਂ ਹੈ। ਬਿਮਾਰੀਆਂ ਸਰੀਰ 'ਚ ਨਹੀਂ ਪੈਦਾ ਹੁੰਦੀਆਂ, ਬਿਮਾਰੀਆਂ ਬਾਹਰੋਂ ਆਉਂਦੀਆਂ ਨੇ ਕਿਸੇ ਨਾ ਕਿਸੇ ਗੱਲ ਕਰਕੇ। ਉਹਦੇ 'ਚ ਆਪਾਂ ਬਹੁਤ ਵਾਰੀ ਗੱਲ ਕਰਦੇ ਹਾਂ ਕਿ ਸਭ ਤੋਂ ਜ਼ਿਆਦਾ ਅਸੀਂ ਅੰਦਰ ਲੈਂਦੇ ਹਾਂ ਹਵਾ, ਉਹ ਸਾਡੀ ਸ਼ੁੱਧ ਨਹੀਂ ਹੈ।
ਉਹਦੇ ਕਰਕੇ ਬਿਮਾਰ ਹੁੰਦੇ ਹਾਂ ਅਸੀਂ। ਨੰਬਰ 2 ਤੇ ਪੀਂਦੇ ਹਾਂ ਪਾਣੀ। ਪਾਣੀ ਵੀ ਅਸੀਂ ਸਾਰਾ ਸੱਤਿਆਨਾਸ਼ ਮਾਰ ਲਿਆ ਆਪਣਾ। ਉੱਪਰਲਾ ਪਾਣੀ ਵਗਦਾ ਵੀ ਸੱਤਿਆਨਾਸ਼ ਮਾਰ ਲਿਆ, ਗਰਾਊਂਡ ਜ਼ਮੀਨ ਇਸਲੇ ਪਾਣੀ ਦਾ ਵੀ ਸੱਤਿਆਨਾਸ਼ ਮਾਰ ਲਿਆ। ਹੁਣ ਅਸੀਂ RO ਲਾ ਤੇ ਫਿਲਟਰ ਲਾ ਤੇ ਬੋਤਲਾਂ ਦਾ ਪਾਣੀ ਪੀ, ਉਹ ਕਰ ਰਹੇ ਹਾਂ। ਉਹ ਆਪਣੀਆਂ ਸਮੱਸਿਆਵਾਂ ਨੇ ਉਹਨਾਂ ਦੀਆਂ, ਉਹ ਕੋਈ ਉਹਦਾ ਬਦਲ ਠੀਕ ਨਹੀਂ ਹੈ ਉਹ। ਨੰਬਰ 3 ਆ ਗਿਆ ਭੋਜਨ। ਭੋਜਨ ਹੁਣ ਆਪਾਂ ਪਤਾ ਵੀ ਆਪਾਂ ਕੀ ਕੀਤਾ ਭੋਜਨ ਦਾ। ਨਾ ਸਾਨੂੰ ਖੇਤੀ ਜਗਾਉਣ ਦਾ ਹਿਸਾਬ ਕਿਤਾਬ ਰਿਹਾ ਕੋਈ, ਉੱਥੇ ਅਸੀਂ ਗੜਬੜ ਕਰ ਲਈ। ਨਾ ਸਾਨੂੰ ਸਟੋਰ ਦਾ ਕੋਈ ਹਿਸਾਬ ਕਿਤਾਬ ਹੈ, ਉੱਥੇ ਗੜਬੜ ਕਰਦੇ ਹਾਂ। ਨਾ ਸਾਨੂੰ ਪਕਾਉਣ ਦਾ ਕੋਈ ਹਿਸਾਬ ਕਿਤਾਬ, ਉੱਥੇ ਗੜਬੜ ਕਰਦੇ ਹਾਂ। ਨਾ ਸਾਨੂੰ ਕੋਈ ਖਾਣ ਦਾ ਹਿਸਾਬ ਹੈ, ਨਾ ਖਾਣ ਦਾ ਟਾਈਮ ਹੈ, ਨਾ ਕੋਈ ਦੌੜਾ ਦੂਸ। ਜਿੰਨੀ ਵਾਰੀ ਕੋਈ ਅੱਗੇ ਪਲੇਟ ਕਰ ਦਿੰਦਾ ਉਨੀ ਵਾਰੀ ਚੱਕ ਕੇ ਖਾ ਲੈਂਦੇ ਹਾਂ। ਫਿਰ ਇੰਡਸਟਰੀ ਸਾਡਾ ਫੂਡ ਨੂੰ ਕਿਡਨੈਪ ਕਰਕੇ ਲੈ ਗਈ। ਹਜੈਕ ਹੋ ਗਿਆ ਸਾਡਾ ਫੂਡ। ਸਾਡਾ ਖਾਣਾ ਬੇਸਿਕਲੀ ਇੰਡਸਟਰੀ ਨੇ ਹਜੈਕ ਕਰ ਲਿਆ ਹੋਇਆ। ਖੇਤੀ ਤੋਂ ਲੈ ਕੇ ਸਾਡੇ ਮੂੰਹ ਤੱਕ ਪਹੁੰਚਣ 'ਚ ਉਹ ਮਲਟੀਪਲ ਥਾਵਾਂ 'ਤੇ ਹਜੈਕ ਹੋ ਗਿਆ। ਅਤੇ ਉਹਨਾਂ ਨੇ ਆਪਣੇ ਪ੍ਰੋਫਿਟ ਦੀ ਖਾਤਰ, ਆਪਣੇ ਮੁਨਾਫਿਆਂ ਦੀ ਖਾਤਰ ਸਾਰੀ ਜਿਹੜੀ ਚੇਨ ਸੀਗੀ ਪੈਦਾ ਹੋਣ ਤੋਂ ਲੈ ਕੇ ਸਾਡੇ ਮੂੰਹ ਤੱਕ ਪਹੁੰਚਣ ਦੀ ਚੇਨ ਦੇ ਵਿੱਚ ਹਰ ਥਾਂ 'ਤੇ ਆਪਣੀ ਟੰਗ ਅੜਾਈ ਹੈ। ਉਹ ਟੰਗ ਅੜਾਉਣ ਕਰਕੇ ਉਹ ਨਾਲ ਸਾਡੇ ਇਕੱਲੀ ਟੰਗ ਸਾਡੇ ਖਾਣੇ 'ਚ ਨਹੀਂ ਅੜਾਈ, ਸਾਡੇ ਦਿਮਾਗ 'ਚ ਵੀ ਘੁੰਡੀਆਂ ਐਸੀਆਂ ਪਾਤੀਆਂ TV ਦੀਆਂ ਐਡਾਂ ਕਰ ਕਰਕੇ ਅਤੇ ਹਿੰਦੀ ਫਿਲਮਾਂ ਦਿਖਾ ਕੇ ਕਿੱਦਾਂ ਖਾਣਾ ਅਤੇ ਕੀ ਖਾਣਾ ਅਤੇ ਕੀ ਯਾਸ਼ੀ ਕੀ ਹੁੰਦੀ ਹੈ ਅਤੇ ਵਿਹਲੜਪੁਣਾ ਅਤੇ ਸਾਰਾ ਉਹ ਜਿਹੜਾ ਸਾਰਾ ਕਿਤੇ ਨਾ ਕਿਤੇ ਸਾਡਾ ਦਿਮਾਗ ਜਿਹੜਾ ਸਾਡਾ ਲਾਈਫ ਸਟਾਈਲ ਸੀਗਾ, ਜਿਹਨੂੰ ਕਹਿੰਦਾ ਜਿਹੜਾ ਕਲਾ ਸੀ ਜਿਉਣ ਕਲਾ ਜਿਹੜੀ ਹੈ, ਜੀਵਨ ਕਲਾ। ਮੈਨੂੰ ਅੱਜ ਵੀ ਯਾਦ ਆਉਂਦੀ ਜੀਵਨ ਕਲਾ ਤੋਂ ਗੁਰਬਖਸ਼ ਸਿੰਘ ਪਲੀਤਰੜੀ, ਅਸੀਂ ਬਚਪਨ 'ਚ ਪੜ੍ਹਦੇ ਹੁੰਦੇ ਸੀ ਉਹਨੂੰ। ਤਾਂ ਉਹ ਜੀਵਨ ਕਲਾ ਦੀ ਗੱਲ ਹੀ ਕਰਦੇ ਹੁੰਦੇ ਸੀ ਹਮੇਸ਼ਾ। ਉਹਨਾਂ ਨੇ ਪਹਿਲੀ ਵਾਰੀ ਪੰਜਾਬ ਦੇ ਅੰਦਰ ਇਹ ਗੱਲ ਇੰਟਰੋਡਿਊਸ ਕੀਤੀ ਮਾਡਰਨ ਐਰਾ ਦੇ ਵਿੱਚ ਕਿ ਜੀਵਨ ਕਲਾ ਸਿੱਖੋ, ਜਿਉਣ ਦੀ ਜਾਂਚ ਸਿੱਖੋ। ਤਾਂ ਉਹ ਜਿਉਣ ਦੀ ਜਾਂਚ ਜਿਹੜੀ ਸਾਨੂੰ ਕੰਪਨੀਆਂ ਨੇ ਸਾਡੀ ਜਿਹੜੀ ਆ ਤਹਿਸ ਨਹਿਸ ਕਰਤੀ। ਸਾਡੇ ਦਿਮਾਗਾਂ ਦੇ ਅੰਦਰ ਬੜੇ ਅਜੀਬ ਕਿਸਮ ਦੇ ਫਤੂਰ ਭਰਤੇ ਵੀ ਅਸੀਂ ਪੀਜ਼ਾ ਹੀ ਖਾਣਾ ਹੈ, ਅਤੇ ਅਸੀਂ ਚਿਪਸ ਹੀ ਖਾਣੀਆਂ ਨੇ, ਅਤੇ ਅਸੀਂ ਕੁਰਕਰੇ ਖਾਣੇ ਆ, ਅਤੇ ਅਸੀਂ ਬੋਤਲ ਬੰਦ ਅਤੇ ਡੱਬਾ ਬੰਦ ਰੰਗ ਬਿਰੰਗੇ ਪੈਕਿੰਗ ਦੇਖ ਕੇ ਖਾਣਾ। ਉਹ ਸਾਰੇ ਦਾ ਸਾਰਾ ਵਰਤਾਰਾ ਕਿਤੇ ਨਾ ਕਿਤੇ ਗੜਬੜਾ ਗਿਆ। ਹੁਣ ਜਿਹੜੀ ਆਪਾਂ ਅੱਜ ਦੀ ਆਪਣਾ ਜਿਹੜਾ ਗੱਲਬਾਤ ਦਾ ਵਿਸ਼ਾ ਹੈ ਉਹ ਹੈਗਾ ਕਿ ਸਾਡਾ ਮੁੱਖ ਭੋਜਨ ਜਿਹੜਾ ਹੈ ਉਹ ਕਿੱਦਾਂ ਦਾ ਹੋਵੇ। ਮੁੱਖ ਭੋਜਨ ਦਾ ਕੀ ਮਤਲਬ ਹੈ? ਮੁੱਖ ਭੋਜਨ ਦਾ ਮਤਲਬ ਹੁੰਦਾ ਜਿਹੜਾ ਭੋਜਨ ਊਰਜਾ ਦਿੰਦਾ ਹੈ, ਕਿਉਂਕਿ ਸਭ ਤੋਂ ਜ਼ਿਆਦਾ ਭੋਜਨ ਕਾਹਤੇ ਲੱਗਦਾ? ਸਾਡੇ ਸਰੀਰ ਨੂੰ ਚਲਾਉਣ ਲਈ ਜਿਹੜੀ ਊਰਜਾ ਚਾਹੀਦੀ ਹੈ, ਉਹ ਊਰਜਾ ਸਾਨੂੰ ਕਿਤੋਂ ਨਾ ਕਿੱਥੋਂ ਆਉਣੀ ਹੈ? ਫੂਡ ਤੋਂ ਆਉਣੀ ਹੈ, ਖਾਣੇ ਤੋਂ ਆਉਣੀ ਹੈ। ਉਹ ਖਾਣੇ ਕਿਹੜੇ ਖਾਈਏ ਜਿਹਨਾਂ ਤੋਂ ਊਰਜਾ ਸਾਨੂੰ ਸਾਰਾ ਦਿਨ ਮਿਲਦੀ ਰਹੇ। ਸੌਣ ਵੇਲੇ ਵੀ ਵੈਸੇ ਤਾਂ ਊਰਜਾ ਚਾਹੀਦੀ ਹੈ, ਕਿਉਂਕਿ ਸਾਡਾ ਹਾਰਟ ਚੱਲ ਰਿਹਾ ਹੈ, ਸਾਹ ਪ੍ਰਣਾਲੀ ਚੱਲ ਰਹੀ ਹੈ, ਸਰੀਰ ਦੇ ਹੋਰ ਚੱਲ ਰਹੇ, ਚਾਹੇ ਸਾਡਾ ਮਨ ਸੌ ਜਾਂਦਾ ਹੈ, ਪਰ ਸੁੱਤੇ ਹੋਏ ਵੀ ਚਾਹੀਦੀ ਹੈ। ਲੇਕਿਨ ਤੁਸੀਂ ਸੁੱਤੇ ਹੋਏ ਨੂੰ ਛੱਡ ਦਿਓ, ਬਾਕੀ ਜਿਹੜੇ 16 ਘੰਟੇ ਜਾਗਦੇ ਹਾਂ ਅਸੀਂ, ਉਹ ਤਾਂ ਬਹੁਤ ਕੰਮ ਕਰਨੇ ਹੁੰਦੇ ਅਸੀਂ। ਖਾਸੀਆਂ ਸਾਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ। ਕੋਈ ਰੋਟੀ ਰੋਜੀ ਕਮਾਉਣ ਦੀ ਜ਼ਿੰਮੇਵਾਰੀ ਹੈ, ਕੋਈ ਘਰੇਲੂ ਜ਼ਿੰਮੇਵਾਰੀਆਂ ਨੇ, ਕੋਈ ਸਾਡਾ ਸ਼ੌਕ ਹੈ ਭੱਜਣਾ ਦੌੜਨਾ, ਗੇਮ ਖੇਡਣੀ, ਨੱਚਣਾ ਕੁੱਦਣਾ। ਤਾਂ ਉਹ ਹਰ ਚੀਜ਼ ਲਈ ਕੀ ਚਾਹੀਦਾ? ਊਰਜਾ ਚਾਹੀਦੀ ਹੈ। ਊਰਜਾ ਜਿਹੜੀ ਹੈ ਕਿਹੜੇ ਭੋਜਨ ਤੋਂ ਆਉਣੀ ਹੈ? ਉਹ ਭੋਜਨ ਕਿੰਨਾ ਚੰਗਾ ਕਿੰਨਾ ਮਾੜਾ, ਉਹ ਗੱਲ 'ਤੇ ਅਸੀਂ ਮਾਰ ਖਾ ਰਹੇ ਹਾਂ। ਅਸੀਂ ਊਰਜਾ ਵਾਲੇ ਉਹ ਭੋਜਨ ਲੈ ਰਹੇ ਹਾਂ ਜਿੱਥੋਂ ਇੱਕਦਮ ਤਾਂ ਊਰਜਾ ਮਿਲਦੀ ਹੈ, ਪਰ ਉਹਦੇ ਅੰਦਰ ਗੜਬੜ ਬਹੁਤ ਹੈ। ਇੱਕਦਮ ਤਾਂ ਤੁਹਾਨੂੰ ਲੱਗਦਾ ਬੱਲੇ ਬੱਲੇ, ਇੱਕਦਮ ਬੰਦੇ ਦਾ ਸਰੀਰ ਚੁਸਤੀ 'ਚ ਆ ਜਾਂਦਾ। ਤੁਸੀਂ ਕੋਲਡ ਡਰਿੰਕ ਪੀ ਕੇ ਦੇਖੋ, ਕੋਕਾ ਕੋਲਾ ਪੀ ਕੇ ਦੇਖੋ, ਪੈਪਸੀ ਪੀ ਕੇ ਦੇਖੋ, ਇੱਕਦਮ ਬੰਦੇ ਨੂੰ ਆ ਜਾਂਦੀ ਹੈ। ਐਡਾਂ ਵੀ ਉੱਦਾਂ ਦੀਆਂ ਦਿੰਦੇ ਆ ਵੀ ਪੈਪਸੀ ਪੀ ਕੇ ਬੰਦਾ ਉੱਡ ਰਿਹਾ ਹੈ ਅਤੇ ਛਾਲਾਂ ਮਾਰ ਰਿਹਾ ਅਤੇ ਕੁਸ਼ਤੀਆਂ ਕਰ ਰਿਹਾ। ਉਹ ਜਿਹੜੀਆਂ, ਕਿਉਂਕਿ ਉਹ 'ਚ ਖੰਡ ਹੈ, ਇੱਕ ਬੋਤਲ 4-5 ਚਮਚੇ ਖੰਡ ਪਾਤੀ, ਉਹ ਖੰਡ ਜਾਣ ਸਾਰ ਐਸੀ ਸ਼ਕਲ 'ਚ ਉਹ ਨਾਲ ਕਾਰਬਨ ਡਾਈਆਕਸਾਈਡ ਪਾਤੀ, ਉਹ ਐਸੀ ਸ਼ਕਲ 'ਚ ਮੂੰਹ ਤੋਂ ਹੀ ਉਹਦਾ ਖੂਨ 'ਚ ਜਾਣਾ ਸ਼ੁਰੂ ਹੋ ਜਾਂਦਾ। ਜਦੋਂ ਤੁਸੀਂ ਪੀ ਰਹੇ ਹੋ ਉੱਥੋਂ ਹੀ ਖੂਨ ਜਾਣੀ ਸ਼ੁਰੂ ਹੋ ਜਾਂਦੀ ਉਹ, ਅਤੇ ਫਿਰ ਬਸ ਹੜ ਲਿਆ ਦਿੰਦੀ ਖੂਨ ਦਾ ਅੰਦਰ, ਤੁਹਾਡੇ ਖੂਨ 'ਚ ਸ਼ੂਗਰ ਦਾ। ਇੱਕ ਵਾਰੀ ਤੁਹਾਨੂੰ ਲੱਗਦਾ ਬੱਲੇ ਬੱਲੇ। ਤਾਂ ਹੀ ਜਿਹੜਾ ਸਾਇੰਟਿਸਟਾਂ ਨੇ, ਵਿਗਿਆਨੀਆਂ ਨੇ ਕਿਹਾ ਵੀ ਜਿਹੜੀ ਸ਼ੂਗਰ ਦੀ ਐਡਿਕਸ਼ਨ ਹੈ ਫੀਮ ਵਰਗੀ ਹੈ। ਜਿਹਦਾ ਫੀਮ ਖਾਏ ਬੰਦੇ ਨੂੰ ਇੱਕ ਵਾਰੀ ਲੱਗਦਾ ਵੀ ਬੱਲੇ ਬੱਲੇ, ਉਹ ਚਾਹੇ ਘੋੜੇ ਚੜ੍ਹ ਜਾਂਦਾ। ਤਾਂ ਇੱਦਾਂ ਹੀ ਜਿਹੜਾ ਤੁਸੀਂ ਹਾਈ ਸ਼ੂਗਰ ਫੂਡ ਖਾਇਆ ਅਤੇ ਨਾਲ ਦੀ ਨਾਲ ਘੋੜੇ ਚੜ੍ਹ ਗਏ। ਲੇਕਿਨ ਉਹ ਊਰਜਾ ਦੇਣ ਵਾਲਾ ਭੋਜਨ ਜਿਹੜਾ ਗਲਤ ਭੋਜਨ ਹੈ। ਸਾਨੂੰ ਇੱਦਾਂ ਦੀ ਊਰਜਾ ਨਾ ਸਾਨੂੰ, ਔਰ ਉਹਦੇ ਨਾਲ ਕੀ ਹੁੰਦਾ ਕਿ ਸਾਡੇ ਸਰੀਰ ਦੀ ਟ੍ਰੇਨਿੰਗ ਜਿਹੜੀ ਹੈ ਉਹ ਟ੍ਰੇਨਿੰਗ ਹੀ ਗਲਤ ਹੋ ਜਾਂਦੀ ਹੈ ਕਿ ਤੁਸੀਂ ਐਡਿਕਟ ਹੋ ਗਏ ਸ਼ੂਗਰ ਦੇ। ਹੁਣ ਜਦ ਤੱਕ ਸ਼ੂਗਰ ਆਈ ਹੈ, ਸਰੀਰ ਤੁਹਾਡਾ ਮੈਸੇਜ ਆਉਂਦਾ ਬੱਲੇ ਵਾਹ ਕਿਆ ਬਾਤ ਹੈ। ਜਦੋਂ ਸ਼ੂਗਰ ਡਾਊਨ ਜਾਣ ਲੱਗਦੀ ਹੈ ਤਾਂ ਫਿਰ ਜਿਵੇਂ ਕੁੱਟਿਆ ਹੁੰਦਾ ਕਿਸੇ ਨੇ, ਇਹੋ ਜਿਹੀ ਸ਼ਕਲ ਬਣ ਜਾਂਦੀ ਹੈ, ਕਿਉਂਕਿ ਵਾਸੀਆਂ ਆਉਣੀ ਸ਼ੁਰੂ ਹੋ ਜਾਂਦੀ ਹੈ, ਥਕਾਵਟ ਹੋਣੀ ਸ਼ੁਰੂ ਹੋ ਜਾਂਦੀ, ਕਿਉਂਕਿ ਸਰੀਰ ਜਿਹੜਾ ਉਹ ਹਾਈ ਸ਼ੂਗਰ ਦਾ ਆਦੀ ਹੋ ਗਿਆ। ਜਿਹਦਾ ਫੀਮ ਦਾ ਬੰਦਾ ਆਦੀ ਹੋ ਜਾਂਦਾ, ਹਾਈ ਸ਼ੂਗਰ ਦਾ ਆਦੀ ਹੋ ਜਾਂਦਾ। ਤਾਂ ਇਹ ਜਿਹੜਾ ਗੜਬੜ ਅਸੀਂ ਕਰ ਰਹੇ ਹਾਂ ਗਲਤ ਭੋਜਨ ਖਾ ਕੇ ਊਰਜਾ ਵਾਲੇ, ਉਹਦੀ ਗੜਬੜ ਹੋ ਗਈ। ਦੂਸਰੇ ਭੋਜਨ ਨੇ ਜਿਨ੍ਹਾਂ ਨੇ ਸਰੀਰ ਬਣਾਉਣਾ ਬਿਲਡਿੰਗ ਬਲਾਕ, ਬਾਡੀ ਬਿਲਡਿੰਗ, ਜਿਹੜਾ ਬਿਲਡਿੰਗ ਮਟੀਰੀਅਲ ਹੈ,
ਜਿੱਦਾਂ ਮਕਾਨ ਨੂੰ ਬਣਾਉਣ ਲਈ ਇੱਟਾਂ ਚਾਹੀਦੀਆਂ ਨੇ, ਫਿਰ ਸੀਮੈਂਟ ਚਾਹੀਦਾ, ਫਿਰ ਰੇਤਾ ਚਾਹੀਦਾ, ਇੱਦਾਂ ਸਰੀਰ ਨੂੰ ਬਣਾਉਣ ਲਈ ਵੀ ਕੁਝ ਚੀਜ਼ਾਂ ਚਾਹੀਦੀਆਂ ਨੇ ਜਿਹਦੇ 'ਚ ਪ੍ਰੋਟੀਨਸ ਮੁੱਖ ਨੇ, ਨੰਬਰ 2 ਤੇ ਫੈਟਸ ਨੇ। ਸੋ 3 ਮੁੱਖ ਖਾਣੇ ਦੇ ਅੰਦਰ 3 ਮੁੱਖ ਤੱਤ ਨੇ। ਜਿਹੜੇ ਕਾਰਬੋਹਾਈਡਰੇਟਸ ਨੇ ਉਹਦਾ ਊਰਜਾ ਦਾ ਸਭ ਤੋਂ ਸੌਖਾ ਸਾਧਨ ਹੈ। ਜਿਹੜੇ ਪ੍ਰੋਟੀਨਸ ਨੇ ਤੇ ਫੈਟਸ ਨੇ ਇਹ ਸਰੀਰ ਨੂੰ ਬਣਾਉਣ ਦਾ ਕੰਮ ਕਰਦੇ ਆ। ਫੈਟਸ ਦੇ ਅੰਦਰ ਵਿੱਚ ਵਿਚਾਲੇ ਦੇ ਗੁਣ ਪਾਤੇ ਕੁਦਰਤ ਨੇ। ਜਿਹੜਾ ਫੈਟ ਸਰੀਰ 'ਚ ਇਕੱਠਾ ਹੋਇਆ ਪਿਆ, ਜਦੋਂ ਕਦੇ ਲੋੜ ਪੈਂਦੀ ਹੈ ਤਾਂ ਸਰੀਰ ਉਹਨੂੰ ਵਰਤ ਲੈਂਦੀ ਊਰਜਾ ਵਾਸਤੇ ਵੀ। ਸੋ ਉਹਨੂੰ ਵਿੱਚ ਵਿਚਾਲੇ ਫਸਾਤਾ। ਉਧਰ ਵੀ ਉਹ ਕੰਮ ਕਰਦਾ, ਬਾਡੀ ਬਿਲਡਿੰਗ 'ਚ ਵੀ, ਤੇ ਉਹ ਊਰਜਾ 'ਚ ਵੀ ਕੰਮ ਕਰ ਜਾਂਦਾ ਜੇ ਲੋੜ ਪੈ ਜਾਏ ਤਾਂ, ਰਿਜ਼ਰਵ ਹੈ ਉਹ। ਤਾਂ ਇਹ 3 ਖਾਣੇ ਕਿੱਦਾਂ ਦੇ ਭੋਜਨ ਤੋਂ ਆਉਣ, ਇਹ ਸਾਡਾ ਮੁੱਖ ਅੱਜ ਦਾ ਵਿਸ਼ਾ ਹੈ, ਜਿੱਥੇ ਅਸੀਂ ਮਾਰ ਖਾ ਰਹੇ ਹਾਂ। ਅਤੇ ਇਹਨੂੰ ਅਗਰ ਠੀਕ ਕਰ ਜਾਈਏ ਅਸੀਂ ਤਾਂ ਸਾਨੂੰ ਬਿਮਾਰੀਆਂ ਨਹੀਂ ਲੱਗਦੀਆਂ, ਜਾਂ ਲੱਗ ਚੁੱਕੀਆਂ ਨੇ ਤਾਂ ਉਹ ਰਿਵਰਸ ਹੋ ਜਾਂਦੀਆਂ ਨੇ। ਸੋ ਇਹ ਸਾਡੇ ਜਿਹੜੀ ਇਸ ਗੱਲ 'ਤੇ ਆਪਾਂ ਨੂੰ ਬਹੁਤ ਬੇਹੱਦ ਜਿਹੜਾ ਹੈ ਉਹ ਚੇਤਨ ਹੋਣਾ ਚਾਹੀਦਾ। ਡਾਕਟਰ ਸਾਹਿਬ, ਚੇਤਨ ਹੋਣ ਦੀ ਤੁਸੀਂ ਗੱਲ ਕਰ ਦਿੱਤੀ ਹੈਗੀ ਹੈ ਕਿ ਕਿਸ ਤਰੀਕੇ ਦੇ ਨਾਲ ਆਪਾਂ ਚੇਤਨ ਹੋ ਸਕਦੇ ਹਾਂ, ਪਰ ਮਿਲਟਸ ਜਿਹੜੇ ਨੇ ਉਹ ਡਾਕਟਰ ਖਾਦਰ ਵਲੀ ਦੀ ਜਿਹੜੀ ਖੋਜ ਹੈਗੀ ਆ, ਥੋੜ੍ਹਾ ਜਿਹਾ ਮਿਲਟਸ ਨੂੰ ਥੋੜ੍ਹਾ ਜਿਹਾ ਇਹ ਦੱਸੋਗੇ ਕਿ ਮਿਲਟਸ ਜਿਹੜੇ ਨੇ ਇਹ ਆਪਾਂ ਪਿਛਲੇ ਕੁਛ ਮਤਲਬ 4-5 ਸਾਲ ਤੋਂ ਹੀ ਆਪਾਂ ਇਸ ਨੂੰ ਸੁਣਨਾ ਸ਼ੁਰੂ ਕੀਤਾ। ਮੈਂ ਤਾਂ ਉਦੋਂ ਹੀ ਸੁਣਿਆ ਜਦੋਂ ਮੈਂ ਤੁਹਾਡੇ ਨਾਲ ਇੰਟਰਵਿਊ ਕਰਨੀ ਸ਼ੁਰੂ ਕੀਤੀ ਹੈ 2019 ਦੇ ਵਿੱਚ, ਅਤੇ ਉਸ ਤੋਂ ਪਹਿਲਾਂ ਕਦੇ ਆਪਾਂ ਨੇ ਸੁਣਿਆ ਨਹੀਂ ਸੀ। ਲੇਕਿਨ ਹਾਂ, ਇੰਨਾ ਜ਼ਰੂਰ ਹੈ ਕਿ ਆਪਣੇ ਗੁਰੂ ਨਾਨਕ ਦੇਵ ਜੀ ਦੀ ਜਿਹੜੀਆਂ ਸਾਖੀਆਂ ਸੀਗੀਆਂ ਉਹਦੇ ਵਿੱਚ ਕੋਧਰੇ ਦਾ ਜ਼ਿਕਰ ਆਉਂਦਾ ਹੈਗਾ, ਭਾਈ ਲਾਲੋ ਦੇ ਰੋਟੀ ਵਾਲਾ ਦਾ। ਤਾਂ ਇਹ ਥੋੜ੍ਹਾ ਜਿਹਾ ਇਹ ਦੱਸੋ ਵੀ ਇਹ ਭੋਜਨ ਪਹਿਲਾਂ ਕਿੱਥੇ ਸੀ ਜਿਹੜੇ ਹੁਣ ਇੱਕਦਮ ਨਿਕਲ ਕੇ ਸਾਹਮਣੇ ਆ ਗਏ? ਪਹਿਲਾਂ ਤਾਂ ਆਪਾਂ ਜਿਹੜੀ ਇੱਕ ਗੱਲ ਸਮਝ ਲਈਏ ਕਿ ਪਹਿਲੀ ਗੱਲ ਤਾਂ ਕੋਧਰਾ ਇਕੱਲਾ ਨਹੀਂ। ਗੁਰੂ ਨਾਨਕ ਸਾਹਿਬ ਦੀ ਜਿਹੜੀ ਸਾਖੀ ਹੈ ਕੋਧਰੇ ਵਾਲੀ, ਜਿਹੜੀ ਭਾਈ ਲਾਲੋ ਅਤੇ ਮਲਕ ਭਾਗੋ ਵਾਲੀ, ਉਹ ਬੜੀ ਪਿਆਰੀ ਸਾਖੀ ਹੈ ਕਿ ਗੁਰੂ ਸਾਹਿਬ ਨੇ ਜਿਹੜੀ ਮਲਕ ਭਾਗੋ ਦੇ ਪੂੜੇ ਅਤੇ ਪੂੜੀਆਂ ਅਤੇ ਰੰਗ ਬਿਰੰਗੇ ਪਕਵਾਨ ਮਨ੍ਹਾ ਕਰਕੇ ਉਹਨੂੰ ਜਵਾਬ ਦੇ ਕੇ ਅਤੇ ਭਾਈ ਲਾਲੋ ਕੋਲੋਂ ਜਾ ਕੇ ਕੋਧਰੇ ਦੀ ਰੋਟੀ ਦੀ ਮੰਗ ਕੀਤੀ, ਅਤੇ ਮੰਗ ਉੱਥੋਂ ਖਾਧੀ ਜਾ ਕੇ। ਉਹਦੇ ਅੰਦਰ ਬਹੁਤ ਸਾਰੇ ਮੈਸੇਜ ਨੇ। ਹੱਕ ਹਲਾਲ ਦੀ ਕਮਾਈ ਦੀ ਗੱਲ ਇੱਕ ਹੈ, ਹਰਾਮ ਦੀ ਕਮਾਈ ਹੈ ਕਿ ਹੱਕ ਹਲਾਲ ਦੀ ਕਮਾਈ ਹੈ, ਉਹ ਇੱਕ ਹੈ। ਲੇਕਿਨ ਕੋਧਰੇ ਦਾ ਜ਼ਿਕਰ ਆਉਣਾ ਉਹ ਇਹ ਸ਼ੋਅ ਕਰਦਾ ਹੈ ਕਿ ਉਸ ਵੇਲੇ ਦਾ ਜਿਹੜਾ ਮੁੱਖ ਭੋਜਨ ਸੀਗਾ, ਸਟੈਪਲ ਫੂਡ ਆਪਾਂ ਅੰਗਰੇਜ਼ੀ 'ਚ ਕਹਿੰਦੇ ਉਹਨੂੰ, ਸਟੈਪਲ ਫੂਡ ਸੀ, ਯਾਨੀ ਕਿ ਮੁੱਖ ਖਾਣੇ ਦਾ ਜਿਹੜਾ ਬਲਕ ਹੈ। ਜੇ ਮੈਂ ਸਾਰੇ ਦਿਨ 'ਚ 1.5 ਕਿਲੋ 2 ਕਿਲੋ ਖਾ ਰਿਹਾ, ਉਹਦੇ 'ਚੋਂ ਕਿੰਨਾ ਉਹਦਾ ਹਿੱਸਾ, ਵੱਡਾ ਹਿੱਸਾ, ਅੱਧਾ ਘੱਟੋ ਘੱਟ ਉਹ ਖਾਣਾ ਹੁੰਦਾ, ਜਿਹਨੂੰ ਸਟੈਪਲ ਫੂਡ ਕਹਿੰਦੇ ਆਪਾਂ। ਸੁਆਂਕ ਦੇ ਚੌਲ ਸਾਡੇ ਵਰਤਾਂ ਦੇ ਚੌਲ ਮੰਨੇ ਜਾਂਦੇ ਆ। ਇਹ ਮੰਨਿਆ ਜਾਂਦਾ ਹੈ ਕਿ ਜਿਹੜੇ ਸਾਵਾਂ ਹੈ, ਸੁਆਂਕ ਹੈ, ਇਹ ਹਲਕੇ ਹੁੰਦੇ ਆ ਅਤੇ ਸਿਹਤਮੰਦ ਨੇ ਅਤੇ ਹਜਮ ਹੋਣ 'ਚ ਬਹੁਤ ਵਧੀਆ ਕਰੇ, ਸੁਆਂਕ ਦੇ ਚੌਲ ਨੇ। ਫਿਰ ਸਾਨੂੰ ਤੁਸੀਂ ਬਜ਼ੁਰਗਾਂ ਨੂੰ ਪੁੱਛ ਕੇ ਦੇਖੋ, ਉਹਨਾਂ ਨੇ ਕੰਗਣੀ ਦੀ ਖੀਰ ਵੀ ਖਾਧੀ ਹੋਈ ਹੈ। ਇਸ ਕਰਕੇ ਕੰਗਣੀ ਵੀ ਕੋਈ ਓਪਰੀ ਨਹੀਂ ਸਾਡੇ ਵਾਸਤੇ, ਰਾਗੀ ਕੋਈ ਓਪਰੀ ਨਹੀਂ ਹੈ ਸਾਡੇ ਸਮਾਜ ਦੇ ਅੰਦਰੋਂ। ਦੇ ਹਰ ਸੱਭਿਆਚਾਰ ਤੋਂ ਉਹਦੇ ਲੋਕਲ ਨੇਮਸ ਨੇ। ਉਹ ਸ਼ੋਅ ਕਰਦਾ ਹੈ ਜਿਸ ਭੋਜਨ ਦੇ ਲੋਕਲ ਨਾਂ ਹੈਗੇ ਆ ਪੁਰਾਤਨ, ਇਹਦਾ ਮਤਲਬ ਭੋਜਨ ਦਾ ਪੁਰਾਤਨ ਸੀਗਾ। ਉਹ ਨਵੇਂ ਭੋਜਨ ਥੋੜ੍ਹਾ ਨੇ। ਉਹ ਅਸੀਂ ਜਿਹੜੀ ਮਿਲਟਸ ਦੀ ਗੱਲ ਕਰ ਰਹੇ ਹਾਂ, ਕੋਈ ਨਵਾਂ ਨਹੀਂ ਹੈ, ਕੁਛ ਵੀ ਨਵਾਂ ਨਹੀਂ ਹੈ ਉਹਦੇ 'ਚ। ਸਾਰੇ ਗਏ ਕਿੱਥੇ? ਪਰ ਵਿੱਚ ਜੇ ਗਾਇਬ ਹੋ ਗਏ ਬਿਲਕੁਲ। ਇੰਡਸਟਰੀਲਾਈਜੇਸ਼ਨ ਜਦੋਂ ਹੋਈ ਨਾ, ਜਦੋਂ ਇੰਡਸਟਰੀਜ਼ ਨੇ ਆਪਣੀ ਟੰਗ ਅੜਾਈ ਵਿੱਚ, ਸਨਅਤਾਂ ਨੇ ਟੰਗ ਅੜਾਈ ਕਿ ਅਸੀਂ ਉਹਨੂੰ ਇੰਡਸਟਰੀਲਾਈਜ਼ ਕਰਨਾ ਖੇਤੀ ਨੂੰ, ਉਦੋਂ ਇਹ ਭੋਜਨ ਗਾਇਬ ਹੋ ਗਏ, ਕਿਉਂਕਿ ਉਹਨਾਂ ਭੋਜਨ ਦੇ ਉੱਪਰ ਦੀ ਖੇਤੀ, ਇੰਡਸਟਰੀਅਲ ਖੇਤੀ ਕਰਨੀ ਔਖੀ ਲੱਗੀ ਉਹਨਾਂ ਨੂੰ। ਉਹਦੇ 'ਚ ਇੰਡਸਟਰੀਲਾਈਜੇਸ਼ਨ ਜਿਹੜੀ ਹੈ, ਜਿਹੜੀ ਕਮਰਸ ਹੈ, ਉਹਦੇ 'ਚ ਕਿੱਤਾ ਜਿਹੜਾ ਜਿਹਨੂੰ ਕਹਿੰਦੇ ਧੰਦਾ ਹੈ, ਧੰਦੇਬਾਜ਼ੀ ਔਖੀ ਲੱਗੀ, ਕਿਉਂਕਿ ਉਹ ਜਿਹੜੇ ਕੁਦਰਤੀ ਜੇ ਜੰਗਲੀ ਜੇ ਅਨਾਜ ਨੇ ਉਹ ਖਾਣ 'ਚ ਬਹੁਤ ਉੱਤਮ ਨੇ, ਲੇਕਿਨ ਉਹਨਾਂ ਨੂੰ ਤੁਸੀਂ ਸੈੱਲ ਕਰਨਾ ਵੱਡੇ ਪੱਧਰ 'ਤੇ ਜਿਹੜਾ, ਤਾਂ ਉਹਦੀਆਂ ਅੱਗੇ ਪ੍ਰੈਪਰੇਸ਼ਨਾਂ ਬਣਾਉਣੀਆਂ ਅਤੇ ਉਹਦੇ ਅੱਗੇ ਫਾਸਟ ਫੂਡਸ ਬਣਾਉਣੇ ਅਤੇ ਉਹਦੇ ਉੱਦਾਂ ਦੇ ਭੋਜਨ ਬਣਾਉਣੇ, ਉਹਦੇ ਵਾਸਤੇ ਉਹਨਾਂ ਨੂੰ ਕਣਕ ਸੂਟ ਕਰ ਗਈ। ਸਭ ਤੋਂ ਜ਼ਿਆਦਾ ਕਣਕ ਸੂਟ ਕੀਤੀ ਉਹਨਾਂ ਨੂੰ, ਨੰਬਰ 2 'ਤੇ ਚੌਲ ਸੂਟ ਕੀਤੇ। ਤੁਸੀਂ ਦੇਖੋਗੇ ਕਣਕ ਸਾਰੀ ਦੁਨੀਆ 'ਚ ਹੈ। ਬ੍ਰੈਡ ਜਿਹੜੀ ਹੁਣ ਬ੍ਰੈਡ ਨਾਂ ਦੀ ਚੀਜ਼ ਹੈ, ਉਹ ਜੁੜੀ ਕਣਕ ਨਾਲ ਹੋਈ ਹੈ। ਹੁਣ ਹੌਲੀ ਹੌਲੀ ਲੋਕ ਬਣਾਉਣ ਲੱਗ ਗਏ ਆ, ਬ੍ਰੈਡ ਵੀ ਮਿਲਟਸ ਦੀ ਬਣਾਉਣ ਲੱਗ ਗਏ ਆ, ਜਾਂ ਮਲਟੀਗ੍ਰੇਨ ਬ੍ਰੈਡ ਬਣਾਉਣ ਲੱਗ ਗਏ ਆ। ਲੇਕਿਨ ਉਦੋਂ ਬਣੀਆਂ ਜਦੋਂ ਕਿ ਕਣਕ ਦੇ ਉੱਪਰ, ਕਣਕ ਨੇ ਬਹੁਤ ਵੱਡੀ ਪੱਧਰ 'ਤੇ ਲੋਕਾਂ ਨੂੰ, ਮਨੁੱਖਤਾ ਨੂੰ ਬਿਮਾਰ ਕਰਨਾ ਸ਼ੁਰੂ ਨਹੀਂ ਕਰਤਾ, ਮਨੁੱਖਤਾ ਬਿਮਾਰ ਕਰ ਦਿੱਤੀ। ਅਤੇ ਉਹ ਹਾਹਾਕਾਰ ਮੱਚੀ ਵੀ ਇਹ ਤਾਂ ਕਣਕ ਹੈ। ਲੋਕਾਂ ਨੇ ਕਿਤਾਬਾਂ ਲਿਖੀਆਂ। ਮੈਨੂੰ ਯਾਦ ਇੱਕ ਬੁੱਕ ਦਾ ਟਾਈਟਲ ਹੀ ਹੈ ਵੀਟ ਬੈਲੀ, ਯਾਨੀ ਕਿ ਜਿਹੜੀ ਗੋਗੜ ਹੈ, ਤੋਂਦ ਹੈ ਤੁਹਾਡੀ, ਉਹ ਕਣਕ ਹੈ ਜੜ ਉਹਦੀ, ਤੋਂਦ।
ਉਹਦਾ ਬੁੱਕ ਦਾ ਨਾਂ ਹੀ ਵੀਟ ਵੈਲੀ ਹੈ। ਤਾਂ ਇਹ ਕਿਤੇ ਨਾ ਕਿਤੇ ਜਿਹੜਾ ਵਰਤਾਰਾ ਹੈ ਇਹ ਬੜਾ ਸਪਸ਼ਟ ਹੈ। ਔਰ ਜਿੰਨੇ 5 ਅਸੀਂ ਜਿਹੜੇ 5 ਮਿਲਟਸ ਦੀ ਗੱਲ ਕਰ ਰਹੇ ਹਾਂ, ਸਾਰੇ 5 ਮਿਲਟ 5 ਉਪ ਮਹਾਦੀਪਾਂ ਦੇ ਨੇ। ਤੁਸੀਂ ਪਾਓਗੇ ਕਿ ਜਿਹੜੀ ਹਰੀ ਕੰਗਣੀ ਹੈ ਉਹ ਅਮਰੀਕਾ ਦੀ ਹੈ, ਅਮਰੀਕਨ ਕੰਟੀਨੈਂਟ ਦੀ ਹੈ। ਬਾਰਨੀਆਰਡ ਮਿਲਟ ਹੈ ਜਿਹੜਾ ਸਵਾਂਕ ਹੈ ਜਾਪਾਨੀ ਹੈ। ਇਹ ਕੁਟਕੀ ਇਟਲੀ ਦੀ ਹੈ। ਜਿਹੜਾ ਸਾਡਾ ਕੋਧਰਾ ਸਾਡਾ ਹਿਮਾਲੀਅਨ ਬੈਲਟ ਦਾ। ਸੋ ਇਹ ਸਾਰੇ ਜਿਹੜੇ ਅਨਾਜ ਨੇ ਕਿਤੇ ਨਾ ਕਿਤੇ ਜਿਹੜੇ ਨੇ ਉਹ ਆਪੋ ਆਪਣੇ ਰੀਜਨ ਦੇ ਵਿੱਚ ਸੀਗੇ। ਅਤੇ ਅੱਜ ਵੀ ਜਿਹੜਾ ਬਰਾਊਨ ਟਾਪ ਹੈ ਜਾਂ ਜਿਹਨੂੰ ਆਪਾਂ ਹਰੀ ਕੰਗਣੀ ਕਹਿੰਦੇ ਹਾਂ, ਉਹ ਅਮਰੀਕਾ ਦੇ ਵਿੱਚ ਬਰਡ ਫੀਡ ਦੇ ਤੌਰ 'ਤੇ ਪਪੂਲਰ ਹੈ ਕਿ ਲੋਕ ਪੰਛੀਆਂ ਨੂੰ ਪਾਉਂਦੇ। ਪੰਛੀ ਸਭ ਤੋਂ ਜ਼ਿਆਦਾ ਫੇਵਰਟ ਫੀਡ ਉਹਨਾਂ ਦੀ ਬਰਾਊਨ ਟਾਪ ਮਿਲਟ ਹੈ। ਜਿੱਥੇ ਉਹ ਪਏ ਹੋਣਗੇ ਪੰਛੀ ਉਹਨੂੰ ਪਹਿਲਾਂ ਉਹਨੂੰ ਚੁਗਣਗੇ। ਜੋ ਨਹੀਂ ਹੋਊਗਾ ਉਪਲਬਧ ਫਿਰ ਕਦੇ ਹੋਰ ਜਾਣਗੇ। ਜੇ ਤੁਸੀਂ ਉਹਨਾਂ ਦੇ ਸਾਹਮਣੇ ਉਹ ਰੱਖ ਦਿਓ ਅਤੇ ਬਾਕੀ ਹੋਰ ਅਨਾਜ ਰੱਖ ਦਿਓ ਤਾਂ ਉੱਧਰ ਨਹੀਂ ਜਾਣਗੇ, ਉਹ ਉੱਧਰ ਆਉਣਗੇ। ਸੋ ਜਿਹੜੇ ਪੰਛੀ ਜਾਨਵਰ ਹੁੰਦੇ ਆ, ਇਹਨਾਂ ਨੂੰ ਬਹੁਤ ਹੀ ਕੁਦਰਤ ਨੇ ਇੱਕ ਐਸੀ ਸ਼ਕਤੀ ਦਿੱਤੀ ਹੈ ਕਿ ਇਹ ਉਹਦੇ ਟੇਸਟ 'ਚੋਂ, ਸਮੈਲ 'ਚੋਂ ਸੁੰਘ ਕੇ ਉਹ ਪਛਾਣ ਲੈਂਦੇ ਵੀ ਕਿਹੜੀ ਚੀਜ਼ ਮੇਰੇ ਵਾਸਤੇ ਬੈਸਟ ਹੈ। ਸੋ ਇਸ ਕਰਕੇ ਇਹ ਗੱਲ ਜਿਹੜੀ ਕਹਿਣੀ ਕਿ ਮਿਲਟਸ ਕੋਈ ਨਵੇਂ ਅਨਾਜ ਨੇ, ਨਵੇਂ ਅਨਾਜ ਨਹੀਂ ਹੈ। ਉਹਨੂੰ ਕਹਿੰਦੇ ਆ ਡਾਕਟਰ ਖਾਦਰਵਲੀ ਦੀ ਕੰਟਰੀਬਿਊਸ਼ਨ ਕੀ ਹੋਈ ਕਿ ਉਹਨਾਂ ਨੇ ਇਹਨਾਂ ਅਨਾਜਾਂ 'ਤੇ ਰਿਸਰਚ ਕੀਤੀ। ਉਹਨੇ ਇਹ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਹੜੇ ਅਨਾਜ ਸਾਡੀ ਸਿਹਤ ਵਾਸਤੇ ਵਧੀਆ ਹੋ ਸਕਦੇ ਆ। ਤਾਂ ਬਾਅਦ 'ਚ ਉਹਨਾਂ ਨੂੰ ਹੈਰਾਨੀ ਹੋਈ ਕਿ ਤਾਂ ਸਾਡੇ ਉਹੀ ਅਨਾਜ ਨੇ ਜਿਹੜੇ ਪੁਰਾਤਨ ਸੀਗੇ। ਤਾਂ ਉਹਨਾਂ ਨੇ ਫਿਰ ਉਹਨੂੰ ਹੋਰ ਸਟੱਡੀ ਕੀਤਾ। ਤਾਂ ਸਟੱਡੀ ਕਰਕੇ ਫਿਰ ਉਹਨਾਂ ਨੇ ਹੁਣ ਵੱਡੇ ਪੱਧਰ 'ਤੇ ਜਿਹੜਾ ਪ੍ਰਚਾਰ ਸ਼ੁਰੂ ਕੀਤਾ। ਇਹ ਅਸੀਂ 10 ਸਾਲ ਸ਼ੁਰੂ ਕੀਤਾ ਸੀ ਪਹਿਲਾਂ। ਮੈਨੂੰ ਯਾਦ ਹੈ ਵੀ ਮਿਲਟ ਮੇਲਾ ਚੰਡੀਗੜ੍ਹ ਦੇ ਅੰਦਰ ਲਾਇਆ ਸੀਗਾ 2009 'ਚ। ਸੋ 10 ਸਾਲ ਤੋਂ ਉੱਪਰ ਹੋ ਗਏ ਇਸ ਗੱਲ ਨੂੰ। ਲੇਕਿਨ ਉਸ ਵੇਲੇ ਅਸੀਂ ਉਹਨੂੰ ਇੰਨਾ ਪਾਪੂਲਰਾਈਜ਼ ਨਹੀਂ ਸੀ ਕਰ ਸਕੇ ਕਿ ਲੋਕ ਜਿਹੜੇ ਨੇ ਉਹਨੂੰ ਕਰ ਜਾਣ। ਕਿ ਉਹਨੂੰ ਸਾਨੂੰ 10 ਸਾਲ ਲੱਗ ਗਏ ਉਹਨੂੰ ਇੱਕ ਇਸ ਸਟੇਜ 'ਤੇ ਲਿਆਉਣ 'ਚ ਜਿੱਥੇ ਕਿ ਅਸੀਂ ਜਿਹਨੂੰ ਕਹਿੰਦੇ ਆ ਜਹਾਜ਼ ਦਾ ਜਿਹੜਾ ਰਨਵੇ 'ਤੇ ਭੱਜਣ ਵਾਲਾ, ਹੌਲੀ ਹੌਲੀ ਤੁਰਨ ਵਾਲਾ ਅਤੇ ਫਿਰ ਭੱਜਣ ਵਾਲਾ ਹੁੰਦਾ, ਉਹ ਸਟੇਜ ਬੜੀ ਲੰਬੀ ਹੋ ਗਈ ਸਾਡੀ। ਲੇਕਿਨ ਹੁਣ ਉਹ ਜਿਹੜਾ ਜਹਾਜ਼ ਆ ਉਹ ਟੇਕ ਆਫ ਕਰ ਚੁੱਕਿਆ। ਅਤੇ ਮਿਲਟ ਜਿਹੜੇ ਪੂਰੀ ਦੁਨੀਆ ਦੇ ਅੰਦਰ ਇਸ ਵੇਲੇ ਉਹਨਾਂ ਦੀ ਸਰਦਾਰੀ ਜਿਹੜੀ ਆ ਉਹ ਲਗਾਤਾਰ ਜਿਹੜੀ ਵੱਧ ਰਹੀ ਹੈ ਖਾਣਿਆਂ ਦੇ ਅੰਦਰ। ਔਰ ਉਹਦੇ 'ਚ ਜਿਹੜੇ ਗੁਣ ਨੇ ਉਹਨਾਂ ਦੇ ਉਹ ਵਿਗਿਆਨ ਦੇ ਜਿਹੜੀਆਂ ਖੋਜਾਂ ਨੇ ਉਹਨੂੰ ਕਰ ਰਹੀਆਂ ਕੋਸ਼ਿਸ਼। ਅਤੇ ਜਿਹੜਾ ਵਰਤਾਰਾ ਹੈਗਾ ਕਣਕ ਅਤੇ ਚੌਲ ਦਾ ਇਹ ਘਟ ਰਿਹਾ। ਹੁਣ ਕਣਕ ਅਤੇ ਚੌਲ ਦੇ ਅੰਦਰ ਦਿੱਕਤ ਕੀ ਹੈ? ਸਭ ਤੋਂ ਵੱਡੀ ਜਿਹੜੀ ਉਹ ਦੇਖਣ ਵਾਲੀ ਗੱਲ ਹੈ ਕਿ ਕਣਕ ਜਿਹੜੀ ਹੈ, ਇੱਕ ਤਾਂ ਦੇਸੀ ਕਣਕ ਸੀ ਸਾਡੀ, ਉਹ ਫਿਰ ਵੀ ਵਧੀਆ ਸੀ। ਮੈਨੂੰ ਅੱਜ ਵੀ ਯਾਦ ਹੈ ਇਹ ਕਣਕ ਦੀ ਰੋਟੀ ਅਤੇ ਉਹ ਕਣਕ ਦੀ ਰੋਟੀ ਜ਼ਮੀਨ ਅਸਮਾਨ ਦਾ ਫਰਕ ਸੀਗਾ। ਪਹਿਲੀ ਗੱਲ ਤਾਂ ਉਸ ਵੇਲੇ ਵੀ ਮੈਨੂੰ ਬਿਲਕੁਲ ਐਨ ਸਪਸ਼ਟ ਰੂਪ 'ਚ ਯਾਦ ਹੈ ਕਿ ਇਕੱਲੀ ਕਣਕ ਖਾਣਾ ਜਿਹੜਾ ਸੀ ਉਹਨੂੰ ਮਾੜਾ ਗਿਣਿਆ ਜਾਂਦਾ ਸੀ। ਕਹਿੰਦੇ ਵਿਹਲੜ ਬੰਦਾ ਜਿਹੜਾ ਉਹ ਕਣਕ ਦੀ ਰੋਟੀ ਖਾਵੇ, ਚੌਲ ਖਾਵੇ। ਚੌਲਾਂ ਨੂੰ ਤਾਂ ਪੰਜਾਬੀ ਹੁਣ ਵੀ ਬਹੁਤ ਹੀ ਘਟੀਆ ਫੂਡ ਸਮਝਦੇ ਆ, ਹੁਣ ਵੀ। ਔਰ ਰਾਈਟਲੀ ਸੋ। ਚਿੱਟੇ ਚੌਲ ਜਿਹੜੇ ਨੇ ਇੱਦਾਂ ਖਾਣੇ ਜਿਹੜੇ ਨੇ ਮਿਹਨਤਕਸ਼ ਬੰਦਾ ਜਿਹੜਾ ਉਹ ਤਾਂ ਉਹਦੇ ਜਿੰਨੀ ਸ਼ੂਗਰ ਹੈ ਉਹ ਹਜਮ ਕਰ ਜਾਏਗਾ ਕਿਉਂਕਿ ਉਹਦੀ ਲੋੜ ਹੈ ਜ਼ਿਆਦਾ। ਲੇਕਿਨ ਜਿਹੜਾ ਬੰਦਾ ਨਹੀਂ ਬਹੁਤ ਜ਼ਿਆਦਾ ਮਿਹਨਤ ਵਾਲਾ ਕੰਮ ਕਰਨ ਵਾਲਾ, ਉਹ ਡੈਫੀਨੇਟਲੀ ਉਹਦਾ ਨੁਕਸਾਨ ਹੋਏਗਾ, ਉਹਨੂੰ ਮੋਟਾ ਹੋਏਗਾ ਹੀ ਹੋਏਗਾ। ਅਤੇ ਕਣਕ ਜਿਹੜੀ ਹੈ ਉਦੋਂ ਵੀ ਕਿਹਾ ਜਾਂਦਾ ਸੀ ਕਿ ਬੇਰੜਾ ਖਾਓ। ਪੰਜਾਬ ਦੇ ਵਿੱਚ ਅੱਡ ਕਲਚਰ 'ਚ ਅਲੱਗ-ਅਲੱਗ ਰਹੇ ਹੋਣਗੇ, ਲੇਕਿਨ ਪੰਜਾਬ ਦੇ ਵਿੱਚ ਜਿਹੜਾ ਜਿੱਥੇ ਮੈਂ ਪਲਿਆ ਉੱਥੇ ਬੇਰੜਾ ਕਹਿੰਦੇ ਸੀ ਅਸੀਂ ਉਹਨੂੰ ਜੌਂ, ਛੋਲੇ ਅਤੇ ਕਣਕ। ਉਹਦੇ 'ਚ ਲਗਭਗ 60% ਕਣਕ ਹੁੰਦੀ ਸੀ ਅਤੇ ਬਾਕੀ 40% ਜਿਹੜੇ ਸੀਗੇ ਉਹ ਜੌਂ ਅਤੇ ਛੋਲੇ ਸੀਗੇ। ਉੱਦਾਂ ਹੀ ਬੀਜ ਦਿੰਦੇ ਸੀ ਉਹਨੂੰ, ਉੱਦਾਂ ਹੀ ਕੱਟ ਲੈਂਦੇ ਸੀ, ਉੱਦਾਂ ਹੀ ਪਿਆ ਲੈਂਦੇ ਸੀ ਅਤੇ ਉੱਦਾਂ ਖਾ ਲੈਂਦੇ ਸੀ। ਉਹਨੂੰ ਬੇਰੜਾ ਕਹਿੰਦੇ ਸੀਗੇ। ਛਾਣਦੇ ਵੀ ਨਹੀਂ ਸੀ ਹੁੰਦੇ। ਬਾਅਦ 'ਚ ਹੌਲੀ ਹੌਲੀ ਜਦੋਂ ਕਮਰਸ਼ੀਅਲਾਈਜੇਸ਼ਨ ਹੋਈ, ਮੰਡੀ 'ਚ ਵਿਕਣ ਲੱਗੀ, ਉਹ ਬੇਰੜਾ ਵਿਕਦਾ ਨਹੀਂ ਸੀਗਾ। ਬੇਰੜੇ ਦੇ ਸ਼ਹਿਰੀ ਲੋਕ ਜਿਹੜੇ ਸੀਗੇ ਉਹ ਇਕੱਲੀ ਕਣਕ ਖਾਣਾ ਚਾਹੁੰਦੇ ਸੀਗੇ ਕਿਉਂਕਿ ਉਹਦੀ ਰੋਟੀ ਜਿਹੜੀ ਹੈ ਉਹ ਦੇਖਣ ਨੂੰ ਬਹੁਤ ਅੱਛੀ ਲੱਗਦੀ ਹੈ। ਔਰ ਉਦੋਂ ਜਿਹੜੀ ਕਣਕ ਦੀ ਰੋਟੀ ਮੈਨੂੰ ਅੱਜ ਵੀ ਯਾਦ ਹੈ, ਕਣਕ ਦੀ ਰੋਟੀ ਸਵੇਰ ਦੀ ਪੱਕੀ ਹੋਈ ਸ਼ਾਮ ਤੱਕ ਵੀ ਬੜੇ ਆਰਾਮ ਨਾਲ ਖਾਂਦੇ ਸੀ, ਕੋਈ ਦਿੱਕਤ ਨਹੀਂ ਸੀ ਆਉਂਦੀ। ਬੁੜੀਆਂ ਪਕਾ ਕੇ ਰੱਖ ਲੈਂਦੀਆਂ ਸੀ ਵੀ ਆ ਕੋਈ ਮੰਗਣੀ ਆ ਜਾਂਦਾ, ਗੁਆਂਢੀ ਆ ਜਾਂਦਾ, ਜਵਾਕ ਆ ਜਾਂਦੇ ਨੇ। ਹਾਂ, ਹੁਣ ਤਾਂ ਅਜੇ ਫਿਰ ਵੀ ਉਹ ਆ ਗਏ ਨਾ, ਇਹੋ ਜਿਹੇ ਆ ਗਏ ਬਾਕਸ ਜਿਹੜੇ ਕਿ ਹਵਾ ਨਹੀਂ ਲੰਘਦੀ ਇਹਨਾਂ 'ਚ। ਉਹ ਤਾਂ ਚਿੱਕੂ ਹੁੰਦੇ ਸੀ, ਪੌਣੇ ਮੋਟੇ ਪੌਣੇ 'ਚ ਲਪੇਟ ਕੇ ਚਿੱਕੂ 'ਚ ਪਾ ਕੇ ਤੋਂ ਢਕਿਆ ਹੁੰਦਾ ਸੀਗਾ। ਜਦੋਂ ਭੁੱਖ ਲੱਗਣੀ ਜਾ ਕੇ ਚਿੱਕੂ ਖੋਲ੍ਹਣਾ, ਪਕਾ ਕੇ ਰੋਟੀਆਂ ਰਿਜ਼ਰਵ ਰੱਖੀਆਂ ਹੁੰਦੀਆਂ ਸੀਗੀਆਂ ਮਾਵਾਂ ਨੇ। ਹਾਂ, ਅਤੇ ਉਹ ਜਿਹੜੇ ਰੋਟੀ ਕੱਢਣੀ ਜੋ ਘਰ 'ਚ ਪਿਆ ਹੋਣਾ ਸਬਜ਼ੀ, ਉੱਥੇ ਕਿਹੜਾ ਫਰਿੱਜ ਸੀਗੇ ਉਦੋਂ, ਕਿਹੜਾ ਉਹਦੇ ਦਾਲ ਸਬਜ਼ੀ ਤਿਆਰ ਪਈ ਹੁੰਦੀ ਸੀਗੀ। ਅਚਾਰ ਹੁੰਦਾ ਸੀ ਜਾਂ ਤਾਂ ਘਰ, ਅਚਾਰ ਨਾਲ ਖਾ ਲੈਂਦੇ ਸੀ। ਗੁੜ ਮਿਲ ਗਿਆ, ਗੁੜ ਨਾਲ ਖਾ ਲਿਆ।
ਜੇ ਕਿਤੇ ਅੰਬੀਆਂ ਦਾ ਮੌਸਮ ਹੈ, ਅੰਬੀ ਨਾਲ ਰੋਟੀ ਮੈਂ ਬਚਪਨ 'ਚ ਬਹੁਤ ਖਾਧੀਆਂ। ਇੱਕ ਪਾਸੇ ਅੰਬੀ ਦਾ ਚੂਸਾ ਮਾਰ ਰਹੇ ਹਾਂ ਅਤੇ ਦੂਜੇ ਪਾਸੇ ਰੋਟੀ ਦੀ ਬੁਰਕੀ ਮਾਰ ਰਹੇ ਹਾਂ। ਤਾਂ ਬੜੇ ਬੜੇ ਸਵਾਦ ਨਾਲ ਖਾਧੀ। ਦੁੱਧ ਨਾਲ ਖਾ ਲੈਂਦੇ ਸੀਗੇ। ਅਤੇ ਇਸ ਕਰਕੇ ਹਾਂ, ਤਾਂ ਉਹ ਜਿਹੜੀ ਲੇਕਿਨ ਹੁਣ ਕਣਕ ਕੀ ਆ, ਹੁਣ ਤਾਂ 10 ਮਿੰਟ ਬਾਅਦ ਰੋਟੀ ਖਾ ਕੇ ਦਿਖਾ ਦਿਓ ਕਣਕ ਦੀ, ਇਹਦੀ ਉਹ ਐਨ ਚੀੜੀ ਹੋ ਜਾਏਗੀ ਜਾਂ ਰਬੜ ਹੁੰਦੀ ਹੈ, ਤੁਹਾਨੂੰ ਚੱਬਣੀ ਮਤਲਬ ਜ਼ੋਰ ਲਾ ਕੇ ਚੱਬ ਚੱਕ ਕੇ ਲੰਘਾਉਣੀ ਪੈਂਦੀ ਹੈ, ਔਰ ਉਹ ਲੇਸ ਜੀ ਛੱਡੀ ਜਾਂਦੀ ਹੈ। ਇਹਦਾ ਮਤਲਬ ਹੈ ਕਿ ਜੋ ਕਣਕ ਜਿਹੜੀ ਹਾਈਬ੍ਰਿਡ ਕਣਕ ਆਈ, ਇਹ ਠਿਗਣੀ ਜੀ ਕਣਕ ਹੈ, ਇਹ ਕਿਤੇ ਨਾ ਕਿਤੇ ਧੋਖਾ ਹੋ ਗਿਆ ਕਿ ਉਹਨੂੰ ਹਾਈਬ੍ਰਿਡਾਈਜੇਸ਼ਨ ਤਾਂ ਕਰਤਾ ਸੀ, ਅਤੇ ਹਾਈਬ੍ਰਿਡਾਈਜੇਸ਼ਨ ਕਰਨ ਤੋਂ ਬਾਅਦ ਉਹਦਾ ਜਿਹੜਾ ਕਰੈਕਟਰ ਹੀ ਬਦਲ ਗਿਆ ਸਾਰਾ। ਅਤੇ ਸਾਇੰਟਿਸਟ ਕਹਿ ਰਹੇ ਕਿ ਉਹਦਾ ਜੀਨਸ ਵੀ ਬਦਲ ਗਏ ਆ, ਵਿਗਿਆਨਕ ਕਹਿ ਰਹੇ ਆ ਕਿ ਉਹਦੇ ਜੀਨ ਵੀ ਜਿਹੜੇ ਨੇ ਉਹ ਬਦਲ ਗਏ ਹੋਏ ਆ। ਉਹ ਜਿਹੜੀ ਹਾਈਬ੍ਰਿਡਾਈਜੇਸ਼ਨ ਕੀਤੀ ਤੁਸੀਂ, ਉਹਦੀ ਸ਼ਕਲ ਕਣਕ ਦੀ ਰਹਿ ਗਈ, ਲੇਕਿਨ ਉਹਦਾ ਸਾਰਾ ਕੁਛ ਨਾ, ਉਹਦਾ ਸਵਾਦ ਹੈ, ਰੋਟੀ ਸਵਾਦ ਵੀ ਨਹੀਂ ਲੱਗਦੀ ਹੁਣ। ਉਦੋਂ ਰੋਟੀ ਮਿੱਠੀ ਹੁੰਦੀ ਸੀ। ਮੈਨੂੰ ਅੱਜ ਵੀ ਯਾਦ ਹੈ ਜਦੋਂ ਰੋਟੀ ਸੁੱਕੀ ਬੁਰਕੀ ਅਸੀਂ ਇਕੱਲੀ ਰੋਟੀ ਦੀ ਚੱਬਦੇ ਹੁੰਦੇ ਸੀਗੇ, ਤਾਂ ਉਹ ਮਿੰਟ ਕੁ ਬਾਅਦ ਮਿੱਠੀ ਲੱਗਣ ਲੱਗ ਜਾਂਦੀ ਸੀ, ਕਿਉਂਕਿ ਉਹ ਮੂੰਹ ਦੇ ਵਿੱਚ ਹੀ ਉਹਦੀ ਜਿਹੜੀ ਆ ਉਹ ਸ਼ੁਰੂ ਹੋ ਜਾਂਦਾ ਸੀਗਾ, ਜਿਹੜਾ ਉਹਦਾ ਕਨਵਰਸ਼ਨ ਗਲੂਕੋਜ਼ 'ਚ, ਅਤੇ ਉਹ ਮਿੱਠੀ ਲੱਗਣ ਲੱਗ ਜਾਂਦੀ। ਹਾਂ, ਤਾਂ ਰੋਟੀ ਮਿੱਠੀ ਲੱਗਣ ਲੱਗ ਜਾਂਦੀ ਸੀ, ਅਤੇ ਕੋਈ ਦਿੱਕਤ ਨਹੀਂ ਸੀ, ਰੁੱਖੀ ਵੀ ਖਾ ਜਾਂਦੇ ਸੀ। ਉਹ ਟੋਕਣਾ, ਦੂਜੇ ਮਾਂ ਨੇ ਟੋਕਣਾ ਜਾਂ ਦਾਦੀ ਨੇ ਟੋਕਣਾ ਵੀ ਕਿਉਂ ਰੁੱਖੀ ਖਾਈ ਜਾਂਦਾ, ਕੁਛ ਆਹ ਲੈ ਲਿਆ ਨਾਲ। ਤਾਂ ਰੁੱਖੀ ਜਦੋਂ ਭੁੱਖ ਲੱਗੀ ਹੋਣੀ ਤਾਂ ਚੁੱਪ ਕਰਕੇ ਉਹਨੂੰ ਲਪੇਟਣਾ। ਕੋਈ ਹਾਂ, ਨਮਕ ਭੁੱਖ ਕੇ ਖਾ ਲੈਂਦੇ ਸੀ, ਨਮਕ ਭੁੱਖ ਲੈਂਦੇ ਸੀ, ਸ਼ੱਕਰ ਭੁੱਖ ਲੈਂਦੇ ਸੀ। ਹਾਂ, ਸੋ ਕੋਈ ਚਟਨੀ ਪਈ ਹੋਣੀ, ਚਟਨੀ ਖਾ ਲੈਣੀ, ਅਚਾਰ ਪਿਆ, ਅੰਬ ਦਾ ਅਚਾਰ ਹੁਣ ਘਰ 'ਚ ਥੋਕ 'ਚ ਪਿਆ ਹੁੰਦਾ ਸੀ, ਅੰਬ ਦਾ, ਨਿੰਬੂ ਦਾ ਅਚਾਰ। ਤਾਂ ਇਹ ਜਿਹੜਾ ਸਾਰਾ ਵਰਤਾਰਾ ਸੀਗਾ, ਕਿਤੇ ਨਾ ਕਿਤੇ ਲਾਈਫ ਬੜੀ ਸਿੰਪਲ ਸੀ, ਲੇਕਿਨ ਖਾਣਾ ਜਿਹੜਾ ਸੀਗਾ ਉਹ ਰਿਲੇਟਿਵਲੀ ਬੈਟਰ ਸੀਗਾ। ਅੱਜ ਜਿਹੜਾ ਅਸੀਂ ਕਰ ਲਿਆ ਹੈ, ਜਿਹੜਾ ਚੌਲ ਦੇ ਅੰਦਰ ਹੁੰਦਾ ਫਾਈਬਰ ਕੰਟੈਂਟ 0.2% ਆ ਸਿਰਫ। ਹੁਣ ਜਿਸ ਖਾਣੇ 'ਚ ਫਾਈਬਰ ਨਹੀਂ ਹੋਏਗਾ, ਉਹ ਖਾਣਾ ਜਿਹੜਾ ਹੈ ਉਹ ਕਦੀ ਵਧੀਆ ਹੋ ਨਹੀਂ ਸਕਦਾ। ਅਤੇ ਉਹਦੇ ਨਾਲ ਮਲਟੀਪਲ ਔਰਗਨ ਆ ਜਾਣਗੇ ਉਹਦੇ 'ਚ। ਉਹ ਔਰਗਨ ਕੀ ਆਉਣਗੇ? ਪਹਿਲਾ ਔਰਗਨ ਤਾਂ ਇਹ ਆ ਜਾਏਗਾ ਕਿ ਇੱਕਦਮ ਉਹ ਸ਼ੂਗਰ, ਜੇ ਫਰਕ ਚਿੱਟੇ ਚੌਲ ਨੇ, ਉਹ ਇੱਕਦਮ ਜੰਪ ਮਾਰੇਗੀ ਸ਼ੂਗਰ। ਕੋਈ ਸਟਾਰਚ ਹੈ ਇਕੱਲੀ, ਤੁਸੀਂ ਪਲੇਟ ਭਰ ਕੇ ਸਟਾਰਚ ਖਾ ਲਈ, ਹੁਣ ਜਾ ਕੇ ਤਾਂ ਸ਼ੂਗਰ 'ਤੇ ਹੜ ਲਿਆਏਗੀ ਨਾ ਉਹ ਕਿਤੇ ਨਾ ਕਿਤੇ। ਫਿਰ ਜਿਹੜੀ ਫਾਈਬਰ ਦਾ ਰੋਲ ਆਪਣਾ ਬਹੁਤ ਵਧੀਆ, ਕਿਉਂਕਿ ਫਾਈਬਰ ਇੱਕ ਜਿਹੜੀ ਗੱਲ ਜਿਹੜੀ ਹੁਣ ਸਿੱਧ ਹੋ ਗਈ, ਕਿਹੜਾ ਫਾਈਬਰ ਫੂਡ ਹੈ ਉਹ ਸਾਡੇ ਅੰਦਰਲੇ ਬੈਕਟੀਰੀਆ ਬੈਠੇ ਉਹਦਾ ਫੇਵਰੇਟ ਫੂਡ ਹੈ, ਕਿਉਂਕਿ ਉਹੀ ਪਹੁੰਚਦਾ ਉੱਥੋਂ ਤੱਕ, ਬਾਕੀ ਤਾਂ ਰਾਹ 'ਚ ਉਹ ਖੂਨ ਚਲਾ ਜਾਂਦਾ। ਫਾਈਬਰ ਇੱਕ ਇਹੋ ਜਿਹਾ ਫੂਡ ਹੈ ਜਿਹੜਾ ਕਿ ਜਿੱਥੇ ਉਹ ਜ਼ਿਆਦਾ ਘਰ ਹੈ ਉਹਨਾਂ ਦਾ, ਉੱਥੋਂ ਤੱਕ ਪਹੁੰਚਦਾ, ਅਤੇ ਉੱਥੇ ਤੱਕ ਜਦੋਂ ਪਹੁੰਚਦਾ ਤਾਂ ਫਿਰ ਉਹ ਫਾਈਬਰ ਨੂੰ ਉਹ ਡਾਈਜੈਸਟ ਬੈਕਟੀਰੀਆ ਕਰਦੇ ਆ। ਜਦੋਂ ਉਹ ਡਾਈਜੈਸਟ ਕਰਦੇ ਆ ਤਾਂ ਉਹਨਾਂ ਦੇ ਆਪਣਾ ਕੋਟਾ ਪੂਰਾ ਹੋ ਜਾਂਦਾ ਉਹਨਾਂ ਦਾ। ਫਿਰ ਬਾਕੀ ਅਸੀਂ ਉਹਦਾ ਹਿੱਸਾ ਲੈ ਲੈਂਦੇ ਹਾਂ। ਹਜਮ ਤਾਂ ਉਹ ਆਪਣੇ ਵਾਸਤੇ ਕਰ ਰਹੇ ਆ, ਫਾਈਬਰ ਉੱਥੇ ਪਹੁੰਚੀ, ਉਹਨਾਂ ਨੇ ਹਜਮ ਕੀਤੀ, ਉਹਨਾਂ 'ਚ ਗੁਣ ਹੈ ਕਿ ਫਾਈਬਰ ਨੂੰ ਹਜਮ ਕਰ ਸਕਦੇ ਆ। ਉਹ ਸਲੋ ਕਰਦੇ ਆ, ਜਿਵੇਂ ਉਹ ਹਜਮ ਕਰਨਗੇ ਬੈਕਟੀਰੀਆ, ਉਵੇਂ ਗਲੂਕੋਜ਼ ਜਿਹੜੀ ਹੈ ਖੂਨ 'ਚ ਜਾਏਗੀ ਸਲੋ। ਅਤੇ ਉਹਦੇ 'ਚ ਉਹ ਕਰਤਾ ਆਪਣੇ ਵਾਸਤੇ ਰਹੇ ਆ, ਲੇਕਿਨ ਉਹ ਸਾਡਾ ਵੀ ਵਿੱਚ ਦਾਲ ਲੱਗ ਗਿਆ, ਅਸੀਂ ਵੀ ਸਾਡੇ ਖੂਨ 'ਚ ਵੀ ਚਲੀ ਗਈ ਉਹ। ਅਤੇ ਇਸ ਕਰਕੇ ਫਾਈਬਰ ਫੂਡ, ਜਿੰਨੀ ਫਾਈਬਰ ਹਾਈ ਹੋਏਗੀ ਉਹਨਾਂ ਫੂਡ ਵਧੀਆ ਹੋਏਗਾ। ਅਤੇ ਮਿਲਟਸ ਫਾਈਬਰ ਕੰਟੈਂਟ ਕਿੰਨਾ ਹੈ? 10 ਤੋਂ ਲੈ ਕੇ 12%, ਡਬਲ ਡਿਜਿਟ ਹੈ ਸਾਰਾ ਹੀ। ਕਿਸੇ ਵੀ ਹੋਰ ਕਾਰਬੋਹਾਈਡਰੇਟ 'ਚ ਨਹੀਂ ਹੈ, ਕਿਸੇ ਵੀ ਹੋਰ ਅਨਾਜ 'ਚ ਨਹੀਂ ਹੈ। ਸਿਰਫ ਇਹ 5 ਮਿਲਟ ਨੇ ਉਹ ਨੇ ਜਿਹਨਾਂ ਦਾ ਡਬਲ ਡਿਜਿਟ ਜਿਹੜਾ ਹੈ ਉਹ ਫਾਈਬਰ ਹੈ। ਅਤੇ ਫਾਈਬਰ ਜਿਹੜਾ ਪ੍ਰੀਬਾਇਓਟਿਕ ਹੈ। ਪ੍ਰੀਬਾਇਓਟਿਕ ਦਾ ਮਤਲਬ ਸਾਡੇ ਬੈਕਟੀਰੀਆ ਦਾ ਫੇਵਰੇਟ ਫੂਡ ਹੈ, ਉਹ ਫੇਵਰੇਟ ਫੂਡ ਹੈ। ਅਤੇ ਬੈਕਟੀਰੀਆ ਅੱਜ ਪ੍ਰੂਵ ਹੋ ਗਿਆ ਕਿ ਤੁਹਾਡੀ ਸਿਹਤ ਲਈ ਬੈਕਟੀਰੀਆ ਦੀ ਸਿਹਤ ਅੱਛੀ ਹੋਣੀ ਬੇਹੱਦ ਜ਼ਰੂਰੀ ਹੈ। ਜੇ ਉਹਨਾਂ ਦੀ ਸਿਹਤ ਚੰਗੀ, ਤੁਹਾਡੀ ਸਿਹਤ ਚੰਗੀ ਹੈ, ਉਹਨਾਂ ਦੀ ਸਿਹਤ ਮਾੜੀ, ਤੁਹਾਡੀ ਸਿਹਤ ਮਾੜੀ ਹੈ, ਸਿੱਧਾ ਹੀ ਹੈ। ਕੋਈ ਉਹਦੇ 'ਚ ਕੋਈ ਵਿੱਚ ਵਿਚਾਲਾ ਹੈ ਹੀ ਨਹੀਂ ਗਾ। ਸੋ ਜੇ ਤੁਸੀਂ ਸਿਹਤਮੰਦ ਰਹਿਣਾ ਤਾਂ ਆਪਣੀ ਸਿਹਤ ਠੀਕ ਨਹੀਂ ਰੱਖਣੀ, ਇਕੱਲੀ ਉਹਨਾਂ ਦੀ ਸਿਹਤ ਦਾ ਖਿਆਲ ਰੱਖੋ ਪਹਿਲਾਂ। ਜੇ ਉਹਨਾਂ ਦੀ ਸਿਹਤ ਠੀਕ ਹੈ ਤਾਂ ਤੁਹਾਡੇ ਲਈ ਸਾਰੇ ਕੰਮ ਕਰ ਦੇਣਗੇ। ਤੁਹਾਡੇ ਦੇਵਤੇ ਆ, ਉਹ ਦੇਵਤੇ ਆ, ਉਹ ਤੁਹਾਡੇ ਲਈ ਚੁੱਪ ਚਪੀਤੇ ਕੰਮ ਕਰੀ ਜਾਣਾ ਉਹਨਾਂ ਨੇ। ਉਹ ਬ੍ਰਹਮਾ ਦਾ ਕੰਮ ਵੀ ਕਰਦੇ ਆ, ਵਿਸ਼ਨੂੰ ਦਾ ਵੀ ਕਰਦੇ ਆ, ਮਹੇਸ਼ ਦਾ ਵੀ ਕਰਦੇ ਆ, ਤਿੰਨੇ ਕੰਮ ਕਰਦੇ ਆ। ਫਿਰ ਜਿਹੜੀ ਫਾਈਬਰ ਫੂਡ ਜਿਹੜੀ ਹੈ, ਫਾਈਬਰ ਜਦੋਂ ਅਬਜ਼ਾਰਬ ਹੋ ਜਾਂਦੀ ਹੈ ਡਾਈਜੈਸਟੀਬਲ ਫਾਰਮ 'ਚ, ਤਾਂ ਫਾਈਬਰ ਅੰਦਰਲੀਆਂ ਨਾੜਾਂ ਨੂੰ ਕਲੀਨ ਕਰਦੀ ਹੈ। ਪਹਿਲਾਂ ਤਾਂ ਅੰਤੜੀਆਂ ਨੂੰ ਕਲੀਨ ਕਰਦੀ ਹੈ, ਅੰਤੜੀਆਂ 'ਚ ਬਰੱਸ਼ ਦਾ ਕੰਮ ਕਰਦੀ ਹੈ, ਉਹ ਸਫਾਈ ਵੀ ਨਾਲ ਕਰਦੀ ਰਹਿੰਦੀ ਹੈ, ਨਾਲੇ ਤਾਂ ਉਹਦਾ ਫੂਡ ਵੀ ਨਾਲੇ ਸਫਾਈ ਕਰੀ ਜਾਂਦੀ ਹੈ। ਇੱਦਾਂ ਹੀ ਜਦੋਂ ਉਹ ਫਾਈਬਰ ਜਿਹੜੀ ਡਾਈਜੈਸਟੀਬਲ ਪਾਰਟ ਆ, ਉਹਦਾ ਫਾਈਬਰ ਦੇ ਅੱਗੇ 2 ਪਾਰਟ ਹੋ ਜਾਂਦੇ ਆ। ਇੱਕ ਤਾਂ ਡਾਈਜੈਸਟੀਬਲ ਨਹੀਂ ਹੈ, ਯਾਨੀ ਕਿ ਉਹ ਹਜਮ ਨਹੀਂ ਹੁੰਦੀ, ਸਿਰਫ ਉਹਦੇ 'ਚੋਂ ਉਹਦਾ ਬੈਕਟੀਰੀਆ ਆਪਣਾ ਕੰਮ ਦੀ ਚੀਜ਼ ਕੱਢ ਲੈਂਦੇ, ਬਾਕੀ ਫੋਕਟ ਕੱਢ ਦਿੰਦੇ। ਉਹ ਫੋਕਟ ਕੀ ਕਰਦਾ? ਤੁਹਾਨੂੰ ਲੈਟਰਿਨ ਰੋਜ਼ ਆਵੇ ਰੈਗੂਲਰਲੀ, ਉਹਦਾ ਕੰਮ ਕਰਦਾ। ਅੱਜ ਕਿੰਨੇ ਲੋਕਾਂ ਨੂੰ ਕਬਜੀ ਹੈ, ਹੱਦ ਹੋਈ ਪਈ ਹੈ, ਜਣੇ ਖਣੇ ਨੂੰ ਕਬਜੀ ਹੈ। ਮਤਲਬ ਅੱਧੀ ਆਬਾਦੀ ਮੈਨੂੰ ਲੱਗਦਾ ਕਬਜੀ ਤੋਂ ਪੀੜਤ ਹੈ। ਕਿਉਂ? ਕਿਉਂਕਿ ਫਾਈਬਰ ਫੂਡ ਹੀ ਨਹੀਂ ਖਾ ਰਹੇ।
ਨਾੜੀਆਂ ਵਿੱਚ ਫੂਡ ਕਬਜ਼ਾ ਕਰ ਲੈਂਦਾ ਉਹਨੂੰ ਹਾਂ, ਤਾਂ ਉਹਦੇ ਅੰਦਰ ਕੀ ਹੁੰਦਾ, ਕੁਛ ਚਿਪਕ ਜਾਂਦਾ ਜਾ ਕੇ, ਜਿਹੜਾ ਫੂਡ ਲੇਸਦਾਰ, ਜਾਂ ਹੁਣ ਕਣਕ ਹੈ, ਕਣਕ ਦੇ ਫਾਈਬਰ ਕੰਟੈਂਟ ਹੈਗਾ 1.2% ਸਿਰਫ। ਹੁਣ ਉਹ ਫਾਈਬਰ ਕੰਟੈਂਟ ਵੀ ਘੱਟ ਹੈ ਉਹਦਾ, ਚਲੋ ਉਹ ਗੱਲ ਉਹਦੇ ਮਿਲਟ ਦੇ ਮੁਕਾਬਲੇ 'ਚ। ਦੂਜੇ ਔਗਣ ਕੀ ਨੇ ਉਹ 'ਚ? ਇੱਕ ਔਗਣ ਉਹ 'ਚ ਇਹ ਹੈ ਕਿ ਚਿਪਕੂ ਬਹੁਤ ਹੈ, ਲੇਸ ਆ ਉਹਦੇ 'ਚ ਬਹੁਤ ਜ਼ਿਆਦਾ। ਉਹ ਲੇਸ ਕੀ ਕਰਦੀ ਹੈ, ਥੋੜ੍ਹੀਆਂ ਤੜੀਆਂ ਦੇ ਅੰਦਰ ਜੰਮਣਾ ਸ਼ੁਰੂ ਕਰ ਦਿੰਦੀ ਹੈ। ਜੰਮਦੀ ਇਹ ਹਾਲਤ ਹੋ ਜਾਂਦੀ ਇੱਕ ਸਟੇਜ ਤੇ ਜਾ ਕੇ, ਤੁਹਾਡੇ ਜਿਵੇਂ ਅੰਦਰ ਸੀਮੈਂਟ ਚਿੱਪਿਆ ਹੁੰਦਾ ਨਾ, ਪਲਸਤਰ ਕੀਤਾ ਹੁੰਦਾ, ਐ ਪਲਸਤਰ ਹੋ ਜਾਂਦਾ। ਫਿਰ ਤੁਹਾਡਾ ਫੂਡ ਕੀ ਹਜਮ ਹੋਊਗਾ? ਫਿਰ ਤੁਸੀਂ ਖਾਈ ਤਾਂ ਜਾਓਗੇ, ਉਹ ਉੱਦਾਂ ਦੀ ਉੱਦਾਂ ਨਿਕਲ ਜਾਂਦਾ। ਫਿਰ ਉਹ ਪੇਟ ਖਰਾਬ ਰਹਿਣ ਲੱਗ ਜਾਂਦਾ, 4 ਵਾਰੀ 5 ਵਾਰੀ 6 ਵਾਰੀ ਅਣਪਚਿਆ ਜਿਹਾ ਭੋਜਨ, ਅਣਪਚੀ ਜੀ ਲੈਟਰਨ ਆਈ ਜਾਣੀ। ਉਹ ਵੀ ਬਹੁਤ ਲੋਕਾਂ ਨੂੰ ਹੈ, ਜਿਨ੍ਹਾਂ ਦੇ ਉਹ ਹੋ ਜਾਂਦੀ ਹੈ, ਸੀਮੈਂਟ ਦੀ ਲਹਿਰ ਬਣ ਗਈ, ਉਹਨਾਂ ਦੇ ਇਹ ਹੋ ਜਾਏਗਾ। ਅੱਛਾ, ਜਿੱਥੇ ਸੀਮੈਂਟ ਦੀ ਲੇਅਰ ਬਣ ਗਈ, ਉਹ ਤਾਂ ਬੈਕਟੀਰੀਆ ਦਾ ਘਰ ਸੀਗਾ, ਉੱਥੇ ਤਾਂ ਉਹਨਾਂ ਨੇ ਹਲ ਨਾ ਪਾਉਣਾ ਸੀਗਾ, ਉੱਥੇ ਰਹਿੰਦੇ ਆ ਉਹ, ਉੱਥੇ ਤੁਸੀਂ ਸੀਮੈਂਟ ਬਣਾਤਾ, ਤਾਂ ਉਹ ਕਿੱਥੇ ਜਾਣਗੇ? ਉਹਦੇ ਕਰੋੜਾਂ ਜੀਵਾਂ ਦੇ ਘਰ ਜਿਹੜੇ ਨੇ ਉਹ ਡਿਸਟਰੋਏ ਕਰਤੇ ਆਪਣਾ ਗਲਤ ਖਾਣਾ ਖਾ ਕੇ। ਸੋ ਇਸ ਕਰਕੇ ਉਹ ਜਿਹੜਾ ਇੱਦਾਂ ਦਾ ਖਾਣਾ, ਜਿਹੜਾ ਕਣਕ ਵਰਗਾ ਖਾਣਾ, ਬਿਲਕੁਲ ਨਹੀਂ ਖਾਣਾ ਚਾਹੀਦਾ। ਸੋ ਦੋ ਚੀਜ਼ਾਂ ਤੋਂ ਅਸੀਂ ਮਨਾ ਕਰ ਰਹੇ ਹਾਂ। मैं दर्शकों को बताना चाहूँगा, डॉक्टर अमर सिंह आज़ाद जो MBBS MD हैं, मैं आचार्य मनीष, हमारे साथ डॉक्टर अवधेश पांडे वो भी MBBS MD हैं, डॉक्टर विश्वरूप राय चौधरी, डॉक्टर खादर वली, और हमारे पास 250 डॉक्टर्स की टीम। हमारी पूरी टीम ने मिल के पूरे भारत से शुगर को, BP को, जो गोलियां खिलाकर कंट्रोल करने का जो साइंस चल रही है, जिसको मेडिकल माफिया बोलते हैं, जो ये बोलता है कि गोली खा के कंट्रोल होती है, हम बिना दवाइयाँ शुगर को भी, BP को भी रिवर्स करना सिखा रहे हैं। तो आप हिम्स हॉस्पिटल चंडीगढ़ में संपर्क करो। ये यहाँ पे ये हिम्स हॉस्पिटल एंड इंस्टीट्यूट ऑफ इंटीग्रेटेड मेडिकल साइंसेज, जो कि डेराबस्सी चंडीगढ़ में है। तो जब आप यहाँ पे आ रहे हैं तो क्या आपकी एक्सपेक्टेशन होनी चाहिए, वो एक्सपेक्टेशन हमारे थेरेपी से मैच हो रही कि नहीं, ये आपके लिए जानना ज़रूरी है बिफोर यू स्टार्ट थिंकिंग अबाउट कमिंग हेयर। यहाँ आने से पहले कुछ बातें आपके दिमाग में क्लियर होनी चाहिए। तो उनमें एक काम हमारा होता है कि ड्रग्स, दवाइयाँ, जो नशीली दवाइयाँ मिलती हैं, दी जाती हैं, जो एक वजह होती है पेशेंट की किडनी के ख़राब होने का, तो उन ड्रग्स को हम ड्रास्टिकली टेपर डाउन करते हैं, ड्रास्टिक टेपर डाउन। तो पहले तो मेंटल सेटअप ये करके आना है कि यहाँ आएंगे तो दवाइयाँ ड्रास्टिक टेपर डाउन हो सकती हैं। अगर आप उसके लिए तैयार हैं तो यहाँ पे आइए। इनका डायलिसिस पे है तो डायलिसिस की नेचुरल डायलिसिस पे आ जाएगा। हम तो बड़े सिंपली पेशेंट को ये समझाते हैं कि दुनिया में कोई भी बीमारी ज़ुबान पे लगाम नहीं है इसलिए आई है। अगर ज़ुबान पे लगाम खाने के लिए है तो डॉक्टर से वास्ता नहीं पड़ेगा। दूसरा, जो हमारे कैंसर के पेशेंट्स हैं, कैंसर के पेशेंट्स ये पहले ही जैसे डायग्नोसिस होता है उम्मीद छोड़ देते हैं कि अब तो टिकट कट गया, अब तो जाने की तैयारी हो गई, और साइकोलॉजिकली बहुत लो हो जाते हैं। तो छोटी छोटी चीज़ें भी उनके लिए बड़ा घातक हो जाती हैं। हम सबसे पहले उनको ये समझाते हैं कि ये जो कैंसर है ये आपका अपना सेल है जो इस स्थिति में आया है। क्या कोई स्थिति ऐसी है जिससे हम इसको रिवर्स कर पाएँ, और हम वही ये करते हैं। ये जितने भी आप पेशेंट देख रहे हैं ये सभी कैंसर के पेशेंट हैं। हिम्स हॉस्पिटल में हम लोग आयुर्वेद की अम्ब्रेला के नीचे हम लोग काम करते हैं, और यहाँ पे बिना किसी दवाई के, बिना किसी सर्जरी के बीमारियों का इलाज करते हैं। लीवर रोग, किडनी रोग, हार्ट, सोराइसिस, कैंसर, ल्यूकोडर्मा, BP, शुगर, थायराइड, मोटापा, घुटनों का दर्द, या आप भी हैं इन जैसी किसी भी लाइलाज बीमारी से परेशान, तो अब आपको चिंता करने की कोई आवश्यकता नहीं है, क्योंकि हम लेकर आए हैं हिम्स के नाम से दिल्ली व चंडीगढ़ के अंदर 2 बड़े हॉस्पिटल हैं, जहां पर आपके खाने पीने रहने की सुविधा के साथ साथ एक ही छत के नीचे आयुर्वेद, पंचकर्मा, नेचुरोपैथी, होम्योपैथी, एलोपैथी व आहारीय चिकित्सा के माध्यम से आपकी बीमारी का सही समय पर सही समाधान किया जाता है। अगर आप भी चाहते हैं अपनी बीमारी का सही समाधान सही समय पर पाना, तो आप हमारे हिम्स हॉस्पिटल में आकर भी अपनी बीमारी का इलाज करवा सकते हैं। चिट्टे चौल ना खाओ, चौल खाने तो ब्राउन खाओ थोड़े बहुते। और चौल भी कुलवंत जी देखो, चौलों का साडा कल्चर देखो किड्डा कमाल दा सीगा। राजस्थान की जिहड़ी खिचड़ी है, खिचड़ कहंदे सी उहनूं, ਉਹ ਕੀ ਸੀਗਾ? ਚੌਲ, ਮੋਠ ਤੇ ਬਾਜਰਾ।
ਉਹਦੇ ਅੰਦਰ ਦੇਸੀ ਘਿਓ ਥੋਕ ਚ ਪਾ ਕੇ, ਚੌਲਾਂ ਵਰਗੇ ਦਾ ਬਾਜਰਾ ਮੋਟਾ ਹੁੰਦਾ। ਨਹੀਂ ਮਿਲਟਸ ਵਰਗਾ, ਚੌਲਾਂ ਵਰਗਾ ਨਹੀਂ, ਮਿਲਟਸ ਵਰਗਾ। ਮਿਲਟ ਦੇ ਗੁਣ ਨੇ ਉਹਦੇ 4-5-6% ਥੋੜਾ ਮੋਟਾ ਹੁੰਦਾ। 5-6% ਉਹ 'ਚ ਫਾਈਬਰ ਹੈਗੀ ਹੈ, ਉਹ ਮਿਲਟ ਹੈ। ਉਹਦੇ 'ਚ ਆਪਾਂ ਜਿਹੜੀ ਅੱਗੇ ਕਰਦੇ ਹਾਂ ਗੱਲ ਉਹਦੀ। ਤਾਂ ਇਹ ਜਿਹੜਾ ਸੀਗਾ ਸਾਡੇ ਪਲੇਨ ਚੌਲ ਖਾਣ ਦਾ ਕਿੱਥੇ ਰਿਵਾਜ ਸੀ? ਮੈਂ ਤੇ ਉਹਦਾ ਰਾਜਸਥਾਨ ਨਾਲ ਤਾਂ ਖਿਚੜ ਖਾਂਦੇ ਸੀਗੇ। ਖਿਚੜ ਦੇ ਅੰਦਰ ਕੀ ਸੀਗਾ? ਚੌਲ ਸੀਗੇ ਤੇ ਬਾਜਰਾ ਸੀਗਾ ਤੇ ਮੋਠ ਸੀਗੇ, ਤਿੰਨੇ ਮਿਲਾ ਕੇ ਖਿਚੜ ਬਣਦਾ ਸੀਗਾ। ਉਹਦੇ ਘਿਓ ਸੀਗਾ। ਤੁਸੀਂ ਦੇਖੋ ਕਿਆ ਉਹਦੇ ਕਮਾਲ ਦਾ ਕੰਬੀਨੇਸ਼ਨ ਹੈ। ਉਹ ਖਿਚੜ ਰਾਜਸਥਾਨ ਦਾ ਸਭ ਤੋਂ ਫੇਵਰੇਟ ਫੂਡ ਹੈ। ਉਹਨਾਂ ਨੇ ਖਿਚੜੀ ਖਾਣੀ ਇੱਕ ਦਿਨ, ਇੱਕ ਡੰਗ ਤਾਂ ਦਿਨ 'ਚ। ਔਰ ਤੁਸੀਂ ਰਾਜਸਥਾਨ ਦੇਖੋ, ਰਾਜਸਥਾਨ ਅੱਜ ਵੀ ਬਿਮਾਰੀਆਂ ਘੱਟ ਨੇ। ਉਰਲੀ ਬੈਲਟ ਨੂੰ ਛੱਡ ਦਿਓ ਜਿਹੜੀ ਪੰਜਾਬ ਦੇ ਨਾਲ ਲੱਗਦੀ ਹੈ, ਇੱਥੇ ਤਾਂ ਉਹੋ ਜਿਹਾ ਕੁਛ ਹੀ ਹੋ ਗਿਆ ਜੋ ਅਸੀਂ ਕੀਤਾ। ਲੇਕਿਨ ਰਾਜਸਥਾਨ ਜਿਹੜਾ ਉੱਪਰਲਾ ਹਿੱਸਾ ਹੈ, ਜਿੱਥੇ ਬਾਜਰਾ ਖਾਇਆ ਜਾਂਦਾ ਅੱਜ ਵੀ, ਤਾਂ ਉੱਥੇ ਬਿਮਾਰੀਆਂ ਨਹੀਂ ਹੈਗੀਆਂ ਹੁੰਦੀਆਂ। ਅੱਜ ਵੀ ਰਾਜਸਥਾਨ ਦੇ ਲੋਕ ਫਿਟ ਫੋਰ ਨੇ, ਉਹਨੇ ਤਕੜੇ ਵੀ ਨੇ, ਫਿਟ ਫੋਰ ਨੇ। ਤਾਂ ਇਹ ਜਿਹੜਾ ਵਰਤਾਰਾ ਕਿਤੇ ਨਾ ਕਿਤੇ ਸਾਨੂੰ ਸਮਝਣ ਦੀ ਲੋੜ ਹੈ ਕਿ ਗਲਤ ਫੂਡ ਜਿਹੜਾ ਮੁੱਖ ਭੋਜਨ ਜਿਹੜਾ ਕਣਕ ਤੇ ਚੌਲ, ਦੋ ਬਿਮਾਰ ਕਰਨ ਵਾਲੇ ਅਨਾਜ ਨੇ। ਕਣਕ ਤੇ ਚੌਲ, ਕਣਕ ਛੱਡ ਦੇਣੀ ਚਾਹੀਦੀ ਖਾਣੀ, ਕਿਉਂਕਿ ਇਹਦੇ ਵਿੱਚ ਮਲਟੀਪਲ ਔਰਗਨ ਨੇ। ਤੀਜਾ ਔਰਗਨ ਕਣਕ 'ਚ ਹੈਗਾ ਕਿ ਐਲਰਜੀ ਬਹੁਤ ਹੋਣ ਲੱਗੀ ਲੋਕਾਂ ਨੂੰ। ਐਲਰਜੀ ਦੀ ਆਪਾਂ ਗੱਲ ਕਰ ਚੁੱਕੇ ਹਾਂ ਅੱਗੇ ਵੀ ਕਈ ਵਾਰੀ, ਕਿ ਉਹ ਪ੍ਰੋਟੀਨ ਜਿਹੜੇ ਕਿ ਧੱਕੇ ਨਾਲ ਬਣਾਏ ਗਏ ਹੈ ਖੇਤੀ ਦੇ ਵਿੱਚ, ਉਹ ਪ੍ਰੋਟੀਨ ਐਲਰਜੀ ਕਰਨਗੇ। ਇਸ ਕਣਕ ਦੇ ਅੰਦਰ ਧੱਕੇ ਨਾਲ ਕੁਛ ਤਬਦੀਲੀਆਂ ਕੀਤੀਆਂ ਗਈਆਂ ਨੇ ਹਾਈਬ੍ਰਿਡ ਹਾਈ ਯੀਲਡ ਦੇ ਨਾਂ 'ਤੇ। ਜਿਹੜੀਆਂ ਡਵਾਰਫ ਵੈਰਾਈਟੀਜ਼ ਨੇ, ਜਿਹੜੀਆਂ ਠਿਗਣੀਆਂ ਵੈਰਾਈਟੀਜ਼ ਆਈਆਂ, ਇਹ ਹਾਈਬ੍ਰਿਡਾਈਜੇਸ਼ਨ ਕੀਤੀ ਉਹਨਾਂ ਨੇ, ਉਹਦੇ ਅੰਦਰ ਪ੍ਰੋਟੀਨ ਦੀ ਨੇਚਰ ਹੀ ਬਦਲ ਗਈ। ਜਿਹੜੀ ਫਸਲ ਦੀ ਝਾੜ ਵਧਾਉਣ ਲਈ ਪੁਰਾਣੀ ਕਣਕ ਦਾ ਝਾੜ ਜਿਹੜਾ ਸੀਗਾ ਉਹ ਘੱਟ ਸੀ ਇਹਦੇ ਮੁਕਾਬਲੇ 'ਚ ਨਾ। ਤਾਂ ਉਹ ਕਿਤੇ ਨਾ ਕਿਤੇ ਉਹ ਵਰਤਾਰਾ ਵਾਪਰਿਆ ਸਾਡੇ ਨਾਲ ਕਿ ਉਹ ਪ੍ਰੋਟੀਨ ਬਦਲਤੇ ਤੁਸੀਂ ਹਾਈਬ੍ਰਿਡ ਕਰਕੇ ਉਹਦੀ ਇੱਧਰਲੀ ਨਸਲ ਉੱਧਰ ਮਿਲਾ, ਉੱਧਰਲੀ ਨਸਲ ਉੱਧਰ ਮਿਲਾ, ਨਕਲੀ ਕਰ ਕੇ ਉਹਦੇ ਅੰਦਰ ਤਬਦੀਲੀ ਕਰਕੇ ਝਾੜ ਵਧਾਤਾ ਤੇ ਪ੍ਰੋਟੀਨ ਪ੍ਰੋਟੀਨ ਬਦਲ ਗਏ ਤਾਂ ਐਲਰਜੀਆਂ ਵੱਧ ਗਈਆਂ, ਆਟੋਇਮਿਊਨ ਡਿਸਆਰਡਰ ਵੱਧ ਗਏ। ਹਨੇਰੀ ਆ ਗਈ ਆਟੋਇਮਿਊਨ ਡਿਸਆਰਡਰ ਦੀ। ਅੱਜ ਐਲਰਜੀਆਂ ਦੀ ਹਨੇਰੀ, ਗਲੂਟਨ ਐਲਰਜੀ, ਜਣਾ ਖਾਣਾ ਕਹਿੰਦਾ ਮੈਨੂੰ ਵੀਟ ਐਲਰਜੀ ਹੈ। ਤੇ ਇਸ ਕਰਕੇ ਕਣਕ ਖਾਣੀ ਤਾਂ ਆਪਾਂ ਨੂੰ ਬੰਦ ਕਰਨੀ ਚਾਹੀਦੀ ਹੈ। ਜੇ ਬੰਦ ਨਹੀਂ ਹੋ ਸਕਦੀ ਤਾਂ ਬੇਹੱਦ ਘਟਾਉਣੀ ਚਾਹੀਦੀ ਹੈ। ਸਿਮਿਲਰਲੀ ਚਿੱਟੇ ਚੌਲ ਜਿਹੜੇ ਨੇ ਉਹ ਵੀ ਘੱਟ ਖਾਣੇ ਚਾਹੀਦੇ ਆ। ਜੇ ਖਾਣੇ ਆ ਤਾਂ ਉਹਨੂੰ ਫਿਰ ਖਿਚੜੀ ਦੀ ਸ਼ਕਲ 'ਚ ਖਾਓ, ਮਿਕਸ ਕਰਕੇ, ਜਿਵੇਂ ਰਾਜਸਥਾਨ ਦੀ ਖਿਚੜੀ ਹੈ। ਬਾਜਰਾ ਜਾਂ ਹੁਣ ਇੱਥੇ ਬਣਾਉਣ ਲੱਗੇ ਲੋਕ ਖਿਚੜੀ, ਬਾਬਾ ਰਾਮਦੇਵ ਦੀ ਸ਼ੂਗਰ ਵਾਲੀ ਖਿਚੜੀ ਆਉਂਦੀ ਹੈ ਮਾਰਕੀਟ 'ਚ, ਉਹ ਵੀ ਇੱਦਾਂ ਹੀ ਆ। ਉਹਨੇ ਖਿਚੜੀ ਬਣਾਤੀ ਬਾਬੇ ਨੇ ਸ਼ੂਗਰ ਵਾਲਿਆਂ ਵਾਸਤੇ, ਉਹ ਵੀ ਇਹੀ ਆ। ਉਹਦੇ ਅੰਦਰ ਬਾਕੀ ਅਨਾਜ ਪਾਤੇ। ਨੰਬਰ 2 ਤੇ ਇਹ ਤਾਂ ਹੋ ਗਏ ਨੈਗੇਟਿਵ। ਇਹਨਾਂ ਨੂੰ ਜਿਹੜੀ ਡਾਕਟਰ ਖਾਦਰਵਾਲੀ ਨੇ ਕਹਿਤਾ ਨੈਗੇਟਿਵ ਅਨਾਜ, ਨੈਗੇਟਿਵ ਗ੍ਰੇਨਸ, ਜਿਹੜੇ ਗ੍ਰੇਨ ਬਿਮਾਰ ਕਰਦੇ ਆ, ਕਣਕ ਔਰ ਚਿੱਟੇ ਚੌਲ। ਦੂਜੇ ਅਨਾਜ ਉਹ ਹੋ ਗਏ ਨਿਊਟਰਲ ਗ੍ਰੇਨਸ ਉਹ ਕਿ ਜਿਹੜੇ ਕਿ ਸਿਹਤਮੰਦ ਬੰਦਾ ਖਾਵੇ ਤਾਂ ਕੋਈ ਗੱਲ ਨਹੀਂ, ਸਿਹਤਮੰਦ ਰਹੇਗਾ। ਲੇਕਿਨ ਬਿਮਾਰ ਵਿਅਕਤੀ ਖਾਵੇ ਤਾਂ ਉਹ ਸਿਹਤਮੰਦ ਨੂੰ ਵਾਪਸ ਸਿਹਤਮੰਦ ਬਣਾਉਣਾ, ਉਹਦੇ ਵਾਸਤੇ ਉਹ ਨਿਊਟਰਲ ਅਨਾਜ ਵੀ ਕਾਫੀ ਨਹੀਂ ਹੈਗੇ। ਉਹਦੇ ਅੰਦਰ ਉਹਨੂੰ ਪੋਜ਼ੀਟਿਵ ਅਨਾਜ ਖਾਣੇ ਪੈਣਗੇ, ਪੋਜ਼ੀਟਿਵ ਗ੍ਰੇਨਸ। ਉਹ ਪੋਜ਼ੀਟਿਵ ਗ੍ਰੇਨ ਉਹ ਪੰਜ ਅਨਾਜ ਨੇ ਜਿਹੜੇ ਡਾਕਟਰ ਖਾਦਰਵਾਲੀ ਜੀ ਨੂੰ ਸਿਰੀਧਾਨੀਆਂ ਕਹਿੰਦੇ ਆ। ਹੋਰਾਂ 'ਤੇ ਵੀ ਖੋਜ ਚੱਲ ਰਹੀ ਹੈ। ਹੋ ਸਕਦਾ ਕੱਲ੍ਹ ਨੂੰ ਅਸੀਂ ਇਹਨਾਂ 5 ਦੀ ਲਿਸਟ ਵਧਾ ਕੇ 7 ਜਾਂ 8 ਕਰ ਦਈਏ, ਲੇਕਿਨ ਉਹ ਅਜੇ ਉਹ ਫਾਈਨਲੀ ਡਿਸਾਈਡ ਨਹੀਂ ਹੋਇਆ ਕੀਤਾ ਉਹਨਾਂ ਨੇ। ਹੋ ਸਕਦਾ 2-3 ਅਨਾਜ ਹੋਰ ਆ ਜਾਣ ਜਿਹੜੇ ਕਿ ਅਸੀਂ ਥੋੜ੍ਹੇ ਇਹਦੇ ਨਾਲ ਝਾੜ ਜ਼ਿਆਦਾ ਹੋਵੇ ਜਿਨ੍ਹਾਂ ਦਾ, ਜਾਂ ਜਿਹੜੇ ਸੌਖੇ ਉਗਾਏ ਜਾ ਸਕਦੇ ਹੋਣ, ਜਾਂ ਜਿਨ੍ਹਾਂ 'ਚ ਉਹ ਗੁਣ ਹੋਣ ਜਿਹੜੇ ਸਾਨੂੰ ਇੱਧਰ ਖਿੱਚਦੇ ਆ ਕਣਕ ਵੱਲ ਤੇ ਚੌਲਾਂ ਵੱਲ। ਕਿਹੜੇ ਅਨਾਜ ਹੋ ਸਕਦੇ ਹੋ? ਉਹ ਪ੍ਰੋਜ਼ੋ ਮਿਲਟ ਆ ਗਿਆ ਹੈ, ਕਿਨੂਆ ਤਾਂ ਕੱਚਾ ਕਿਨੂਆ ਦੀ ਪੋਪੂਲੈਰਿਟੀ ਬਹੁਤ ਹੋਈ ਹੈ ਵੈਸਟਰਨ ਕੰਟਰੀ 'ਚ। ਕਿਨੂਆ ਮਿਲਟ ਨਹੀਂ ਹੈ ਟੈਕਨੀਕਲੀ, ਪ੍ਰੋਜ਼ੋ ਤਾਂ ਮਿਲਟ ਹੈ, ਲੇਕਿਨ ਕਿਨੂਆ ਜਿਹੜਾ ਹੈ ਉਹ ਬੇਸਿਕਲੀ ਮਿਲਟ ਨਹੀਂ ਹੈ। ਰਾਗੀ ਵੀ ਮਿਲਟ, ਰਾਗੀ ਹੈ ਇਹਦੇ 'ਚ, ਰਾਗੀ ਵੀ ਮਿਲਟ ਹੈ। ਰਾਗੀ ਦਾ ਗੁਣ ਹੈ ਕਿ ਰਾਗੀ 'ਚ ਆਇਰਨ ਬਹੁਤ ਹਾਈ ਹੈ ਔਰ ਕੈਲਸ਼ੀਅਮ ਬਹੁਤ ਹਾਈ ਹੈ। ਸੋ ਰਾਗੀ ਦੇ ਵਿੱਚ 2 ਗੁਣ ਨੇ ਜਿਹੜੇ ਆਇਰਨ ਦੇ ਤੇ ਕੈਲਸ਼ੀਅਮ ਦੇ, ਔਰ ਬਰਾਊਨ ਕਲਰ ਦੀ, ਉਹ ਬਹੁਤ ਡਾਰਕ ਬਰਾਊਨ ਕਲਰ ਦੀ ਹੈ।
ਇਸ ਕਰਕੇ ਉਹਦੇ ਅੰਦਰ 2 ਗੁਣ ਨੇ ਜਿਹੜੇ ਉਹ ਖਿੱਚਦੇ ਆ ਮਰੀਜ਼ ਨੂੰ, ਜਿਹੜੇ ਕਮਜ਼ੋਰ ਹੁੰਦੇ ਆ। ਰਾਗੀ ਦੀ ਰੋਟੀ ਬੜੀ ਪਪੂਲਰ ਹੋ ਗਈ ਆ, ਔਰ ਅੱਜ ਹਰ ਸ਼ਹਿਰ 'ਚ ਰਾਗੀ ਦਾ ਆਟਾ ਮਿਲਣ ਲੱਗ ਗਿਆ। ਜਿਹੜਾ ਕਿਨੂਆ ਹੈ ਇਹ ਕਲਾਸੀਕਲ ਮਿਲਟ ਨਹੀਂ ਹੈ, ਇਹ ਬੇਸਿਕਲੀ ਬਾਥੂ ਹੈ। ਬਾਥੂ ਦੇ ਬੀਜ ਨੇ। ਇੱਕ ਚੁਲਾਈ ਦੇ ਬੀਜ ਵੀ ਜਿਹੜੇ ਨੇ ਉਹ ਵੀ ਅਨਾਜ ਚੁਲਾਈ ਵੀ ਬਾਥੂ ਵਰਗੀ ਹੋਈ ਹੈ। ਚੁਲਾਈ ਜਿਹੜੀ ਹੈ ਉਹ ਇੱਕ ਪੌਦਾ ਹੈ ਜਿਹਦੇ ਬੀਜ ਜਿਹੜੇ ਨੇ ਉਹ ਪੋਜ਼ਿਟਿਵ ਨਿਊਟਰਲ ਮਿਲਟ ਚਾਹੁੰਦੇ ਆ, ਨਿਊਟਰਲ ਗ੍ਰੇਨ ਚਾਹੁੰਦੇ ਆ। ਉਹ ਵਧੀਆ ਬਣਦੇ ਆ, ਵਧੀਆ ਇੱਦਾਂ ਬਣਦੇ ਮਿਲਟਸ ਵਾਂਗੂ ਵਧੀਆ ਬਣਦੇ। ਆਟਾ ਵੀ ਵਧੀਆ ਬਣਦਾ ਹੁੰਦਾ, ਉਹ ਸੌਫਟ ਨੇ। ਕੁਛ ਮਿਲਟਸ ਨਾਲੋਂ ਜਿਵੇਂ ਕੋਧਰੇ ਨਾਲੋਂ ਸੌਫਟ ਨੇ। ਉਹ ਪਾਵਰਫੁਲ ਮੰਨੀ ਜਾਂਦੇ ਚਲਾਈ ਤਾਂ ਜਿਹੜੀ ਇਹਦਾ ਆਟੋਮਿਊਨ ਡਿਸਆਰਡਰ ਦੇ ਵਿੱਚ ਬੜਾ ਕੰਮ ਕਰਦੀ ਹੈ। ਉਹ ਆਟੋਮਿਊਨ ਡਿਸਆਰਡਰ ਦਾ ਤਾਂ ਇੱਕੋ ਹੀ ਫੰਡਾ ਹੈ ਨਾ। ਉਹ ਸਾਰੇ ਉਹ ਇਸ ਕਰਕੇ ਪਪੂਲਰ ਪਹਿਲਾਂ ਹੋ ਗਏ ਕਿ ਡਾਕਟਰ ਖਾਦਰਵਾਲੀ ਵਾਲੀ ਰਿਸਰਚ ਜਿਹੜੀ ਆ ਉਹ ਥੋੜੀ ਲੇਟ ਆਈ, ਤੇ ਉਹ ਪਹਿਲਾਂ ਹੀ ਸੀਗੇ। ਕਿਨੂਆ ਪਹਿਲਾਂ ਹੀ ਪਪੂਲਰ ਹੋ ਗਿਆ ਸੀਗਾ, ਵੈਸਟਰਨ ਕੰਟਰੀ ਸਾਇੰਟਿਸਟਾਂ ਨੇ ਪਪੂਲਰ ਕਰਤਾ। ਚੁਲਾਈ ਪਪੂਲਰ ਕਰਤੀ ਅਮਰੈਂਥਸ ਕਹਿ ਕੇ। ਇਹ ਆਲਰੇਡੀ ਇਸ ਕਰਕੇ ਚੱਲ ਚੁੱਕੇ ਸੀ ਕਿ ਉਦੋਂ ਡਾਕਟਰ ਖਾਦਰਵਾਲੀ ਦੇ 5 ਮਿੰਟ ਆਏ ਨਹੀਂ ਸੀ ਅਜੇ। ਹੁਣ ਜਿਹੜੇ ਡਾਕਟਰ ਖਾਦਰਵਾਲੀ ਦੇ 5 ਮਿੰਟ ਅਸੀਂ ਉੱਪਰ ਰੱਖਦੇ ਹਾਂ ਕਿਉਂਕਿ ਫਾਈਬਰ ਕੰਟੈਂਟ ਬਹੁਤ ਜ਼ਿਆਦਾ। ਸੋ ਅੱਗੇ ਅਸੀਂ ਰੱਖਦੇ ਹਾਂ ਜਿਹੜੀ ਨਿਊਟਰਲ ਮਿਲਟ ਨੇ ਉਹ 7-8 ਜਿਹੜੇ ਹੈਗੇ ਨੇ, ਉਹ ਅਸੀਂ ਜਿਹੜੇ ਕਰਦੇ ਹਾਂ। ਉਹਦੇ 'ਚ ਤੁਹਾਡਾ ਹੋ ਗਿਆ ਬਾਜਰਾ, ਉਹ 'ਚ ਹੋ ਗਈ ਤੁਹਾਡੀ ਜੌਂ, ਜਵਾਰ, ਮੱਕੀ, ਤੁਹਾਡਾ ਕਿਨੂਆ, ਪ੍ਰੋਜ਼ੋ, ਰਾਗੀ, ਅਮਰੈਂਥਸ, ਚੁਲਾਈ, ਇਹ ਜਿਹੜੇ ਸਾਰੇ ਕਿਤੇ ਨਾ ਕਿਤੇ ਜਿਹੜੇ ਨੇ 7-8 ਬਣਦੇ ਆ। ਇਹ ਵੀ ਹੈਲਦੀ ਗ੍ਰੇਨਸ ਨੇ, ਪਰ ਜਿਹੜਾ ਬੰਦਾ ਬਿਮਾਰ ਹੈ ਉਹਨੂੰ ਠੀਕ ਕਰਨ ਵਾਸਤੇ ਉਹ 5 ਗ੍ਰੇਨਸ ਦੀ ਲੋੜ ਪੈਂਦੀ ਹੈ। ਜਿਹੜੇ ਉਹ ਬੇਨਤੀ ਇਹ ਕਰਨੀ ਸਾਰਿਆਂ ਨੂੰ ਕਿ ਜਿਹੜੇ ਉਹ 5 ਗ੍ਰੇਨਸ ਖਾਣ 'ਚ ਕੋਈ ਦਿੱਕਤ ਆ ਰਹੀ ਹੈ ਤਾਂ ਬਦਲਵੇਂ ਅਨਾਜ ਆਪਾਂ ਖਾਣੇ ਚਾਹੁੰਦੇ ਤਾਂ ਇਹ ਨਿਊਟਰਲ ਵਾਲੇ ਮਿਲਟ ਖਾਓ, ਨਿਊਟਰਲ ਵਾਲੇ ਗ੍ਰੇਨਸ ਖਾਓ। ਜਾਣੀ ਕਿ ਕਣਕ ਤੇ ਚਿੱਟੇ ਚੌਲਾਂ ਨੂੰ ਛੱਡ ਕੇ ਜੋ ਖਾਣਾ, ਕਣਕ ਤੇ ਚਿੱਟੇ ਚੌਲਾਂ ਤੋਂ ਪਰਹੇਜ਼ ਕਰੀਏ, ਜਾਂ ਤਾਂ ਬਿਲਕੁਲ ਮਾਈਨਸ ਕਰ ਦਈਏ ਆਪਣੀ ਡਾਈਟ 'ਚੋਂ। ਜੇ ਬਿਲਕੁਲ ਮਾਈਨਸ ਕਰਨ ਦੀ ਦਿੱਕਤ ਹੈ ਤਾਂ ਫਿਰ ਉਹਨੂੰ ਅਸੀਂ ਮੋਡੀਫਾਈ ਕਰਕੇ ਖਾਈਏ। ਜਿਵੇਂ ਕਣਕ ਹੈ ਉਹਨੂੰ ਅਸੀਂ ਮੋਡੀਫਾਈ ਕਰਨ ਲਈ ਕਹਿੰਦੇ ਹਾਂ ਕਿ ਉਹਦੇ 'ਚ ਜਾਂ ਤਾਂ ਕੋਈ ਚੀਜ਼ ਮਿਕਸ ਕਰ ਲਓ, ਕੋਈ ਮਿਲਟ ਮਿਕਸ ਕਰ ਲਓ, ਜਿਹੜੇ ਪੋਜ਼ੀਟਿਵ ਮਿਲਟਸ ਨੇ ਉਹ ਮਿਲਟ ਮਿਕਸ ਕਰ ਲਓ 5 ਚੋਂ, ਜਿਹੜੇ ਕੋਧਰਾ, ਕੁਟਕੀ, ਕੰਗਣੀ ਤੇ ਜਿਹੜੇ ਹਰੀ ਕੰਗਣੀ ਤੇ ਸੁਆਂਕ ਹੈ ਇਹਨਾਂ 'ਚੋਂ, ਜਾਂ ਨਿਊਟਰਲ ਮਿਲਟ ਜਿਹੜੇ ਨੇ, ਨਿਊਟਰਲ ਗ੍ਰੇਨ ਜਿਹੜੇ ਮੱਕੀ ਹੈ, ਬਾਜਰਾ ਹੈ, ਕਿਨੂਆ ਹੈ, ਇਹ ਮਿਕਸ ਕਰ ਲਓ। ਜਾਂ ਫਿਰ ਪੱਤੇ ਜਾਂ ਕੋਈ ਚੀਜ਼ ਆਟੇ 'ਚ ਗੁੰਨ ਲਓ। ਦੂਜੀ ਗੱਲ, ਕੋਸ਼ਿਸ਼ ਕਰੋ ਕਿ ਆਰਗੈਨਿਕ ਕਣਕ ਤੇ ਦੇਸੀ ਵੈਰਾਈਟੀ ਦੀ ਕਣਕ। ਪੁਰਾਣੀ ਕਣਕਾਂ ਜਿਹੜੀਆਂ, ਅਸੀਂ ਪੁਰਾਣੀ ਕਣਕ ਦਾ ਬੀਜ ਵੀ ਲੈ ਲਿਆ ਹੋਇਆ, ਉਹ ਵੀ ਅਸੀਂ ਪਪੂਲਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਿਲਕੁਲ ਓਰੀਜਨਲ ਕਣਕ ਸੀਗੀ ਜਿਹੜੀ। ਜੇ ਕੋਈ ਲੈਣਾ ਚਾਹੇ ਤੁਹਾਡੇ ਤੋਂ ਲੈ ਸਕਦਾ। ਆਈਕੌਰਨ, ਹਾਂ ਆਈਕੌਰਨ ਜਿਹੜੀ ਹੈ, ਜਿਹੜੀ ਸਭ ਤੋਂ ਪੁਰਾਤਨ ਕਣਕ ਸੀਗੀ, ਜਿਹੜੀ ਓਰੀਜਨਲ ਸੀ, ਜਿਹੜੀ ਕਿ ਜਿਹਦਾ ਕੱਦ ਜਾਂਦਾ ਸੀ 5.5 ਫੁੱਟ ਤੇ, ਔਰ ਬੜੀ ਸਖਤ ਸੀ ਉਹ। ਉਹਦੇ ਬੀਜ ਵੀ ਅਸੀਂ ਲੱਭ ਲੁੱਭ ਕੇ ਕਿਤੇ ਕਰ ਲਏ ਹੋਏ, ਔਰ ਉਹਦੇ ਅਸੀਂ ਬੀਜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਦੇਸੀ ਵੈਰਾਈਟੀ ਦੇ ਬੀਜ ਅਸੀਂ ਖੇਤੀ ਵਿਰਾਸਤ ਮਿਸ਼ਨ ਦੇ ਪਲੇਟਫਾਰਮ ਤੋਂ ਦੇਸੀ ਕਣਕਾਂ ਦੇ ਬੀਜ ਜਿਹੜੇ ਨੇ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਸਾਨਾਂ ਨੂੰ, ਤਾਂ ਕਿ ਜੇ ਕਣਕ ਜਿਨ੍ਹਾਂ ਨੇ ਖਾਣੀ ਵੀ ਹੈ ਤਾਂ ਅਸੀਂ ਉਹ ਦੇਸੀ ਵੈਰਾਈਟੀਆਂ ਦੀ ਆਰਗੈਨਿਕ ਕਣਕ ਖਾਈਏ, ਬਜਾਏ ਇਸ ਗੱਲ ਦੇ ਕਿ ਜਿਹੜੀ ਆ ਠੀਕ ਨਹੀਂ ਜੀ ਕਣਕ, ਇਹਨੂੰ ਬਾਹਰ ਕਰੀਏ। ਆਪਾਂ ਇਹਨੂੰ ਬਾਹਰ ਕਰੀਏ ਹੌਲੀ ਹੌਲੀ, ਇੱਕਦਮ ਤਾਂ ਨਹੀਂ ਹੋਣੀ, ਲੇਕਿਨ ਇਹਨੂੰ ਹੌਲੀ ਹੌਲੀ ਬਾਹਰ ਕਰੀਏ ਔਰ ਆਪਣੀ ਦੇਸੀ ਵੈਰਾਈਟੀ ਦੀ ਕਣਕ ਲੈ ਆਈਏ। ਠੀਕ ਹੈ, ਜੇ ਕਿਸੇ ਖਾਣੀ ਵੀ ਹੈ ਤਾਂ। ਅਤੇ ਉਸ ਤੋਂ ਬਾਅਦ ਆਪਾਂ ਜੇ ਚੌਲ ਖਾਣੇ ਤਾਂ ਬਰਾਊਨ ਚੌਲ ਖਾਈਏ, ਰੈੱਡ ਚੌਲ ਖਾਈਏ, ਬਲੈਕ ਚੌਲ ਖਾਈਏ। ਇੱਦਾਂ ਦੇ ਚੌਲ ਨੇ ਜਿਹਦੇ 'ਤੇ ਕਿ ਅੰਦਰਲਾ ਛਿਲਕਾ ਕਾਇਮ ਹੁੰਦਾ, ਜਿਹਦਾ ਉਹ ਨਹੀਂ ਲਾਇਆ ਹੁੰਦਾ, ਉਹ ਖਾਈਏ ਆਪਾਂ। ਤਾਂ ਉਹ ਜਿਹੜਾ ਕਿਤੇ ਨਾ ਕਿਤੇ ਹੈ, ਇੱਥੋਂ ਤੱਕ ਵੀ ਆਪਾਂ ਖੋਜਾਂ ਨਹੀਂ ਕਰ ਰਹੇ। ਆਪਾਂ ਸਾਡੇ ਕਿਸਾਨਾਂ ਨੇ ਬੜੀਆਂ ਕਮਾਲ ਦੀਆਂ ਹੁਣ ਖੋਜਾਂ ਕਰਨ ਲੱਗ ਗਏ ਆ। ਹੁਣ ਇਹ ਵੀ ਦੇਖਿਆ ਕਿ ਜਿਹੜੇ ਇਹ ਮਿਲਟ ਨੇ, ਪੋਜ਼ੀਟਿਵ ਮਿਲਟਸ ਨੇ 5, ਜੇ ਇਹਨਾਂ ਨੂੰ ਸ਼ੈਲਿੰਗ ਨਾ ਵੀ ਕਰਨ ਦਾ ਤੁਹਾਡੇ ਕੋਲ ਸਾਧਨ ਹੋਵੇ, ਸ਼ੈਲ ਕਰਨੀ ਪੈਂਦੀ ਨਾ, ਇਹਨਾਂ 5 ਨੂੰ ਸ਼ੈਲਿੰਗ ਕਰਨੀ ਪੈਂਦੀ ਇਹਨਾਂ ਦੀ, ਇਹਨੂੰ ਛੱਡਣਾ ਪੈਂਦਾ, ਉੱਪਰਲਾ ਮੋਟਾ ਛਿਲਕਾ ਲਾਉਣਾ ਪੈਂਦਾ, ਤਾਂ ਖਾਣ ਯੋਗ ਬਣਦੇ ਆ। ਲੇਕਿਨ ਉਹਨਾਂ ਨੇ ਤਜਰਬਾ ਇਹ ਕੀਤਾ ਕਿ ਜੇ ਸਣੇ ਛਿਲਕੇ ਆਪਾਂ ਆਟੇ ਦੇ ਵਿੱਚ ਭਿਆ ਦਈਏ, ਕਿਸੇ ਹੋਰ ਆਟੇ 'ਚ ਪਾ ਕੇ 20% 25%, ਤਾਂ ਵੀ ਕੋਈ ਦਿੱਕਤ ਨਹੀਂ ਹੁੰਦੀ, ਤਾਂ ਵੀ ਰੋਟੀ ਵਧੀਆ ਬਣ ਜਾਂਦੀ ਹੈ ਅਤੇ ਖਾਈ ਜਾਂਦੀ ਹੈ। ਛਿਲਕਾ ਨੁਕਸਾਨ ਨਹੀਂ ਕਰੇਗਾ? ਨਹੀਂ ਕਰਦਾ। ਉਹ ਪੱਕ ਜਾਂਦਾ ਨਾ, ਜਦੋਂ ਪੱਕ ਜਾਂਦਾ ਤਾਂ ਉਹ ਨਹੀਂ ਨੁਕਸਾਨ ਕਰਦਾ। ਸੋ ਉਹਦੇ 'ਚ ਜੇ ਆਟੇ 'ਚ ਭਿਆ ਦਾਂਗੇ ਆਪਾਂ ਤਾਂ ਉਹ ਦਿੱਕਤ ਨਹੀਂ ਕਰੇਗਾ। ਉਹ ਦੂਜੀ ਗੱਲ, ਉਸ ਤੋਂ ਵੀ ਅੱਗੇ ਆਪਾਂ ਜਾ ਸਕਦੇ ਹਾਂ ਕਿ ਉਹਨਾਂ ਨੂੰ ਭਿਉਂ ਕੇ ਬਾਅਦ ਸੁਕਾ ਕੇ ਫਿਰ ਭਿਆ ਲਓ, ਫਿਰ ਹੋਰ ਨਰਮ ਹੋ ਜਾਣਗੇ। ਸੋ ਗਰੀਬ ਬੰਦਾ ਜਿਹੜਾ ਕਿ ਕਈ ਵਾਰੀ ਉਹਨਾਂ ਨੂੰ ਮਹਿੰਗੇ ਲੱਗਦੇ ਆ, ਤਾਂ ਉਹਦੇ 'ਚ ਉਹ ਇੱਦਾਂ ਦੇ ਤਜਰਬੇ ਵੀ ਜਿਹੜੇ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿ ਜਿਹੜਾ ਪੂਅਰ ਬੰਦਾ, ਗਰੀਬ ਬੰਦਾ, ਜਿਹਨੂੰ ਇਹ ਮਹਿੰਗੇ ਲੱਗਦੇ ਆ, ਉਹਦੇ ਵਾਸਤੇ ਉਹ ਤਰੀਕਾ ਸਭ ਤੋਂ ਵਧੀਆ
ਕਿ ਤੁਸੀਂ ਬਿਨਾਂ ਛੜੇ ਵੀ ਜਿਹੜੇ ਬਿਨਾਂ ਸ਼ੈਲ ਕੀਤੇ ਹੋਏ ਵੀ ਜਿਹੜੇ ਅਨਾਜ ਨੇ ਉਹ ਖਾਵਾਂਗੇ ਤਾਂ ਉਹ ਵੀ ਸਿਹਤ ਵਧੀਆ ਦੇਣਗੇ। ਕਿਉਂਕਿ ਜਿਹੜਾ ਕੋਧਰੇ ਦਾ ਤੇ ਛਿਲਕਾ ਵੀ ਅਸੀਂ ਐਜ਼ ਮੈਡੀਸਨ ਯੂਜ਼ ਕਰ ਰਹੇ ਹਾਂ। ਹੁਣ ਅਸੀਂ ਕੋਡੋ ਹਸਕ ਕਹਿੰਦੇ ਹਾਂ, ਜਿੱਦਾਂ ਜੀਰੀ ਦੀ ਜਿਹੜੀ ਫੱਕ ਨਿਕਲਦੀ ਹੈ ਨਾ, ਉਹ ਸਿਰਫ ਬਾਲਣ ਦੇ ਕੰਮ ਆਉਂਦੀ ਹੈ ਜਾਂ ਇਹੋ ਜਿਹੇ ਕੰਮ ਆਉਂਦੀ ਹੈ। ਕੋਧਰੇ ਦੀ ਹਸਕ ਜਿਹੜੀ ਅਸੀਂ ਲੈ ਰਹੇ ਹਾਂ ਉਹਨੂੰ ਅਸੀਂ ਦਵਾਈ ਦੇ ਤੌਰ 'ਤੇ ਵਰਤ ਰਹੇ ਹਾਂ, ਉਹਦੇ ਕਾੜੇ ਪਿਆ ਰਹੇ ਹਾਂ ਲੋਕਾਂ ਨੂੰ। ਉਹ ਕੋਈ ਬਿਮਾਰੀ ਸਾਰੀਆਂ ਬਿਮਾਰੀਆਂ 'ਚ ਲਗਭਗ ਉਹ ਚੱਲਦਾ ਕੰਮ। ਉਹ ਕਾੜਾ ਹੀ ਹੈ ਹੀ ਬਹੁਤ ਵਧੀਆ, ਉਹਦਾ ਬੜਾ ਤਾਕਤਵਰ ਕਾੜਾ, ਕਿਉਂਕਿ ਉਹਦਾ ਲਾਲ ਰੰਗ ਦਾ ਐਨ ਜਦੋਂ ਤੁਸੀਂ ਉਹਦੇ ਕਾੜਾ ਬਣਾਉਣੇ ਤਾਂ ਪੂਰਾ ਰੈੱਡ ਬਣਦਾ ਉਹ। ਅਤੇ ਉਹਦੇ ਆਪਣੇ ਗੁਣ ਨੇ। ਇਮਿਊਨਿਟੀ ਬੂਸਟਰ ਹੈ ਬਹੁਤ ਤਕੜਾ ਬੋਡੀ ਦੇ ਅੰਦਰ ਜਿਹੜਾ ਹੈ, ਹਾਰਟ ਦਾ ਵੀ ਹੈ, ਸਭ ਪਾਸੇ ਉਹ ਕਾੜਾ ਜਿਹੜਾ ਚੱਲਦਾ ਉਹ ਅਸੀਂ ਕੋਸ਼ਿਸ਼ ਵੀ ਕਰ ਰਹੇ ਹਾਂ। ਅਤੇ ਪੀਣ 'ਚ ਵੀ ਸਵਾਦ ਹੈ, ਪੀਣ 'ਚ ਵੀ ਕੋਈ ਦਿੱਕਤ ਨਹੀਂ ਹੈ। ਤਾਂ ਇਸ ਕਰਕੇ ਇਹ ਨਵੇਂ ਤਜਰਬੇ ਕਰਨੇ ਚਾਹੀਦੇ ਆ ਹੈਲਦੀ ਫੂਡ ਦੇ ਉੱਪਰ, ਕਿਉਂਕਿ ਜਿਹੜਾ ਸਿਹਤਮੰਦ ਖਾਣਾ ਹੈ ਇਹ ਬੇਹੱਦ ਜ਼ਰੂਰੀ ਹੈ ਬਿਮਾਰੀਆਂ ਤੋਂ ਬਚਣ ਲਈ। ਪਹਿਲੀ ਗੱਲ ਸਿਹਤਮੰਦ ਰਹਿਣ ਲਈ ਪੋਜ਼ੀਟਿਵ ਹੈਲਥ ਦਾ ਕੀ ਮਤਲਬ ਹੁੰਦਾ ਕਿ ਜਿਹੜਾ ਬੰਦਾ ਪੋਜ਼ੀਟਿਵ ਹੈਲਥ ਹੈ, ਤੁਹਾਡੇ ਉਹਦੇ ਆਲੇ ਦੁਆਲੇ 50 ਬਿਮਾਰੀ ਫੈਲੀਆਂ ਰਹਿਣ, ਉਹ ਨਹੀਂ ਬਿਮਾਰ ਹੁੰਦਾ, ਕਿਉਂਕਿ ਪੋਜ਼ੀਟਿਵ ਹੈਲਥ 'ਚ ਹੈ, ਉਹਦੇ ਕੋਲ ਰਿਜ਼ਰਵ ਹੈਗਾ। ਕਿਉਂਕਿ ਬਿਮਾਰੀ ਕੀ ਕਰਦੀ ਹੈ, ਉਹਦੇ ਅੰਦਰ ਵੜਦੀ ਹੈ, ਉਹ ਜਦੋਂ ਦੇਖਦੀ ਵੀ ਇਹ ਤਾਂ ਬੰਦਾ ਬਿਮਾਰ ਨਹੀਂ ਹੋ ਰਿਹਾ ਤਾਂ ਉਹ ਸਗੋਂ ਉਹਨੂੰ ਹੋਰ ਤਕੜਾ ਕਰਕੇ ਫਿਰ ਤੁਰ ਜਾਂਦੀ ਹੈ। ਉਹ ਬੰਦਾ ਪੋਜ਼ੀਟਿਵ ਹੈਲਥ 'ਚ ਰਹਿੰਦਾ। ਉਹਦੇ ਆਲੇ ਦੁਆਲੇ ਤੁਸੀਂ 50 ਕਰੋਨਾ ਦੇ ਮਰੀਜ਼ ਖੜੇ ਕਰ ਦਿਓ, 50 ਕੋਈ ਹੋਰ ਜ਼ੁਕਾਮ ਦੇ ਕਰ ਦਿਓ, ਹੋਰ ਇਨਫੈਕਸ਼ਨ ਦੇ ਕਰ ਦਿਓ, ਉਹਨੂੰ ਨਹੀਂ ਬਿਮਾਰੀ ਲੱਗਦੀ। ਸੋ ਪੋਜ਼ੀਟਿਵ ਹੈਲਥ 'ਚ ਰਹਿਣਾ ਕਿ ਤੁਹਾਨੂੰ ਬਿਮਾਰੀ ਟੱਚ ਹੀ ਨਾ ਕਰੇ, ਜੇ ਟੱਚ ਕਰੇ ਤਾਂ ਉਲਟਾ ਸਗੋਂ ਹੋਰ ਮਜ਼ਬੂਤ ਕਰਕੇ ਤੁਰ ਜੇ। ਦੂਜਾ ਹੁੰਦਾ ਹੈ ਕਿ ਸਾਨੂੰ ਬਿਮਾਰੀ ਜਿਹੜੀ ਹੈ ਉਹ ਟੱਚ ਤਾਂ ਕਰਦੀ ਹੈ, ਲੇਕਿਨ ਹਲਕਾ ਫੁਲਕਾ ਟੱਚ ਕਰਦੀ ਹੈ। ਮਾੜਾ ਮੋਟਾ ਜ਼ੁਕਾਮ ਜਿਹਾ ਹੋਇਆ, ਸੂਸਾਂ ਜੀ ਹੋਈ, ਕਿਤੇ ਮਾੜਾ ਮੋਟਾ ਫੋੜਾ ਫਿੰਸੀ ਹੋ ਗਿਆ, ਕਿਤੇ ਮਾੜਾ ਮੋਟਾ ਪੇਟ ਖਰਾਬ ਹੋ ਗਿਆ, ਕੋਈ ਮਾੜਾ ਮੋਟਾ ਬੁਖਾਰ ਹੋ ਗਿਆ, ਬਸ 2-4 ਦਿਨਾਂ 'ਚ ਤੁਸੀਂ ਫਿਰ ਬੈਕ ਉੱਥੇ ਆ ਜਾਂਦੇ ਹੋ। ਫਿਰ ਉਸ ਤੋਂ ਅੱਗੇ ਬੰਦੇ ਆ ਜਾਂਦੇ ਜਿਹੜੇ ਉਸ ਤੋਂ ਘੱਟ ਤਕੜੇ ਹੁੰਦੇ ਆ, ਫਿਰ ਉਹ ਮੀਡੀਅਮ ਜਿਹੇ ਬਿਮਾਰ ਹੁੰਦੇ ਆ, ਅਤੇ ਜਿਹੜੇ ਖੁਸ਼ਕ ਹੁੰਦੇ ਆ ਉਹ ਫਿਰ ਬੜੇ ਗੰਭੀਰ ਰੂਪ 'ਚ ਬਿਮਾਰ ਹੁੰਦੇ ਆ। ਫਿਰ ਹਸਪਤਾਲਾਂ ਦੇ ਧੱਕੇ ਖਾ ਕੇ ਲੱਖਾਂ ਕਰੋੜਾਂ ਰੁਪਏ ਖਰਚ ਕੇ ਫਿਰ ਕੋਈ ਬਚ ਜਾਂਦੇ ਆ, ਕੁਛ ਬਚ ਜਾਂਦੇ ਆ, ਕੋਈ ਮਰ ਜਾਂਦੇ ਆ। ਤਾਂ ਉਹ ਕਿਤੇ ਨਾ ਕਿਤੇ ਇਹ ਸਾਰਾ ਵਰਤਾਰਾ ਜਿਹੜਾ ਹੁੰਦਾ ਇਸ ਦਾ ਹੁੰਦਾ। ਤਾਂ ਉਹ ਸਾਰਾ ਕਾਹਦੇ 'ਤੇ ਨਿਰਭਰ ਹੈ? ਉਹ 'ਚ ਨੰਬਰ 1 ਰੋਲ ਹੈ ਸਾਡੇ ਭੋਜਨ ਦਾ, ਹਵਾ ਅਤੇ ਪਾਣੀ ਤੋਂ ਬਾਅਦ। ਹਵਾ ਅਤੇ ਪਾਣੀ ਆਫਕੋਰਸ ਉਹ ਲੜਾਈ ਆਪਾਂ ਇਸ ਕਰਕੇ ਜ਼ਿਆਦਾ ਗੱਲ ਨਹੀਂ ਕਰਦੇ ਕਿ ਉਹਦੀ ਲੜਾਈ ਸਮਾਜ ਦੇ ਪੱਧਰ 'ਤੇ ਲੜਨ ਵਾਲੀ ਹੈ, ਉਹ ਨਾਲ ਉਹ ਵੀ ਲੜਨੀ ਹੈ। ਇਹ ਹਵਾ ਵੀ ਸ਼ੁੱਧ ਹੋਵੇ, ਪਾਣੀ ਵੀ ਸ਼ੁੱਧ ਹੋਵੇ, ਲੇਕਿਨ ਤੀਜੀ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਉਹ ਹੈਗੀ ਹੈ ਭੋਜਨ। ਭੋਜਨ ਨੂੰ ਅਸੀਂ ਜ਼ਿਆਦਾ ਸਾਡੇ ਹੱਥ 'ਚ ਹੈ, ਇਸ ਕਰਕੇ ਅਸੀਂ ਭੋਜਨ ਦੀ ਗੱਲ ਜ਼ਿਆਦਾ ਕਰਦੇ ਹਾਂ ਕਿ ਭੋਜਨ ਨੂੰ ਤਾਂ ਕਮ ਸੇ ਕਮ ਬਚਾਓ ਪਹਿਲਾਂ, ਬਾਅਦ 'ਚ ਨਾਲ ਪਾਣੀ ਦੀ ਗੱਲ ਕਰੋ, ਨਾਲ ਹਵਾ ਦੀ ਗੱਲ ਕਰੋ। ਸੋ ਇਹ ਸਾਰਾ ਜਿਹੜਾ ਸੀਨ ਹੈ ਸਾਨੂੰ ਇਹਦੇ ਲਈ ਜਿਹੜਾ ਮੈਂ ਸਮਝਦਾ ਕਿ ਯਤਨਸ਼ੀਲ ਰਹਿਣਾ ਚਾਹੀਦਾ। ਡਾਕਟਰ ਸਾਹਿਬ ਤੁਸੀਂ ਇਹ ਤਾਂ ਦੱਸਤਾ ਕਿ ਕਿਸ ਤਰੀਕੇ ਦੇ ਨਾਲ ਇਹ ਕਿਹੜੀ ਚੀਜ਼ ਜਿਹੜੀ ਆ ਉਹ ਕਿੱਦਾਂ ਆਪਾਂ ਨੇ ਬਦਲਾਅ ਲਿਆਂਦਾ, ਕਿਹੜੀ ਚੀਜ਼ ਸਾਡੀ ਮੁੱਖ ਭੋਜਨ ਹੋਇਆ ਕਰਦੀ ਸੀ, ਅਤੇ ਜਿਹੜੇ ਨੈਗੇਟਿਵ ਅਤੇ ਪੋਜ਼ੀਟਿਵ ਗ੍ਰੇਨਸ ਦੀ ਤੁਸੀਂ ਜਿਹੜੀ ਪਰਿਭਾਸ਼ਾ ਵੀ ਚੰਗੀ ਤਰੀਕੇ ਦੇ ਨਾਲ ਪਬਲਿਕ ਤੱਕ ਇਹ ਸਮਝਾ ਦਿੱਤੀ ਹੈਗੀ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੇ ਕੋਧਰਾ, ਕੰਗਣੀ, ਹਰੀ ਕੰਗਣੀ, ਕੁਟਕੀ ਦੇ ਸਵਾਂਗ, ਜਿਹੜੇ 5 ਤੁਸੀਂ ਮਿਲਟਸ ਗਿਣਾਏ ਨੇ, ਇਹ ਮਿਲਟਸ ਨੂੰ ਪੋਜ਼ੀਟਿਵ ਗ੍ਰੇਨਸ ਕਿਉਂ ਕਿਹਾ ਜਾਂਦਾ? ਕਿਹੜੀਆਂ ਬਿਮਾਰੀਆਂ ਨੂੰ ਇਹ ਠੀਕ ਕਰਨ ਦੇ ਵਿੱਚ ਸਹਾਈ ਹੋ? ਕੁਲਵੰਤ ਜੀ, ਇਹਨਾਂ ਨੂੰ ਅਸੀਂ ਪੋਜ਼ੀਟਿਵ ਗ੍ਰੇਨਸ ਇਸ ਕਰਕੇ ਕਹਿੰਦੇ ਹਾਂ ਕਿ ਕੋਈ ਵੀ ਬਿਮਾਰੀ ਤੁਹਾਡੇ ਅੰਦਰ ਹੈਗੀ ਹੈ, ਕਿਉਂਕਿ ਕੁਦਰਤ ਪਹਿਲਾਂ ਹੀ ਉਸ ਬਿਮਾਰੀ ਨਾਲ ਲੜਨ ਦੀ ਕੋਸ਼ਿਸ਼ ਕਰ ਰਹੀ ਹੁੰਦੀ ਹੈ, ਉਹਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਹੈ ਪਹਿਲਾਂ ਬਾਹਰ। ਉਹ ਕਿਉਂ ਨਹੀਂ ਕੱਢ ਪਾ ਰਹੀ? ਕਿ ਉਹਦੇ ਕੋਲੇ ਉਹ ਰਾ ਮਟੀਰੀਅਲ ਨਹੀਂ ਹੈ ਜਿਹੜਾ ਉਹਨੂੰ ਚਾਹੀਦਾ, ਉਹ ਟੂਲਸ ਨਹੀਂ ਹੈ ਜਿਹੜੇ ਉਹਨੂੰ ਚਾਹੀਦੇ ਆ ਉਹਨੂੰ ਕੱਢਣ ਵਾਸਤੇ। ਤਾਂ ਇਹ ਜਿਹੜੇ ਮਿਲਟਸ ਨੇ, ਪੋਜ਼ੀਟਿਵ ਮਿਲਟਸ ਨੇ, ਪੋਜ਼ੀਟਿਵ ਗ੍ਰੇਨਸ ਨੇ, ਇਹ ਉਹਦਾ ਰਾ ਮਟੀਰੀਅਲ ਹੈ। ਉਹਦੇ ਅੰਦਰ ਜੋ ਖੁਰਾਕੀ ਤੱਤ ਨੇ ਉਹ ਸਾਰੇ ਸੰਤੁਲਿਤ ਮਾਤਰਾ 'ਚ ਨੇ। ਉਹਦੇ ਅੰਦਰ ਫਾਈਬਰ ਵੀ ਹੈ, ਉਹਦੇ ਅੰਦਰ ਕਾਰਬੋਹਾਈਡਰੇਟਸ ਵੀ ਹੈ, ਉਹਦੇ ਅੰਦਰ ਜਿਹੜੇ ਕਾਰਬੋਹਾਈਡਰੇਟ ਤੇ ਇੱਦਾਂ ਦੀ ਸ਼ਕਲ 'ਚ ਹੈ ਕਿ ਉਹ ਹੌਲੀ ਰਿਲੀਜ਼ ਹੁੰਦੇ ਆ, ਸਲੋ, ਜਿੱਦਾਂ ਗਲੂਕੋਜ਼ ਦੀ ਡ੍ਰਿਪ ਨਹੀਂ ਚੱਲਦੀ। ਉਹ ਬੰਦੇ ਨੂੰ ਤੇ ਤੇਜ਼ ਕਰਕੇ ਬੋਤਲ ਲਾ ਦਿਓ ਗਲੂਕੋਜ਼ ਦੀਆਂ 2-4 ਬੋਤਲਾਂ, ਤੇ ਬੰਦਾ ਤਾਂ ਮਰ ਜੂਗਾ, ਲੇਕਿਨ ਉਹਨੂੰ ਡ੍ਰੌਪ ਕਰਕੇ ਦਿੰਦੇ ਆ। ਸੋ ਇੱਦਾਂ ਹੀ ਜਿਹੜੇ ਸਾਡੇ ਖਾਣੇ 'ਚ ਵੀ ਇੱਦਾਂ ਦਾ ਗੁਣ ਹੋਣਾ ਚਾਹੀਦਾ ਕਿ ਉਹ ਡ੍ਰੌਪ ਕਰਕੇ ਸਾਡੇ ਖੂਨ 'ਚ ਜਾਵੇ ਅੰਦਰ। ਤਾਂ ਉਹ ਇਹ ਗੁਣ ਹੈ। ਉਹ ਮਿਲਟ ਜਿਹੜੇ ਨੇ ਉਹਨੂੰ ਕਹਿੰਦੇ ਸਪਾਇਰਲ ਸ਼ੇਪ 'ਚ, ਸਪਰਿੰਗਸ ਦੀ ਸ਼ਕਲ 'ਚ ਹੈ। ਉਹ ਸਪਰਿੰਗ ਕਾਹਦਾ ਬਣਿਆ ਹੋਇਆ? ਫਾਈਬਰ ਦਾ। ਉਹਦੇ ਨਾਲ ਕੀ ਲੱਗਿਆ ਹੋਇਆ? ਸਟਾਰਚ। ਜਿਵੇਂ ਸਪਰਿੰਗ ਹਜਮ ਹੋਈ ਜਾਂਦਾ ਹੈ, ਬੈਕਟੀਰੀਆ ਨੂੰ ਹਜਮ ਕਰਦੇ ਆ ਉਸ ਸਪਰਿੰਗ ਨੂੰ, ਉਵੇਂ ਉਹ ਸ਼ੂਗਰ ਜਿਹੜੀ ਹੈ ਉਹ ਰਿਲੀਜ਼ ਹੋ ਜਾਂਦੀ ਹੈ।
ਤੇ ਉਹਨੂੰ ਹਜਮ ਹੁੰਦੇ ਤੇ 3-4 ਘੰਟੇ 5 ਘੰਟੇ ਲੱਗ ਜਾਂਦੇ ਆ। ਤੇ ਉਹਦਾ ਕੀ ਨੈਟ ਰਿਜ਼ਲਟ ਕੀ ਹੁੰਦਾ ਕਿ ਸਾਡੇ ਸ਼ੂਗਰ ਦਾ ਹੜ ਨਹੀਂ ਆਉਂਦਾ, ਪੀਕ ਨਹੀਂ ਆਉਂਦੀ। 5 ਮਿੰਟ 'ਚ ਇਦਾਂ ਦੀ ਹੈ। ਹਾਂ ਇਹ 5 ਮਿੰਟ 'ਚ ਇਦਾਂ ਤੇ ਉਹਦੇ ਕਿਸੇ ਹੱਦ ਤੱਕ ਜਿਹੜੇ ਨਿਊਟਰਲ ਗ੍ਰੇਨਸ ਨੇ ਉਹਦੇ ਅੰਦਰ ਵੀ ਇਹ ਗੁਣ ਉਸ ਤੋਂ ਥੋੜ੍ਹਾ ਜਿਹਾ ਘੱਟ ਨੇ, ਲੇਕਿਨ ਉਹਦੇ 'ਚ ਵੀ ਹੈਗਾ। ਇਹਦਾ ਜਿਹੜਾ ਬਿਲਕੁਲ ਉਲਟਾ ਹੈ ਕਿ ਇੱਕਦਮ ਹੜ ਲਿਆਉਣ ਵਾਲੇ ਜਿਹੜੇ ਭੋਜਨ ਨੇ ਉਹ ਹੈਗੇ ਤੁਹਾਡੇ ਅਨਾਜ ਨੇ ਜਿਹੜੇ, ਉਹ ਹੈਗੇ ਆ ਕਣਕ ਤੇ ਚੌਲ। ਤਾਂ ਉਹ ਜਿਹੜੇ ਉਹ ਅਸੀਂ ਮਨਾ ਕਰਦੇ ਹਾਂ, ਤੇ ਜਿਹੜੇ ਇਹ ਦਿੰਦੇ ਆ ਇਹ ਜਿਹੜਾ ਸਾਰਾ ਵਰਤਾਰਾ ਉਹਦੇ 'ਚ ਜਿਹੜੀ ਤੁਸੀਂ ਸਵਾਲ ਉਠਾਇਆ ਸੀਗਾ ਕਿ ਬਿਮਾਰੀ ਕਿਹੜੀ ਨੂੰ ਠੀਕ ਕਰਦੇ ਆ, ਕਿਹੜੀ ਬਿਮਾਰੀ ਦਾ ਤਾਂ ਸਵਾਲ ਹੀ ਨਹੀਂ ਹੈ। ਇਹ ਜਿਹੜੀ ਸ਼ਬਦਾਵਲੀ ਹੈ ਇਹ ਹੈਗੀ ਐਲੋਪੈਥੀ ਦੀ ਸ਼ਬਦਾਵਲੀ, ਮਾਡਰਨ ਮੈਡੀਕਲ ਸ਼ਬਦ ਦੀ ਸ਼ਬਦਾਵਲੀ। ਉਹਨਾਂ ਨੇ 8000 ਬਿਮਾਰੀਆਂ ਬਣਾਤੀਆਂ, ਫਿਰ ਉਹਦੇ 8000 ਇਲਾਜ ਲੱਭਣ ਦੀ ਕੋਸ਼ਿਸ਼ ਕਰਦੇ ਆ। ਇਹ ਉਹੀ ਸ਼ਬਦਾਵਲੀ ਨਾਲ ਵਰਤੀ ਅਸੀਂ। ਇਹ ਜਿਹੜੇ ਮਿਲਟਸ ਨੇ, ਇਹ ਜਿਹੜੇ ਅਨਾਜ ਨੇ, ਇਹ ਹੈਲਥ ਨੂੰ ਪ੍ਰਮੋਟ ਕਰਨ ਵਾਲੇ ਆ। ਇਹਨਾਂ ਨੇ ਤੁਹਾਨੂੰ ਅੰਦਰੋਂ ਸਿਹਤਮੰਦ ਕਰ ਦੇਣਾ, ਤੁਹਾਡੀ ਮਸ਼ੀਨਰੀ ਨੂੰ ਦੀ ਜਿਹੜੀ ਸਪੀਡ ਹੈ ਉਹ ਵਧਾ ਦੇਣੀ ਹੈ, ਜਿਹਨੂੰ ਮੈਟਾਬੋਲਿਜ਼ਮ ਕਹਿੰਦੇ ਅਸੀਂ। ਤੁਹਾਡਾ ਮੈਟਾਬੋਲਿਜ਼ਮ ਤਿੱਖਾ ਕਰ ਦੇਣਾ, ਤੁਹਾਡੀ ਊਰਜਾ ਜਿਹੜੀ ਆ ਪ੍ਰਚੰਡ ਕਰ ਦੇਣੀ ਹੈ, ਤੁਹਾਡੇ ਅੰਦਰ ਲੜਨ ਸ਼ਕਤੀ ਨੂੰ ਤਿੱਖਾ ਕਰ ਦੇਣਾ। ਉਹਨੇ ਆਪੇ ਬਿਮਾਰੀ ਨਾਲ ਲੜ ਲੈਣਾ, ਤੇ ਉਹਨੂੰ ਪਤਾ ਕਿਹੜੀ ਬਿਮਾਰੀ ਕਿੱਥੇ ਹੈ। ਬਾਹਰਲੇ ਡਾਕਟਰਾਂ ਨੂੰ ਨਹੀਂ ਪਤਾ ਲੱਗਦਾ, ਐਵੇਂ ਤੁੱਕੇ ਮਾਰਦੇ ਆ ਬਾਲੇ। ਉਹ ਜਿਹੜੀ ਮੈਡੀਕਲ ਸਾਇੰਸ ਹੈ ਨਾ, ਇਹਨੂੰ ਬੋਡੀ ਦਾ 1% ਵੀ ਪਤਾ ਨਹੀਂ ਅਜੇ। 99% ਅੱਜ ਵੀ ਕੁਦਰਤ ਨੇ ਸੀਕ੍ਰੇਟ ਰੱਖ ਰੱਖਿਆ। ਤੁਸੀਂ ਲੱਭ ਕੇ ਜਿੰਨਾ ਇੰਨਾ ਕੁਛ ਲੱਭ ਲਿਆ ਸੀ, ਉਹਨੇ ਬੜੇ ਅਸੀਂ ਪੱਟੇ ਖਾਂ ਹੋ ਗਏ, ਬੜੇ ਪੱਟੇ ਖਾਂ ਹੋ ਗਏ। ਤਾਂ ਨਾ ਤਾਂ ਤੁਹਾਨੂੰ ਕਬਜੀ ਠੀਕ ਕਰਨੀ ਆਉਂਦੀ ਆ, ਨਾ ਤੁਹਾਨੂੰ ਨੀਂਦ ਠੀਕ ਲਿਆਉਣੀ ਆਉਂਦੀ ਆ। ਠੀਕ ਹੈ, ਆਉਂਦਾ ਕੀ ਹੈ ਤੁਹਾਨੂੰ? ਕੁਛ ਵੀ ਨਹੀਂ ਪੱਲੇ। ਸੋ ਐਵੇਂ ਘਮੰਡੀ ਨਹੀਂ ਹੋਣਾ ਚਾਹੀਦਾ। ਮੈਡੀਕਲ ਸਾਇੰਟਿਸਟ ਜਿਹੜੇ ਨੇ, ਡਾਕਟਰ ਨੇ, ਘਮੰਡੀ ਬਹੁਤ ਹੋ ਗਏ ਆ। ਇਹ ਸਮਝਦੇ ਕਿ ਅਸੀਂ ਬੰਦੇ ਨੂੰ ਜਿਉਂਦਾ ਰੱਖ ਰਹੇ ਹਾਂ। ਬੰਦੇ ਨੂੰ ਜਿਉਂਦਾ ਰੱਖਦੀ ਉਹਦੀ ਚੇਤਨਾ, ਉਹਦੇ ਅੰਦਰ ਜਿਹੜੀ ਸ਼ਕਤੀ ਹੈ ਪ੍ਰਮਾਤਮਾ ਨੇ ਦਿੱਤੀ ਹੋਈ, ਉਹਦੇ ਅੰਦਰ ਹੈ। ਉਹਨੂੰ ਪਤਾ ਵੀ ਮੈਂ ਕਿੱਥੇ ਕੀ ਕਰਨਾ। ਤੇ ਇਹ ਅਨਾਜ ਜਿਹੜੇ ਨੇ ਉਹਦਾ ਇੱਕ ਟੂਲ ਬਣਦੇ ਉਸ ਸ਼ਕਤੀ ਦਾ। ਉਹ ਸ਼ਕਤੀ ਦਾ ਇੰਧਨ ਨੇ, ਉਹ ਸ਼ਕਤੀ ਦਾ ਫਿਊਲ ਨੇ, ਉਹ ਸ਼ਕਤੀ ਦੇ ਸਾਧਨ ਨੇ ਇਹ। ਸੋ ਇਸ ਕਰਕੇ ਇਸ ਸ਼ਬਦਾਵਲੀ 'ਚ ਗੱਲ ਕਰਨ ਦੀ ਲੋੜ ਨਹੀਂ ਆਪਾਂ ਨੂੰ ਕਿ ਕਿਹੜਾ ਮਿਲਟ ਕਿਹੜੀ ਬਿਮਾਰੀ ਠੀਕ ਕਰਦਾ। ਹਾਂ, ਕੁਛ ਮਿਲਟਸ ਦੇ ਗੁਣ ਹੈਗੇ ਇੱਦਾਂ ਦੇ। ਕੁਛ ਲਿਵਰ ਨੂੰ ਜ਼ਿਆਦਾ ਵਧੀਆ ਲਿਵਰ ਫਰੈਂਡਲੀ ਨੇ, ਕੁਛ ਸਾਹ ਪ੍ਰਣਾਲੀ ਦੀਆਂ ਫਰੈਂਡਲੀ ਨੇ, ਕੁਝ ਖੂਨ ਦੀ ਸਫਾਈ ਲਈ ਫਰੈਂਡਲੀ ਨੇ। ਜਿਵੇਂ ਕੋਧਰਾ ਇਹ ਖੂਨ ਦੀ ਸਫਾਈ ਲਈ ਫਰੈਂਡਲੀ ਹੈ। ਸਵਾਂਕ ਹੈ ਇਹ ਪੇਟ ਦਾ ਫਰੈਂਡਲੀ ਹੈ, ਜਿਗਰ ਦਾ ਫਰੈਂਡਲੀ ਹੈ। ਹਾਂ, ਕੁਟਕੀ ਰਿਪਰੋਡਕਟਿਵ ਹੈਲਥ ਜਿਹੜੀ ਤੁਹਾਡੀ ਪ੍ਰਜਨਨ ਪ੍ਰਣਾਲੀ ਦੀਆਂ ਕਿਰਿਆਵਾਂ ਲਈ ਜ਼ਿਆਦਾ। ਤਾਂ ਕੁਛ ਗੁਣ ਹੈਗੇ ਉਹਨਾਂ 'ਚ, ਇਹ ਨਹੀਂ ਹੈਗਾ। ਤਾਂ ਇਹਦਾ ਮਤਲਬ ਨਹੀਂ ਹੈ ਕਿ ਉਹ ਇਕੱਲੇ ਉਸੇ 'ਤੇ ਹੀ ਕੰਮ ਕਰਨਾ। ਉਹਨਾਂ ਨੇ ਕੰਮ ਉਹ ਸਾਰੇ ਕਰਦੇ ਆ, ਲੇਕਿਨ ਕੁਛ ਗੁਣ ਐਕਸਟਰਾ ਨੇ ਉਹਨਾਂ 'ਚ। ਇਸੇ ਕਰਕੇ ਅਸੀਂ ਉਹਨੂੰ ਅੱਡ ਖਾਣ ਨੂੰ ਕਹਿੰਦੇ ਹਾਂ। ਅਸੀਂ ਕਹਿੰਦੇ ਕਿ 5 ਮਿਲਟ ਜਿਹੜੇ ਖਾਣੇ ਆ 2-2 ਦਿਨ ਹੈਲਦੀ ਬੰਦੇ ਵਾਸਤੇ ਆ। ਜਿਹਨੂੰ ਕੋਈ ਬਿਮਾਰੀ ਉੱਦਾਂ ਦੀ ਹੈ, ਉਹਦੇ ਹਿਸਾਬ ਨਾਲ ਫਿਰ ਉਹ ਮਿਲਟ ਵਧਾ ਦਿੰਦੇ ਆ। ਮਤਲਬ ਜਿਗਰ ਦਾ ਆ ਗਿਆ, ਕੋਈ ਪੇਟ ਵਾਲਾ ਆ ਗਿਆ, ਉਹਨੂੰ ਕਹਿੰਦੇ ਸਵਾਂਕ ਜ਼ਿਆਦਾ ਖਾ ਲੈ, 3 ਦਿਨ ਖਾ ਲੈ। ਜੇ ਕੋਈ ਰਿਪਰੋਡਕਟਿਵ ਹੈਲਥ PCOD ਦੇ ਕੁੜੀ ਆ ਗਈ, ਜਾਂ ਕੋਈ ਜੋੜਾ ਆ ਗਿਆ ਵੀ ਬੱਚਾ ਨਹੀਂ ਹੁੰਦਾ, ਉਹਨੂੰ ਕਹਿੰਦੇ ਤੂੰ ਕੁਟਕੀ 3 ਦਿਨ ਖਾ ਲੈ। ਜੇ ਕੋਈ ਖੂਨ ਦੀ ਇੰਪਿਓਰਿਟੀ ਵਾਲਾ ਆ ਗਿਆ, ਕੋਈ ਬਲੱਡ ਕੈਂਸਰ ਵਾਲਾ ਆ ਗਿਆ, ਉਹਨੂੰ ਕਹਿੰਦੇ ਤੂੰ ਕੋਧਰਾ 3 ਦਿਨ ਖਾ ਲੈ। ਤਾਂ ਇੱਦਾਂ ਜਿਹੜੇ ਨਰਵਸ ਸਿਸਟਮ ਵਾਲਾ ਗਿਆ ਉਹਨੂੰ ਕਹਿੰਦੇ ਕੰਗਣੀ ਖਾ ਲੈ। ਕੈਂਸਰ ਵਾਲੇ ਨੂੰ ਕਹਿੰਦੇ ਬਰਾਊਨ ਟੌਪ ਜ਼ਿਆਦਾ ਖਾ ਲੈ। ਕੈਂਸਰ ਬਰਾਊਨ ਟੌਪ ਅਤੇ ਕੰਗਣੀ ਇਹ ਉਧਰ ਜ਼ਿਆਦਾ ਨੇ ਨਰਵਸ ਸਿਸਟਮ ਦੇ। ਤੇ ਉਹਦੇ ਤਾਂ ਇੱਦਾਂ ਗੁਣ ਹੈਗੇ ਉਹਨਾਂ 'ਚ ਬਿਲਕੁਲ। ਜਿਹੜੀ ਹੈ ਇਸ ਹੱਦ ਤੱਕ ਆਪਾਂ ਕਹਿ ਸਕਦੇ ਉਹਨਾਂ ਨੂੰ, ਲੇਕਿਨ ਇੱਦਾਂ ਨਹੀਂ ਹੁੰਦੀ ਕਲਾਸੀਫਿਕੇਸ਼ਨ ਅੰਦਰ। ਸੋ ਇਹ ਸਾਰੇ ਦੇ ਸਾਰੇ ਕਿਤੇ ਨਾ ਕਿਤੇ ਕੁਦਰਤ ਦੇ ਆਪਣੇ ਟੂਲਸ ਨੇ, ਕੁਦਰਤ ਦੀ ਸ਼ਕਤੀ ਦੇ ਟੂਲਸ ਨੇ ਜਿਹੜੇ ਉਹਨੂੰ ਤੰਦਰੁਸਤ ਰੱਖਦੇ ਆ। ਹੁਣ ਸਵਾਲ ਜਿਹੜੀ ਆਪਾਂ ਨੂੰ ਜਿਹੜਾ ਸਭ ਤੋਂ ਜ਼ਿਆਦਾ ਰੱਖਣਾ ਚਾਹੀਦਾ ਕਿ ਇਹਨੂੰ ਸਾਡਾ ਇੱਕ ਭੋਜਨ ਕਲਚਰ ਹੁੰਦਾ। ਹਰ ਬੰਦੇ ਦਾ ਅਤੇ ਹਰ ਪਰਿਵਾਰ ਦਾ ਇੱਕ ਭੋਜਨ ਕਲਚਰ ਹੈ ਕਿ ਉਹਨੂੰ ਕਿਹੜੀ ਚੀਜ਼ ਚੰਗੀ ਲੱਗਦੀ। ਉਹ ਭੋਜਨ ਕਲਚਰ ਕਿੱਥੋਂ ਬਣਦਾ? ਉਹ ਬਚਪਨ ਤੋਂ ਬਣਦਾ। ਅੱਜ ਵੀ ਮੈਨੂੰ ਉਹ ਜ਼ਿਆਦਾ ਚੀਜ਼ਾਂ ਜ਼ਿਆਦਾ ਚੰਗੀਆਂ ਲੱਗਦੀਆਂ ਜਦੋਂ ਮੈਂ ਬਚਪਨ 'ਚ ਖਾਧੀਆਂ ਹੋਈਆਂ ਨੇ। ਹੋ ਸਕਦਾ ਮੇਰੇ ਬੱਚਾ ਉਹਦੇ ਕੋਲ ਦੇਖਣ ਵੀ ਨਾ। ਉਹ ਪੇਠਾ ਹੈ ਉਦਾਹਰਨ ਦੇ ਤੌਰ 'ਤੇ। ਪੇਠਾ ਮੈਨੂੰ ਬਹੁਤ ਸਵਾਦ ਲੱਗਦਾ ਕਿਉਂਕਿ ਬਚਪਨ 'ਚ ਮੈਂ ਬਹੁਤ ਖਾਧਾ। ਜਿਵੇਂ ਮੇਰੇ ਬੱਚੇ ਪੇਠੇ ਵੱਲ ਦੇਖਦੇ ਵੀ ਨਹੀਂ। ਠੀਕ ਹੈ ਨਾ। ਅਸੀਂ ਘੀਆ ਇੰਨਾ ਖਾਧਾ ਹੋਇਆ, ਪੇਠਾ ਇੰਨਾ ਖਾਧਾ ਹੋਇਆ, ਭੜਥਾ। ਹੁਣ ਭੜਥਾ ਜਿਹੜੀ ਫੇਵਰਟ ਡਾਈਟ ਹੈ ਸੀਗੀ ਮੇਰੀ, ਅਤੇ ਹੁਣ ਵੀ ਹੈਗੀ ਆ। ਕਿਉਂਕਿ ਜੋ ਬਚਪਨ 'ਚ ਟੇਸਟ ਬਣ ਜਾਂਦਾ ਉਹ ਜਾਂਦਾ ਨਹੀਂ ਹੈ। ਫਿਰ ਅੱਜ ਵੀ ਜੇ ਭੜਥਾ ਬਣਿਆ ਹੋਵੇ ਤਾਂ ਮੈਂ ਮਤਲਬ ਅੰਦਰੋਂ ਇੱਕ ਵਾਹ ਉਹਦੀ ਆਪਣੇ ਆਪ ਨਿਕਲ ਜਾਂਦੀ ਹੈ ਵੀ ਕਿਆ ਬਾਤ ਹੈ। ਠੀਕ ਹੈ ਨਾ। ਤਾਂ ਉਹ ਜਿਹੜੇ ਇਸ ਕਰਕੇ ਜਿਹੜੇ ਟੇਸਟ ਬਣਦੇ ਆ ਬਚਪਨ ਤੋਂ ਬਣਦੇ ਆ। ਤਾਂ ਜਿਹੜਾ ਬੰਦਾ ਜਵਾਨੀ 'ਚ ਆਪਾਂ ਹੁਣ ਬਿਮਾਰ ਤਾਂ ਜਾ ਕੇ ਉਹਨੇ ਬਾਅਦ 'ਚ ਹੋਣਾ, ਅਤੇ ਇਸ ਕਰਕੇ ਉਹ ਉਹੀ ਖਾਣਾ ਚਾਹੇਗਾ ਜਿਹੜਾ ਉਹਨੂੰ ਪਸੰਦ ਹੈ। ਹੁਣ ਸਾਨੂੰ ਇਹ ਸਾਡਾ ਫਰਜ਼ ਬਣਦਾ ਡਾਈਟ ਨਾਲ ਜਿਹੜੇ ਅਸੀਂ ਠੀਕ ਕਰਦੇ ਹਾਂ ਬਿਮਾਰੀਆਂ ਨੂੰ। ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਬੰਦੇ ਦੇ ਹਿਸਾਬ ਨਾਲ ਢਾਲ ਦਈਏ ਡਾਈਟ ਨੂੰ, ਤਾਂ ਕਿ ਉਹ ਬੰਦਾ ਫਿਰ ਉਹ ਸਵਾਲ ਪੁੱਛੀ ਜਾਏਗਾ ਕਿੰਨਾ ਚਿਰ ਖਾਣਾ ਜੀ। ਇਹ ਜਿਵੇਂ ਦਵਾਈ ਖਾਣੀ ਹੁੰਦੀ ਨਾ, ਉੱਦਾਂ ਹੀ ਪੁੱਛੇਗਾ ਵੀ ਖਾਣਾ ਹੈ, ਜਿੰਨਾ ਚਿਰ ਤੂੰ ਤੰਦਰੁਸਤ ਰਹਿਣਾ ਉਹਨਾਂ ਚਿਰ ਖਾਣਾ ਪਏਗਾ। ਉਹ ਤਾਂ ਹੀ ਖਾਏਗਾ
ਜੇ ਤੁਸੀਂ ਉਹਦੇ ਹਿਸਾਬ ਨਾਲ ਢਾਲ ਦੋਗੇ ਤਾਂ। ਦੂਜਾ ਉਸ ਤੋਂ ਅੱਗੇ ਆ ਗਿਆ ਕਿ ਕਿਸੇ ਬੰਦੇ ਨੇ ਕਿ ਦਫ਼ਤਰ ਜਾਣਾ ਹੈ, ਉਹ ਲੈ ਕੇ ਕਿਵੇਂ ਜਾਏਗਾ, ਨਾਲ ਇਹ ਵੀ ਢਾਲਣਾ ਪਏਗਾ। ਉਹ ਕਿਸੇ ਦੀ ਡਿਊਟੀ ਮਾਰਨਿੰਗ ਦੀ ਹੈ, ਕਿਸੇ ਦੀ ਈਵਨਿੰਗ ਦੀ ਹੈ, ਕਿਸੇ ਦੀ ਨਾਈਟ ਹੈ, ਉਹਨੂੰ ਉਹਦੇ ਹਿਸਾਬ ਨਾਲ ਢਾਲਣਾ ਪਏਗਾ। ਫਿਰ ਬਿਮਾਰੀ ਦੇ ਹਿਸਾਬ ਨਾਲ ਢਾਲਣਾ ਪਏਗਾ। ਸੋ ਸਾਡੀ ਕਲਾ ਕੀ ਹੈ ਕਿ ਅਸੀਂ ਬੰਦੇ ਦੇ ਹਿਸਾਬ ਨਾਲ, ਇੰਡੀਵਿਜੂਅਲ ਦੇ ਹਿਸਾਬ ਨਾਲ ਡਾਈਟ ਨੂੰ ਢਾਲ ਦਿੰਦੇ ਹਾਂ, ਤਾਂ ਕਿ ਉਹ ਬੰਦੇ ਨੂੰ ਨੈਚੁਰਲ ਲੱਗੇ, ਕੋਈ ਦਿੱਕਤ ਨਾ ਲੱਗੇ, ਉਹਨੂੰ ਸਵਾਦ ਵੀ ਲੱਗੇ, ਉਹ ਆਨੰਦ ਵੀ ਲਏ ਤੇ ਉਹ ਖਾਵੇ ਵੀ। ਕਿ ਭੋਜਨ ਜਿਹੜਾ ਆਨੰਦ ਤੋਂ ਬਿਨਾਂ ਭੋਜਨ ਨਹੀਂ ਖਾ ਸਕਦਾ ਬੰਦਾ। ਭੋਜਨ 'ਚ ਬੰਦਾ ਆਨੰਦ ਢੂੰਡਦਾ ਤੇ ਆਨੰਦਮਈ ਭੋਜਨ ਨੂੰ ਬਣਾਉਣਾ ਬੇਹੱਦ ਜ਼ਰੂਰੀ ਹੁੰਦਾ। ਇਸ ਕਰਕੇ ਆਪਾਂ ਨੂੰ ਭੋਜਨ ਇਹਨਾਂ ਮਿਲਟਸ ਨੂੰ, ਚਾਹੇ ਉਹ 5 ਪੋਜ਼ੀਟਿਵ ਗ੍ਰੇਨਸ ਨੇ ਤੇ ਚਾਹੇ ਉਹ ਨਿਊਟਰਲ ਗ੍ਰੇਨਸ ਨੇ, ਇਹਨਾਂ ਨੂੰ ਖਾਣਾ ਕਿੱਦਾਂ ਹੈ? ਉਹ ਸਾਡੇ ਕਲਚਰ, ਜਿਵੇਂ ਪੰਜਾਬ ਦੇ ਕਲਚਰ 'ਚ ਕੀ ਹੈ, ਰੋਟੀ ਹੈ, ਪਰੌਂਠਾ ਹੈ, ਉਸ ਤੋਂ ਅੱਗੇ ਖਿਚੜੀ ਆ। ਸੋ ਇਹ 3 ਕਿਸਮ ਦੇ ਖਾਣੇ ਅਸੀਂ ਖਾਂਦੇ ਹਾਂ। ਜਾਂ ਜੇ ਸਵੀਟ ਡਿਸ਼ ਦੇ ਤੌਰ 'ਤੇ ਖਾਣਾ ਤਾਂ ਖੀਰ ਖਾਵਾਂਗੇ ਜਾਂ ਹਲਵਾ ਖਾਵਾਂਗੇ। ਤਾਂ ਇਹ ਸਾਰੀਆਂ ਡਿਸ਼ਜ਼ ਇਹਦੀਆਂ ਬਣਦੀਆਂ ਨੇ। ਰੋਟੀ ਵੀ ਫਸਟ ਕਲਾਸ ਬਣਦੀ ਹੈ। ਥੋੜ੍ਹੀ ਜਿਹੀ ਕਲਾ ਅਲੱਗ ਹੈ, ਇਹਦੀ ਕਲਾਕਾਰੀ ਅਲੱਗ ਹੈ ਇਹਦੀ ਰੋਟੀ, ਕਿਉਂਕਿ ਇਹਦੇ 'ਚ ਫਾਈਬਰ ਕੰਟੈਂਟ ਬਹੁਤ ਜ਼ਿਆਦਾ ਹੈ। ਜੇ ਤੁਸੀਂ ਇਹਨੂੰ ਠੰਡੇ ਪਾਣੀ ਨਾਲ ਗੁੰਨ ਕੇ ਤੇ ਉਸੇ ਵੇਲੇ ਪਕਾ ਦੋਗੇ ਤਾਂ ਰੋਟੀ ਬਹੁਤ ਸਖਤ ਬਣੇਗੀ। ਨਾ ਤਾਂ ਤੁਹਾਨੂੰ ਸਵਾਦ ਲੱਗੇਗੀ, ਨਾ ਤੁਹਾਨੂੰ ਆਨੰਦ ਨਹੀਂ ਆਏਗਾ। ਤੁਹਾਨੂੰ ਲੱਗੇਗਾ ਵੀ ਤੁਸੀਂ ਜਿਹੜਾ ਜ਼ੋਰ ਜ਼ਬਰਦਸਤੀ ਖਾ ਰਹੇ ਹੋ ਢਿੱਡ ਭਰਨ ਵਾਸਤੇ। ਲੇਕਿਨ ਜੇ ਉਸੇ ਆਟੇ ਨੂੰ ਤੁਸੀਂ ਉਬਲਦੇ ਪਾਣੀ 'ਚ ਇੱਕ ਵਾਰੀ ਹਿਲਾ ਕੇ ਛੱਡ ਦੋਗੇ ਢੱਕ ਕੇ, ਅਸੀਂ ਕਹਿੰਦੇ ਹਾਂ ਕਿ ਉਬਲਦੇ ਪਾਣੀ 'ਚ ਆਟੇ 'ਚ ਪਾਓ ਉਬਲਦਾ ਪਾਣੀ, ਉਹਨੂੰ ਹਿਲਾਓ ਚਮਚੇ ਨਾਲ ਚੰਗੀ ਤਰ੍ਹਾਂ, ਜਿਵੇਂ ਆਪਾਂ ਫੈਂਟ ਦਿਓ ਤੇ ਉਸ ਤੋਂ ਬਾਅਦ ਉਹਨੂੰ ਢੱਕ ਦਿਓ। ਉਹਦੀ ਸਟੀਮ ਅੰਦਰ ਰਹੇਗੀ ਥੋੜ੍ਹੀ ਜਿਹੀ, 10 ਮਿੰਟ 15 ਮਿੰਟ ਅੱਧਾ ਘੰਟਾ। ਉਹ ਕੀ ਕਰੇਗੀ, ਉਹਨੂੰ ਉਹ ਜਿਹੜੀ ਫਾਈਬਰ ਹੋਈ ਹੈ ਥੋੜ੍ਹਾ ਜਿਹਾ ਉਹਨੂੰ ਨਰਮ ਕਰ ਦੇਗੀ। ਉਸ ਤੋਂ ਬਾਅਦ ਅਸੀਂ ਕਹਿੰਦੇ ਥੋੜ੍ਹਾ ਢੱਕ ਕੇ ਘੰਟਾ ਪਹਿਲਾਂ ਗੁੰਨ ਲਓ ਆਟਾ। ਉਹ ਜਿਹੜਾ ਘੰਟਾ 1.5 ਘੰਟਾ ਗੁੰਨਿਆ ਰਹੇਗਾ, 2 ਘੰਟੇ, ਉਹਦੇ ਨਾਲ ਕੀ ਹੋਏਗਾ ਕਿ ਉਹ ਫਾਈਬਰ ਹੋਰ ਨਰਮ ਹੋ ਜਾਏਗੀ। ਜਦੋਂ ਫਾਈਬਰ ਨਰਮ ਹੋ ਗਈ ਤਾਂ ਰੋਟੀ ਬਹੁਤ ਵਧੀਆ ਬਣੇਗੀ। ਸੋ ਇਹਦੀ ਸਵਾਦ ਰੋਟੀ ਬਣਾਉਣ ਦੇ ਵਿੱਚ ਜਿਹੜਾ ਉਹਦਾ ਕਲਾਕਾਰੀ ਹੈ, ਉਹਦੇ 'ਚ 2 ਇਹ ਗੱਲਾਂ ਮੁੱਖ ਨੇ ਕਿ ਆਟਾ ਗੁੰਨਣਾ ਜਿਹੜਾ ਰੋਟੀ ਬਣਾਉਣ ਤੋਂ ਪਹਿਲਾਂ ਗੁੰਨ ਲਓ, ਜਿੰਨਾ ਵੱਧ ਤੋਂ ਵੱਧ ਹੋ ਸਕੇ 2 ਘੰਟੇ ਤੱਕ ਵੀ ਜਾ ਸਕਦੇ ਆਪਾਂ। ਫਿਰ ਤੇਜ਼ ਗਰਮ ਪਾਣੀ 'ਚ ਉਹਨੂੰ ਇੱਕ ਵਾਰੀ ਹਿਲਾ ਦਿਓ। ਤੀਜਾ ਤਰੀਕਾ ਅਸੀਂ ਕੀ ਸੁਜੈਸਟ ਕਰਦੇ ਹਾਂ ਕਿ ਤੁਸੀਂ ਉਹਨੂੰ ਥੋੜ੍ਹਾ ਸੁੱਕਾ ਆਟਾ ਪਾ ਕੇ ਕੜਾਹੀ 'ਚ, ਤੇ ਜਿੱਦਾਂ ਆਪਾਂ ਕੜਾਹ ਬਣਾਉਣ ਤੋਂ ਪਹਿਲਾਂ ਆਟਾ ਭੁੰਨਦੇ ਹਾਂ, ਥੋੜ੍ਹਾ ਚਮਚਾ ਘਿਓ ਦਾ ਪਾ ਕੇ ਉਹਨੂੰ ਹਲਕਾ ਜਿਹਾ ਸੁੱਕਾ ਜਿਹਾ ਭੁੰਨ ਲਓ। ਫਿਰ ਸੁੱਕਾ ਜਿਹਾ ਭੁੰਨ ਕੇ ਫਿਰ ਉਹ 'ਚ ਪਾਣੀ ਪਾਓ। ਫਿਰ ਜਦੋਂ ਪਾਣੀ ਪਾਓਗੇ ਤਾਂ ਫਿਰ ਉਹ ਜਿਹੜਾ ਹੈ ਉਹ ਜਿਹੜਾ ਉੱਦਾਂ ਜਿਹੜਾ ਡਿਫਰੈਂਟ ਟਾਈਪ ਦਾ ਜਿਹੜਾ ਬਣੇਗਾ ਉਹਦਾ ਟੈਕਸਚਰ, ਤਾਂ ਉਹ ਰੋਟੀ ਬਹੁਤ ਨਰਮ ਬਣੇਗੀ। ਸੋ ਇੱਦਾਂ ਅਸੀਂ ਇਹ ਕਲਾਕਾਰੀ ਵੀ ਸਿਖਾਉਂਦੇ ਹਾਂ ਮਰੀਜ਼ਾਂ ਨੂੰ ਕਿ ਇਹ ਕਲਾਕਾਰੀ ਕਿਵੇਂ ਹੈ। ਫਿਰ ਉਹਦੀ ਜਿਹੜੀ ਖਿਚੜੀ ਬਣਾਉਣੀ ਹੈ ਉਹ ਕਿੱਦਾਂ ਬਣਾਉਣੀ, ਇਹ ਇੱਕ ਭਿਉਣਾ ਪੈਂਦਾ ਇਹਨਾਂ ਨੂੰ। ਸਭ ਤੋਂ ਵੱਡੀ ਗੱਲ ਜਿਹੜਾ ਫ਼ਰਕ ਹੈ ਕਿ ਇਹਨਾਂ ਅਨਾਜਾਂ ਨੂੰ ਜੇ ਤੁਸੀਂ ਖਿਚੜੀ ਵਾਂਗੂ ਬਣਾਉਣਾ ਹੈ ਤਾਂ ਇਹਨੂੰ 6 ਘੰਟੇ, ਘੱਟੋ ਘੱਟ 4 ਘੰਟੇ, ਵੱਧ ਤੋਂ ਵੱਧ 8 ਘੰਟੇ ਭਿਉਂ। ਔਰ ਭਿਉਣ ਤੋਂ ਪਹਿਲਾਂ ਧੋ ਲਓ, ਸਿੰਗਲ ਵਾਸ਼ ਧੋ ਲਓ ਤਾਂ ਕਿ ਮਿੱਟੀ ਜਾਂ ਫੱਕ ਨਿਕਲ ਜਾਵੇ। ਫਿਰ ਉਸੇ ਪਾਣੀ 'ਚ ਹੀ ਅਗਲੇ ਦਿਨ ਬਣਾਉਣਾ ਉਹਨੂੰ। ਫਿਰ ਪਾਣੀ ਬਦਲਣਾ ਨਹੀਂ ਹੈ, ਕਿਉਂਕਿ ਉਹਦੇ ਜਿਹੜੇ ਕੁਛ ਖੁਰਾਕੀ ਤੱਤ ਨੇ ਉਹ ਪਾਣੀ 'ਚ ਆ ਜਾਂਦੇ ਆ। ਜਿਵੇਂ ਕੋਧਰਾ ਹੈ, ਕੋਧਰੇ ਦਾ ਪਾਣੀ ਲਾਲ ਰੱਤਾ ਹੋ ਜਾਂਦਾ ਜਦੋਂ ਭਿਉਂ ਕੇ ਰੱਖੋਗੇ, ਤਾਂ ਇਹਦਾ ਮਤਲਬ ਉਹਦੇ 'ਚ ਖੁਰਾਕੀ ਤੱਤ ਉਹਦੇ 'ਚ ਆ ਗਏ। ਕੰਗਣੀ ਦਾ ਹਰਾ ਹੋ ਜਾਂਦਾ, ਹਰੀ ਕੰਗਣੀ 'ਚ ਹਰਾ ਹੋ ਜਾਂਦਾ, ਜਿਹੜੀ ਕੰਗਣੀ 'ਚ ਪੀਲਾ ਹੋ ਜਾਂਦਾ। ਇਹਦਾ ਮਤਲਬ ਉਹਦੇ ਜਿਹੜੇ ਖੁਰਾਕੀ ਤੱਤ ਨੇ ਉਹ ਉਹਦੇ ਵਿੱਚ ਆ ਜਾਂਦੇ ਆ। ਤਾਂ ਉਹ ਜਿਹੜੇ ਚੀਜ਼ਾਂ ਨੇ ਉਹ ਉਹਨੂੰ ਪਾਣੀ ਨੂੰ ਵੇਸਟ ਨਹੀਂ ਕਰਨਾ, ਉਸੇ ਪਾਣੀ 'ਚ ਬਣਾਉਣਾ। ਆਟੇ ਦਾ ਜਿੱਥੇ ਤੱਕ ਸਵਾਲ ਹੈ, ਜੇ ਇਹਦਾ ਆਟਾ ਨਾ ਵੀ ਪਿਆ ਜਾਵੇ, ਅਸੀਂ ਪ੍ਰੈਫਰ ਕਰਦੇ ਹਾਂ ਕਿ ਆਟਾ ਤੁਸੀਂ ਨਾ ਭਿਓ ਇਹਦਾ। ਉਹਨੂੰ ਭਿਉਂ ਕੇ ਥੋੜ੍ਹੇ ਪਾਣੀ 'ਚ ਭਿਓਵੋ, ਜਸਟ ਡਿਪ ਹੁੰਦਾ ਹੋਵੇ, ਉਹ ਜੋ ਮਿਕਸੀ 'ਚ ਗੇੜਾ ਦਿਓ ਅਤੇ ਗੇੜਾ ਦੇ ਕੇ ਉਹ ਥੋੜ੍ਹਾ ਜਿਹਾ ਫਰਾਈ ਉਹਦਾ ਕਰ ਲਓ, ਭੁੰਨ ਲਓ ਕੜਾਹੀ ਦੇ ਵਿੱਚ ਪਾ ਕੇ, ਅਤੇ ਫਿਰ ਉਹਨੂੰ ਉਹਦੀ ਰੋਟੀ ਬਣਾ ਲਓ, ਤਾਂ ਫਿਰ ਵੀ ਉਹ ਰੋਟੀ ਵਧੀਆ ਬਣ ਜਾਂਦੀ ਹੈ। ਸੋ ਖਿਚੜੀ ਅਤੇ ਰੋਟੀ ਇਹ ਸਾਡੇ 2 ਮੁੱਖ ਉਹਦੇ ਤਰੀਕੇ ਨੇ ਖਾਣ ਦੇ, ਸਟੈਪਲ ਫੂਡ। ਹਾਲਾਂਕਿ ਇਹਦੀਆਂ ਰੈਸਪੀਜ਼ ਤਾਂ ਦੁਨੀਆ ਭਰ ਦਾ ਹਰ ਚੀਜ਼ ਬਣ ਸਕਦੀ ਹੈ ਇਹਦੀ। ਜੋ ਤੁਸੀਂ ਚੀਜ਼ ਕਣਕ ਦੀ ਅਤੇ ਚੌਲ ਦੀ ਬਣਾ ਸਕਦੇ ਹੋ, ਸਭ ਚੀਜ਼ ਇਹਦੀ ਬਣਦੀ ਹੈ। ਇਡਲੀ ਤੋਂ ਲੈ ਕੇ ਵੜੇ ਤੋਂ ਲੈ ਕੇ ਸਭ ਕੁਛ ਬਣਦਾ। ਕੜਾਹ ਬਣਾ ਲਓ, ਖੀਰ ਬਣਾ ਲਓ, ਜੋ ਮਰਜ਼ੀ ਬਣਾ ਲਓ ਤੁਸੀਂ। ਆਪਾਂ ਕਿੰਨੀ ਵਾਰੀ ਖਾਈ ਹੈ ਖੀਰ, ਜਿਹੜੀ ਹੈ ਬਹੁਤ ਵਧੀਆ ਬਣਦੀ ਹੈ ਬਿਨਾਂ ਦੁੱਧ ਦੇ। ਖੀਰ ਦਾ ਮਤਲਬ ਵੀ ਜ਼ਰੂਰੀ ਦੁੱਧ ਪਾਉਣਾ ਆਪਾਂ ਨੇ। ਤਾਂ ਇਹ ਜਿਹੜੀ ਕਲਾਕਾਰੀ ਹੈਗੀ। ਲੇਕਿਨ ਜਿਹੜੀ ਤੀਜੀ ਕਲਾਕਾਰੀ ਹੈ, ਇਹਨੂੰ ਖਮੀਰ ਕਰਕੇ ਖਾਣਾ, ਉਹ ਸਭ ਤੋਂ ਉੱਤਮ ਹੈ। ਕਿ ਜਦੋਂ ਤੁਸੀਂ ਇਹਨੂੰ ਖਮੀਰ ਕਰਦੇ ਹੋ ਤਾਂ ਇਹ ਇਕੱਲੇ ਪ੍ਰੀਬਾਇਓਟਿਕ ਨਹੀਂ ਹੈ, ਫਿਰ ਪ੍ਰੋਬਾਇਓਟਿਕ ਵੀ ਹੋ ਗਏ, ਯਾਨੀ ਕਿ ਉਹ ਬੈਕਟੀਰੀਆ ਵੀ ਹਵਾ 'ਚੋਂ ਇਹਦੇ ਵਿੱਚ ਆ ਜਾਂਦੇ ਆ। ਤਾਂ ਉਹਦਾ ਤਰੀਕਾ ਅਸੀਂ ਸਮਝਾਉਂਦੇ ਹਾਂ ਮਰੀਜ਼ਾਂ ਨੂੰ ਕਿ ਅਸੀਂ ਖਮੀਰ ਕਿੱਦਾਂ ਕਰਨਾ। ਖਮੀਰ ਦਾ ਮੋਟਾ ਜਿਹਾ ਤਰੀਕਾ ਹੁੰਦਾ ਕਿ ਇਹਨੂੰ
10 ਗੁਣਾ ਪਾਣੀ 'ਚ ਭਿਉਂ ਕੇ ਫਿਰ ਉਹਨੂੰ ਉਬਾਲ ਕੇ 15 ਮਿੰਟ ਕੁੱਕ ਕਰਕੇ ਫਿਰ ਉਹਨੂੰ ਛੱਡ ਦਈਦਾ 7-8 ਘੰਟੇ। ਉਹਦੇ 'ਚ ਕੀ ਹੁੰਦਾ, ਹਵਾ 'ਚੋਂ ਜਿਹੜੇ ਬੈਕਟੀਰੀਆ ਹੁੰਦੇ ਉਹ ਲੈ ਲੈਂਦੀ ਹੈ ਤੇ ਉਹ ਫਰਮੈਂਟ ਹੋ ਜਾਂਦੀ ਹੈ। ਸੋ ਉਹ ਪ੍ਰੋਬਾਇਓਟਿਕ ਵੀ ਹੋ ਗਈ, ਯਾਨੀ ਕਿ ਸਾਡੇ ਗੱਟ ਬੈਕਟੀਰੀਆ, ਮੰਨ ਲਓ ਕੱਲ੍ਹ ਅਸੀਂ ਕੋਈ ਐਂਟੀਬਾਇਓਟਿਕ ਖਾ ਰਿਹਾ ਆ, ਕੋਈ ਅੰਦਰ ਅਸੀਂ ਪੈਸਟੀਸਾਈਡ ਵਾਲਾ ਖਾਣਾ ਖਾ ਰਹੇ ਹਾਂ, ਉਹ ਜਿੰਨੇ ਕਿ ਸਾਡੇ ਗੱਟ ਫਲੋਰਾ ਕਈ ਵਾਰੀ ਕਮਜ਼ੋਰ ਪੈ ਜਾਂਦਾ, ਉਹਦੇ ਨਾਲ ਹੋਰ ਸਟਰੋਂਗ ਹੋ ਜਾਏਗਾ। ਸੋ ਫਰਮੈਂਟਡ ਅੰਬਲੀ ਕਹਿੰਦੇ ਉਹਨੂੰ, ਡਾਕਟਰ ਖਾਦਰ ਵਾਲੀ ਅੰਬਲੀ ਕਹਿੰਦੇ ਉਹਨੂੰ। ਉਹ ਸਾਊਥ ਦੀ ਭਾਸ਼ਾ ਹੈ, ਅਸੀਂ ਉਹਨੂੰ ਖਮੀਰ ਕਹਿ ਦਿੰਦੇ ਹਾਂ ਕਿ ਖਮੀਰ ਕਰਕੇ ਖਾ ਲਓ। ਸੋ ਇਹ ਜਿਹੜਾ ਵਰਤਾਰਾ ਹੈ ਮਿਲਟਸ ਖਾਣ ਦਾ, ਇਹ ਬਹੁਤ ਵੰਡਰਫੁਲ ਵਰਤਾਰਾ। ਤਾਂ ਸਾਡਾ ਮੁੱਖ ਭੋਜਨ ਜਿਹੜਾ ਉਹ ਹੋ ਗਿਆ ਅਨਾਜ ਨਾਲ ਦਾਲ ਜਾਂ ਸਬਜ਼ੀ। ਦਾਲਾਂ ਦਾ ਇੱਕ ਮੋਟਾ ਜਿਹਾ ਅਸੂਲ ਰੱਖਣਾ ਚਾਹੀਦਾ ਹੈ ਕਿ ਦਾਲਾਂ ਜਿਹੜੀਆਂ ਨੇ ਇਹ 20% ਤੋਂ ਉੱਪਰ ਨਹੀਂ ਹੋਣੀ ਚਾਹੀਦੀਆਂ ਅਨਾਜ ਤੋਂ। ਜਿੰਨਾ ਅਨਾਜ ਖਾਣਾ ਹੈ ਉਹਦਾ 5ਵਾਂ ਹਿੱਸਾ ਦਾਲ ਖਾਣੀ ਹੈ, ਨਹੀਂ ਤਾਂ ਬਹੁਤ ਹਾਈ ਪ੍ਰੋਟੀਨ ਹੁੰਦੇ ਉਹਦੇ ਅੰਦਰ। ਹਾਈ ਪ੍ਰੋਟੀਨ ਗੈਸ ਵੀ ਬਣਾਉਣਗੇ, ਉਹ ਪੇਟ ਨੂੰ ਫਾਰਾ ਜਿਹਾ ਵੀ ਕਰਨਗੇ, ਔਰ ਅੱਗੇ ਸਰੀਰ ਨੂੰ ਹਜਮ ਕਰਨੇ ਵੀ ਔਖੇ ਹੋਣਗੇ। ਜਿਹੜੀ ਚੀਜ਼ ਤੁਹਾਨੂੰ ਫਾਰਾ ਕਰ ਰਹੀ ਹੈ, ਪੇਟ 'ਚ ਗੈਸ ਬਣਾ ਰਹੀ ਹੈ, ਸਪਸ਼ਟ ਮੈਸੇਜ ਹੈ ਕੁਦਰਤ ਦਾ ਕਿ ਇਹ ਫੂਡ ਤੁਸੀਂ ਨਹੀਂ ਖਾਣਾ ਜਾਂ ਘੱਟ ਖਾਣਾ। ਤੋ ਦਾਲਾਂ ਜਿਹੜੀਆਂ ਨੇ ਐਕਸੈਸਿਵ ਨਹੀਂ ਖਾਣੀਆਂ, ਦਾਲਾਂ ਖਾਣੀਆਂ ਨੇ ਲੇਕਿਨ ਅਨਾਜ ਦਾ 5ਵਾਂ ਹਿੱਸਾ। ਜੇ ਤੁਸੀਂ 100 ਗ੍ਰਾਮ ਅਨਾਜ ਖਾ ਰਹੇ ਹੋ ਤਾਂ 20 ਗ੍ਰਾਮ ਦਾਲ ਖਾਣੀ ਹੈ। ਜੇ ਤੁਸੀਂ 200 ਗ੍ਰਾਮ ਅਨਾਜ ਖਾ ਰਹੇ ਹੋ ਤਾਂ 50 ਗ੍ਰਾਮ ਦਾਲ ਖਾਣੀ ਹੈ। ਸਬਜ਼ੀਆਂ ਖਾਓ, ਸਬਜ਼ੀਆਂ ਦੀ ਕੋਈ ਦਿੱਕਤ ਨਹੀਂ। ਸਬਜ਼ੀਆਂ ਭਾਂਤ ਬਣਦੀਆਂ ਨੇ, ਉਹਦੇ ਸਬਜ਼ੀਆਂ ਬੇਸਿਕਲੀ ਡਿਫਰੈਂਟ ਪਰਪਸ ਲਈ ਹੁੰਦੀਆਂ ਨੇ, ਸਿਵਾਏ ਥੋੜ੍ਹੀ ਜਿਹੀ ਸਬਜ਼ੀਆਂ ਨੂੰ ਛੱਡ ਕੇ ਉਹਦੇ ਅੰਦਰ ਬੇਸਿਕਲੀ ਕੋਈ ਐਨਰਜੀ ਦੇਣ ਵਾਲਾ ਫੂਡ ਨਹੀਂ ਹੁੰਦਾ। ਜਿਵੇਂ ਆਲੂ ਨੇ, ਹੈ ਤਾਂ ਸਬਜ਼ੀ ਹੈ ਲੇਕਿਨ ਉਹ ਬੇਸਿਕਲੀ ਐਨਰਜੀ ਕਾਰਬੋਹਾਈਡਰੇਟ ਦਿੰਦੇ ਆ। ਇੱਦਾਂ ਅਰਬੀ ਹੈਗੀ ਆ, ਉਹ ਵੀ ਕਹਿ ਸਕਦੇ ਹਾਂ ਆਪਾਂ। ਸੋ ਕੁਛ ਸਬਜ਼ੀਆਂ ਹੈਗੀਆਂ ਜਿਹੜੀਆਂ ਇੱਦਾਂ ਦੀਆਂ, ਬਾਕੀ ਸਬਜ਼ੀਆਂ ਦੇ ਵਿੱਚ ਵਾਈਟਾਮਿਨ ਤੇ ਮਿਨਰਲਸ ਹੁੰਦੇ ਜ਼ਿਆਦਾ। ਇਸੇ ਤਰ੍ਹਾਂ ਫਰੂਟਸ ਵਾਈਟਾਮਿਨ ਤੇ ਮਿਨਰਲਸ ਵਾਲਾ ਫੂਡ ਹੈ, ਉਹ ਐਨਰਜੀ ਵਾਲਾ ਫੂਡ ਨਹੀਂ। ਹਾਲਾਂਕਿ ਥੋੜ੍ਹੀ ਬਹੁਤੀ ਐਨਰਜੀ ਦਿੰਦੇ ਉਹ ਵੀ ਫਰੂਟਸ ਵੀ, ਇਹ ਨਹੀਂ ਨਹੀਂ ਦਿੰਦੇ, ਲੇਕਿਨ ਮੁੱਖ ਤੌਰ 'ਤੇ ਜਿਹੜੀ ਸਟੋਰਡ ਐਨਰਜੀ ਹੈ, ਕੰਡੈਂਸਡ ਐਨਰਜੀ ਹੈ, ਜਿਹਨੂੰ ਕਹਿੰਦੇ ਆ ਜਿਹੜੀ ਐਨਰਜੀ ਇੱਕ ਵਾਰੀ ਖਾ ਕੇ 5-6 ਘੰਟੇ ਸਾਥ ਦੇ ਸਕਦੀ ਹੈ, ਉਹ ਐਨਰਜੀ ਹੁੰਦੀ ਹੈ ਤੁਹਾਡੇ ਅਨਾਜਾਂ 'ਚ ਜਾਂ ਦਾਲਾਂ 'ਚ ਜਾਂ ਘੀ 'ਚ। ਫੈਟ ਤੋਂ ਵੀ ਐਨਰਜੀ ਮਿਲਦੀ ਹੈ। ਤਾਂ ਇਸੇ ਕਰਕੇ ਆਪਣੇ ਖਾਣੇ ਜਿਹੜੇ ਨੇ ਫੈਟ 'ਚ ਬਣਦੇ ਆ, ਐਨਰਜੀ ਉਹਦੇ 'ਚ ਬਣਾਉਂਦੇ ਆਪਾਂ। ਉਹ 'ਚ ਅਸੀਂ ਤੇਲ ਜਿਹੜੇ ਨੇ ਜਿਹੜੀ ਅਨਾਜਾਂ ਤੋਂ ਬਾਅਦ ਆਪਾਂ ਤੇਲ ਲਾਉਂਦੇ ਹਾਂ, ਤੇਲ ਅਸੀਂ ਇਨਕਰੇਜ ਕਰਦੇ ਹਾਂ ਪੇਸ਼ੈਂਟ ਨੂੰ ਕਿ ਗੁੱਡ ਆਇਲਸ ਖਾਓ। ਉਹ ਜਿਹੜਾ ਪੁਰਾਣਾ ਸੀਗਾ ਉਹ ਅਸੀਂ ਰਿਜੈਕਟ ਕਰਤਾ ਹੋਇਆ, ਉਹ ਖੋਜਾਂ ਨੇ ਰਿਜੈਕਟ ਕਰਤਾ ਹੋਇਆ ਕਿ ਆਇਲ ਖਾਣੇ ਬੜਾ ਖਤਰਨਾਕ ਕੰਮ ਹੈ। ਐਸਾ ਕੁਛ ਨਹੀਂ ਹੈ। ਗਲਤ ਆਇਲ ਖਾਣੇ, ਗਲਤ ਆਇਲ ਨਹੀਂ ਖਾਣੇ। ਗਲਤ ਆਇਲ ਕਿਹੜੇ ਨੇ? ਉਹ ਡਾਲਡਾ ਹੈ, ਰਿਫਾਈਨਡ ਹੈ, ਇਹ ਗਲਤ ਨੇ, ਜਾਂ ਕੜਾਈ ਫਰਾਈਂਗ ਹੈ। ਆਇਲ ਖਾਓ ਜਾਂ ਤਾਂ ਕੱਚੇ ਉੱਪਰੋਂ ਪਾ ਕੇ ਜਾਂ ਸਿੰਗਲ ਹੀਟਿੰਗ ਵਾਲੇ। ਸੋ ਆਇਲ ਵੀ ਜਿਹੜੇ ਨੇ ਇੱਦਾਂ ਦੇ ਬਹੁਤ ਵਧੀਆ ਨੇ। ਸੋ ਮੇਨ ਆਪਾਂ ਜਿਹੜੀ ਗੱਲ ਸੀਗੀ ਅਨਾਜਾਂ ਦੀ ਜਿਹੜੀ ਗੱਲ ਸੀਗੀ, ਮੈਂ ਸਮਝਦਾ ਕਿ ਉਹਨੂੰ ਇੱਦਾਂ ਸਮਝਣਾ ਚਾਹੀਦਾ ਅਤੇ ਇੱਦਾਂ ਖਾਣਾ ਚਾਹੀਦਾ। ਡਾਕਟਰ ਸਾਹਿਬ, ਇਹਨੂੰ ਤੁਸੀਂ ਦੱਸਿਆ ਵੀ ਦਾਲਾਂ ਜਾਂ ਕੋਈ ਵੀ ਚੀਜ਼ ਜਿਹੜੀ ਆ ਉਹ ਐਕਸੈਸਿਵ ਆਪਾਂ ਨੇ ਨਹੀਂ ਲੈਣੀ, ਵੱਧ ਨਹੀਂ ਲੈਣੀ ਹੈਗੀ। ਥੋੜ੍ਹਾ ਜਿਹਾ ਪਕਾਉਣ ਦਾ ਤਰੀਕਾ ਵੀ ਦੱਸੋਗੇ? ਕਿਉਂਕਿ ਮਿਲਟਸ ਜਿਹੜਾ ਜਾਂ ਕੋਈ ਵੀ ਚੀਜ਼ ਆਪਾਂ ਪਕਾਉਂਦੇ ਹਾਂ, ਉਹਨੂੰ ਕੁੱਕਰ ਦੇ ਵਿੱਚ ਪਕਾ ਲੈਂਦੇ ਹਾਂ, ਉਹਨੂੰ ਅਲਮੂਨੀਅਮ ਦੇ ਭਾਂਡਿਆਂ 'ਚ ਪਕਾ ਲੈਂਦੇ ਹਾਂ, ਅਤੇ ਉਹ ਜਿਹੜੀ ਇਹ ਚੀਜ਼ ਹੈ ਉਹ ਫਾਇਦਾ ਦੇਣ ਦੀ ਬਜਾਏ ਆਪਾਂ ਛੁਟਕਾਰਾ ਤਾਂ ਆਪਾਂ ਕਣਕ ਚੌਲ ਤੋਂ ਇਸ ਕਰਕੇ ਪਾਇਆ ਕਿ ਉਹ ਆਪਾਂ ਨੂੰ ਬਿਮਾਰ ਕਰ ਰਿਹਾ, ਲੇਕਿਨ ਇਹਨੂੰ ਪਕਾਉਣ ਦਾ ਤਰੀਕਾ ਹੀ ਜਿਹੜਾ ਦੂਜੇ ਫੂਡ ਨੂੰ ਆਪਾਂ ਨੇ ਪਕਾਉਣ ਦਾ ਤਰੀਕਾ ਹੀ ਅਜਿਹਾ ਰੱਖ ਲਿਆ ਕਿ ਉਹ ਉਦੋਂ ਵੱਧ ਬਿਮਾਰ ਕਰ ਦੇਗਾ। ਥੋੜ੍ਹਾ ਜਿਹਾ ਪਕਾਉਣ ਦਾ ਤਰੀਕਾ। ਹਾਂ ਨਹੀਂ, ਇਹ ਬਣਾਉਣ ਦੇ ਤਾਂ ਬਹੁਤ ਆਸਾਨ ਜੇ ਦੋ ਤਿੰਨ ਚਾਰ ਟਿਪਸ ਨੇ, ਉਹ ਹਮੇਸ਼ਾ ਯਾਦ ਰੱਖਣੇ ਆ। ਕੁੱਕਰ ਨੂੰ ਬਾਹਰ ਕੱਢ ਦਿਓ ਰਸੋਈ 'ਚੋਂ, ਬਿਹਤਰ ਹੈ, ਕਿਉਂਕਿ ਕੁੱਕਰ ਜਿਹੜਾ ਹੈ ਇਹ ਖਾਣੇ ਨੂੰ ਪਕਾਉਂਦਾ ਨਹੀਂ ਹੈ, ਤੋੜਦਾ। ਇਸ ਕਰਕੇ ਸਿੰਪਲ ਬੋਇਲਿੰਗ ਜਿਹੜੀ, ਔਰ ਵੀ ਸਲੋ ਅੱਗ 'ਤੇ ਬੋਇਲਿੰਗ। ਜਿਹੜਾ ਪੁਰਾਣਾ ਹਾਰਾ ਸੀਗਾ ਦੈਟ ਵਾਜ਼ ਵੰਡਰਫੁਲ, ਅਤੇ ਅੱਜ ਉਹਦਾ ਮਾਡਰਨ ਸਬਸਟੀਟਿਊਟ ਹੈਗਾ ਸੋਲਰ ਕੁੱਕਰ। ਪਤੀਲਾ ਜਾਂ ਮਟਕੀ, ਮਿੱਟੀ ਦੇ ਭਾਂਡੇ 'ਚ ਸਲੋ ਅੱਗ 'ਤੇ ਉਬਾਲਣਾ ਸਭ ਤੋਂ ਬੈਸਟ ਹੈ। ਮਿੱਟੀ ਤੋਂ ਬਾਅਦ ਅਗਰ ਭਾਂਡਾ ਕੋਈ ਵਰਤਣਾ ਤਾਂ ਫਿਰ ਉਹ ਵਰਤੋ ਤੁਸੀਂ ਪਿੱਤਲ ਦਾ, ਕਾਲੀ ਕੀਤਾ ਹੋਇਆ। ਨੰਬਰ 3 'ਤੇ ਸਟੀਲ ਦਾ। ਐਲੂਮੀਨੀਅਮ ਮਾਈਨਸ ਰਸੋਈ 'ਚੋਂ ਬਾਹਰ ਹੋਣਾ ਚਾਹੀਦਾ। ਐਲੂਮੀਨੀਅਮ ਦਾ ਭਾਂਡਾ ਨਹੀਂ ਵਰਤਣਾ ਚਾਹੀਦਾ। ਉਹੀ ਸਿਲਵਰ, ਉਸੇ ਵੀ ਐਲੂਮੀਨੀਅਮ ਨੂੰ ਕਹਿੰਦੇ ਆ। ਸਿਲਵਰ ਅਤੇ ਐਲੂਮੀਨੀਅਮ, ਉਹ ਸਿਲਵਰ ਐਵੇਂ ਨਾ ਹੀ ਗਲਤ ਪਾਤਾ। ਸਿਲਵਰ ਤਾਂ ਐਕਚੁਅਲ ਚਾਂਦੀ ਹੁੰਦੀ ਹੈ, ਲੇਕਿਨ ਚਾਂਦੀ ਵਰਗੀ ਸ਼ਕਲ ਹੈ ਦੀ, ਇਸ ਕਰਕੇ ਉਹਨੂੰ ਸਿਲਵਰ ਕਹੀ ਜਾਂਦੇ ਅਸੀਂ। ਐਕਚੁਅਲੀ ਐਲੂਮੀਨੀਅਮ ਹੈ। ਐਲੂਮੀਨੀਅਮ ਜਿਹੜਾ ਹੈ ਬਹੁਤ ਹੀ ਗੰਦੀ ਮੈਟਲ ਹੈ। ਇਹਨੂੰ ਜਿਹੜੀ ਹੈ ਇਹ ਨਹੀਂ ਯੂਜ਼ ਕਰਨਾ ਚਾਹੀਦਾ ਭਾਂਡਿਆਂ ਦੀ ਸ਼ਕਲ 'ਚ, ਕਿਉਂਕਿ ਇਹ ਬਹੁਤ ਬਾਡੀ ਅੰਦਰ ਜਾ ਕੇ ਤਬਾਹੀ ਕਰਦੀ ਹੈ। ਸੋ ਸਿਲਵਰ ਨਹੀਂ ਯੂਜ਼ ਕਰਨਾ। ਭਾਂਡੇ ਸਭ ਤੋਂ ਵਧੀਆ ਕੁਕਿੰਗ ਵਾਸਤੇ ਨੇ ਮਿੱਟੀ ਦੇ। ਨੰਬਰ 2 'ਤੇ ਪਿੱਤਲ ਦੇ ਕਲੀ ਕੀਤੇ ਹੋਏ। ਨੰਬਰ 3 'ਤੇ ਲੋਹੇ ਦੇ।
ਦੇਗੀ ਵੀ ਚੱਲ ਜਾਂਦੇ ਨੇ ਜਾਂ ਦੂਜੇ ਲੋਹੇ ਦੇ ਵੀ ਚੱਲ? ਲੋਹੇ ਦਾ ਭਾਂਡਾ ਬਹੁਤ ਜ਼ਿਆਦਾ ਨਹੀਂ ਵਰਤਣੇ, ਬਹੁਤ ਜ਼ਿਆਦਾ, ਕਿਉਂਕਿ ਹਰ ਚੀਜ਼ ਅਗਰ ਲੋਹੇ 'ਚ ਬਣਾਓਗੇ ਤਾਂ ਲੋਹਾ ਬਹੁਤ ਜ਼ਿਆਦਾ ਹੋ ਜਾਏਗਾ। ਲੋਹੇ ਦਾ ਭਾਂਡਾ ਇੱਕ ਅੱਧਾ ਹੋ ਸਕਦਾ, ਜਿਵੇਂ ਕੜਾਹੀ ਰੱਖ ਸਕਦੇ ਆਪਾਂ ਫਰਾਈਂਗ ਕਰਨ ਵਾਸਤੇ, ਪਰ ਉਹ ਵੀ ਲੋਕਾਂ ਨੂੰ ਸੂਟ ਨਹੀਂ ਕਰਦੀ, ਉਹ ਕਾਲਾ ਕਰ ਦਿੰਦੀ ਆ। ਉਹ ਆਇਰਨ ਇੰਨਾ ਜ਼ਿਆਦਾ ਆ ਜਾਂਦਾ ਫੂਡ ਦੇ ਅੰਦਰ ਕਿ ਉਹ ਫੂਡ ਕਾਲਾ ਹੋ ਜਾਂਦਾ। ਸੋ ਦੇਗੀ ਜਿਹੜੀ ਦੇਗੀ ਤਾਂ ਇੱਕ ਅੱਧੀ ਚੀਜ਼, ਇੱਕ ਅੱਧਾ ਭਾਂਡਾ ਰੱਖਣਾ ਚਾਹੀਦਾ, ਜਿਹੜਾ ਕੋਈ ਕਦੇ ਕੋਈ ਭਾਂਡਾ ਹੈ ਉਹਦੇ 'ਚ ਬਣਾ ਲਿਆ, ਜਾਂ ਵੱਧ ਤੋਂ ਵੱਧ ਤੁਸੀਂ ਗਰਮ ਕਰਨ ਵਾਸਤੇ ਰੱਖ ਲਓ। ਕਾਂਸਾ ਤਾਂ ਕਾਂਸੇ ਦੇ ਅੰਦਰ ਵੀ ਕਲੀ ਹੋਣੀ ਚਾਹੀਦੀ ਹੈ, ਕਲੀ ਕਟੇ ਬਿਨਾਂ ਨਹੀਂ ਵਰਤਣਾ ਚਾਹੀਦਾ ਕਾਂਸੇ ਨੂੰ ਵੀ। ਕਾਂਸਾ ਵੀ ਕਿਉਂਕਿ ਫਿਰ ਜ਼ਿਆਦਾ ਹੋ ਜਾਣਗੇ ਕੁਝ ਮੈਟਲਸ, ਹਾਲਾਂਕਿ ਫਿਰ ਵੀ ਉਹ ਐਲੂਮੀਨੀਅਮ ਨਾਲੋਂ ਤਾਂ ਬਚ ਬੈਟਰ ਹੈ ਕਾਂਸਾ, ਲੇਕਿਨ ਕਾਂਸਾ ਅਲੋਏ ਹੈ ਬੇਸਿਕਲੀ ਜ਼ਿੰਕ ਦਾ ਅਤੇ ਕਾਪਰ ਦਾ ਅਤੇ ਇੱਦਾਂ ਦੀਆਂ ਮੈਟਲ ਦਾ। ਉਹਦੇ ਮੁਕਾਬਲੇ 'ਚ ਐਲੂਮੀਨੀਅਮ ਦੇ ਮੁਕਾਬਲੇ ਤਾਂ ਬਹੁਤ ਵਧੀਆ, ਲੇਕਿਨ ਉਹਨੂੰ ਵੀ ਕਲੀ ਕਰਾ ਲੈਣਾ ਚਾਹੀਦਾ, ਕਿਉਂਕਿ ਕਲੀ ਇਹਨਾਂ ਸਾਰਿਆਂ 'ਚੋਂ ਜਿਹੜੀ ਅੰਦਰਲੇ ਪਾਸੇ ਕੋਟ ਕੀਤੀ ਹੋਵੇ, ਤਾਂ ਕਲੀ ਜਿਹੜੀ ਹੈ ਲੀਸਟ ਟੌਕਸਿਕ ਹੈ। ਜਿਹੜੀ ਕਲੀ ਹੈ ਉਹਦੇ ਅੰਦਰ ਜਿਹੜਾ ਜ਼ਹਿਰੀਲਾ ਮਾਦਾ ਉਹ ਬਹੁਤ ਘੱਟ ਹੈ, ਉਹ ਨੁਕਸਾਨ ਨਹੀਂ ਕਰਦਾ ਉਹਨਾਂ। ਅਤੇ ਜਿਹੜਾ ਐਲੂਮੀਨੀਅਮ ਹੈ ਸਭ ਤੋਂ ਜ਼ਿਆਦਾ ਨੁਕਸਾਨ ਕਰਦਾ। ਨੋਨ ਸਟਿਕ ਦੇ ਅੰਦਰ ਵੀ ਪਲਾਸਟਿਕ ਹੈ। ਨੋਨ ਸਟਿਕ ਦਾ ਮਤਲਬ ਹੈ ਕਿ ਉਹਦੇ ਅੰਦਰ ਪਲਾਸਟਿਕ ਕੋਟਿੰਗ ਹੈ, ਉਹ ਖਾਸ ਕਿਸਮ ਦਾ ਪਲਾਸਟਿਕ ਹੈ, ਉਹ ਹੌਲੀ ਹੌਲੀ ਤੁਹਾਡੇ ਅੰਦਰ ਹੀ ਜਾਣਾ। 6 ਮਹੀਨੇ ਬਾਅਦ ਉਹ ਨੋਨ ਸਟਿਕ ਹੋ ਜਾਂਦਾ, ਉਹ ਜਿਹੜਾ ਪਲਾਸਟਿਕ ਕਿੱਥੇ ਗਿਆ? ਪਲਾਸਟਿਕ ਤੁਹਾਡੇ ਅੰਦਰ ਗਿਆ ਸਾਰਾ ਉਹ। ਸੋ ਜਿਹੜਾ ਨੋਨ ਸਟਿਕ ਹੈ ਉਹ ਵੀ ਕਿਸੇ ਨਾ ਕਿਸੇ ਖਤਰਨਾਕ ਹੈ। ਸੋ ਸਭ ਤੋਂ ਜ਼ਿਆਦਾ ਉੱਤਮ ਭਾਂਡਾ ਜਿਹੜਾ ਹੈਗਾ ਉਹ ਹੈਗਾ ਮਿੱਟੀ ਦਾ ਜਾਂ ਸਿਰਾਮਿਕ। ਉਸ ਤੋਂ ਬਾਅਦ ਸਿਰਾਮਿਕ ਯੂਜ਼ ਕਰ ਸਕਦੇ ਹਾਂ। ਜੇ ਸਟੋਰ ਕਰਨ ਵਾਸਤੇ ਯੂਜ਼ ਕਰਨਾ ਭਾਂਡਾ ਤਾਂ ਕੱਚ ਦੇ ਭਾਂਡੇ ਸਭ ਤੋਂ ਵਧੀਆ ਨੇ। ਜਿਹੜੇ ਗਲਾਸ ਬਾਉਲਸ ਜਿਹੜੇ ਨੇ ਉਹ ਲੈ ਕੇ ਆਓ, ਗਲਾਸ ਬਾਉਲ ਜਿਹੜੇ ਨੇ ਸਟੋਰ ਕਰਨ ਲਈ ਸਭ ਤੋਂ ਵਧੀਆ ਰਹਿੰਦੇ ਆ। ਨਹੀਂ ਫਿਰ ਜੇ ਸਸਤਾ ਤਾਂ ਸਸਤਾ ਸਟੀਲ ਹੈ। ਫਿਰ ਸਟੀਲ ਐਕਚੁਅਲੀ ਸਟੀਲ ਨਹੀਂ ਹੈਗਾ, ਉਹ ਸਟੀਲ ਦੇ ਨਾਂ 'ਤੇ ਧੋਖਾ ਹੋ ਰਿਹਾ। ਸਟੀਲ ਨਹੀਂ ਹੈ, ਉਹ ਨਿਕਲ ਅਤੇ ਸਟੀਲ ਦਾ ਅਲੋਏ ਹੈ, ਅਤੇ ਨਿਕਲ ਟੌਕਸਿਕ ਮੈਟਲ ਹੈ। ਨਿਕਲ ਜਿਹੜੀ ਉਹ ਟੌਕਸਿਕ ਮੈਟਲ ਹੈ। ਜਿਹੜੀ ਚਮਕ ਰਹਿੰਦੀ ਹੈ, ਚਮਕ ਸਟੀਲ ਚਮਕੀਲਾ ਨਹੀਂ ਹੁੰਦਾ, ਸਟੀਲ ਤਾਂ ਬਹੁਤ ਡਲ ਹੁੰਦਾ। ਚਮਕ ਲਿਆਉਣ ਲਈ ਜਿਹੜੇ ਤੁਹਾਡੇ 'ਤੇ ਆਹ ਚਮਕ ਦਿਖ ਰਹੀ ਹੈ ਸਾਰੀ, ਇਹ ਕਾਹਦੀ ਚਮਕ ਹੈ? ਕ੍ਰੋਮੀਅਮ ਦੀ ਹੈ। ਜਿਹੜੀ ਚੀਜ਼ ਖਾਣ ਵਾਲੀ ਚੀਜ਼ ਹੈ ਉਹਦੇ ਅੰਦਰ ਆਪਾਂ ਭਾਂਡਿਆਂ ਦੇ ਅੰਦਰ ਤਾਂ ਅਸੀਂ ਯੂਜ਼ ਕਰਦੇ ਹਾਂ ਨਿਕਲ, ਕਿਉਂਕਿ ਕ੍ਰੋਮੀਅਮ ਬਹੁਤ ਜ਼ਹਿਰੀਲਾ। ਲੇਕਿਨ ਆਹ ਜਿਹੜੀ ਤੁਹਾਨੂੰ 4 ਮਸ਼ੀਨਰੀ ਪਾਰਟਸ ਨੇ, ਕੋਈ ਹੋਰ ਜਿਹੜੇ ਨੇ ਆ ਪੌੜੀਆਂ ਬਣਦੀਆਂ, ਟੇਬਲ ਬਣਿਆ ਹੋਇਆ, ਇਹਦੇ ਉੱਪਰ ਕੀ ਕੋਟਿੰਗ ਕੀਤੀ ਹੋਈ ਹੈ? ਕ੍ਰੋਮੀਅਮ ਦੀ। ਤਾਂ ਕ੍ਰੋਮੀਅਮ ਬਹੁਤ ਜ਼ਹਿਰੀਲਾ ਹੁੰਦਾ। ਕ੍ਰੋਮੀਅਮ ਵੀ ਘੱਟ ਤੋਂ ਘੱਟ ਯੂਜ਼ ਕਰਨਾ ਚਾਹੀਦਾ ਹੈ। ਵੈਸੇ ਵੀ ਕ੍ਰੋਮੀਅਮ ਕੋ ਅਲਟੀਮੇਟਲੀ ਸਾਰੇ ਇਨਵਾਇਰਮੈਂਟ 'ਚ ਜਾਂਦੇ ਆ। ਤੋ ਇਸ ਕਰਕੇ ਇਹ ਹੈਵੀ ਮੈਟਲ ਜਿਹੜੀਆਂ, ਕੋਈ ਹੈਵੀ ਮੈਟਲ ਦਾ ਪ੍ਰਕੋਪ ਬਹੁਤ ਜ਼ਿਆਦਾ ਸਾਡੇ ਆਲੇ ਦੁਆਲੇ 'ਚ ਪੰਜਾਬ ਦੇ ਅੰਦਰ, ਖਾਸ ਕਰਕੇ ਕਿਉਂਕਿ ਅਸੀਂ ਥਰੜਾ ਪਾਣੀ ਬਹੁਤ ਵਰਤ ਰਹੇ ਹਾਂ, ਅਤੇ ਹੈਵੀ ਮੈਟਲ ਨੇ ਸਾਡੇ ਅੰਦਰ ਬਹੁਤ ਜ਼ਿਆਦਾ ਆ ਗਈਆਂ ਹੋਈਆਂ ਨੇ। ਤੋ ਹੈਵੀ ਮੈਟਲ ਤੋਂ ਬਹੁਤ ਚੇਤੰਨ ਰਹਿਣਾ ਚਾਹੀਦਾ। ਯੂਰੇਨੀਅਮ ਸਮੇਤ ਹੈਵੀ ਮੈਟਲ ਬਹੁਤ ਜ਼ਿਆਦਾ ਨੇ ਪੰਜਾਬ ਦੇ ਇਨਵਾਇਰਮੈਂਟ 'ਚ, ਬਹੁਤ ਅੱਤ ਆਈ ਪਈ ਹੈ, ਉਹ ਵੀ ਬਿਮਾਰ ਕਰ ਰਹੀਆਂ ਸਾਨੂੰ। ਸੋ ਹੈਵੀ ਮੈਟਲ ਦੇ ਵਰਤਾਰੇ ਤੋਂ ਵੀ ਬਹੁਤ ਚੇਤੰਨ ਰਹਿਣ ਦੀ ਲੋੜ ਹੈ। ਤੁਸੀਂ ਜਾਂਦੇ ਹੁਣ ਥੋੜ੍ਹਾ ਜਿਹਾ ਜੇ ਆਪਾਂ ਇਹ ਟੱਚ ਨਾ ਕੀਤਾ ਤਾਂ ਬਹੁਤ ਸਾਰੇ ਲੋਕ ਇੰਤਜ਼ਾਰ ਕਰ ਰਹੇ ਹੋਣ ਵੀ ਡਾਕਟਰ ਸਾਹਿਬ ਜਿਹੜੇ ਆ ਉਹ ਦੱਸਣਗੇ ਵੀ ਕਿਹੜੀ ਬਿਮਾਰੀ 'ਚ ਕਿੰਨੇ ਦਿਨ ਕਿਹੜੇ ਇਲਾਜ ਲੈਣੇ ਹੈਗੇ ਨੇ, ਤਾਂ ਕਿ ਉਹ ਪਬਲਿਕ ਜਿਹੜੀ ਹੈ, ਕਿਉਂਕਿ ਬਹੁਤ ਸਾਰੇ ਲੋਕੀ ਤਾਂ ਕਹਿੰਦੇ ਨੇ ਵੀ ਇਕੱਠੇ ਕਰਕੇ ਜਿਹੜਾ ਉਹ ਇੱਕ ਮਤਲਬ 5 ਇਲਾਜ ਇਕੱਠੇ ਕਰਕੇ ਖਾਣਾ ਸ਼ੁਰੂ ਕਰ ਦਿੰਦੇ ਨੇ, ਜਾਂ ਜੇ ਖਾਣੇ ਨਹੀਂ ਤਾਂ ਉਹ ਕਿੱਦਾਂ ਇਹਨਾਂ ਨੂੰ ਖਾਣੇ ਚਾਹੀਦੇ ਤਾਂ ਕਿ ਉਹਨਾਂ ਬੋਡੀ ਨੂੰ ਉਹਦਾ ਵੱਧ ਫਾਇਦਾ ਮਿਲ ਸਕੇ। ਜਿਹੜੇ ਇਹ 5 ਅਨਾਜਾਂ ਦੀ ਗੱਲ ਹੈ, ਇਹ 5 ਤਾਂ ਅਸੀਂ ਜਿਹੜੇ 2-2 ਦਿਨ ਕਹਿੰਦੇ ਹੈਲਦੀ ਬੰਦੇ ਲਈ ਬਰਾਬਰ 5 ਖਾਣੇ ਆ, 2-2 ਦਿਨ ਖਾਣੇ ਆ, ਅੱਡ ਖਾਣੇ ਆ। ਉਹ ਕਿਉਂ ਕਹਿੰਦੇ ਆ? ਕਿਉਂਕਿ ਦੇਖੋ ਫੂਡ ਵਾਲੇ ਗੁਣ ਤਾਂ ਸਾਰਿਆਂ 'ਚ ਹੈਗੇ ਆ। ਮਿਕਸ ਵੀ ਕਰ ਦਾਂਗੇ ਆਪਾਂ, ਇਹ ਨਹੀਂ ਵੀ ਕੋਈ ਜ਼ਹਿਰੀਲੇ ਹੋ ਜਾਣਗੇ, ਮਿਕਸ ਕਰਕੇ ਫੂਡ ਤਾਂ ਰਹਿਣਗੇ ਉਹ। ਲੇਕਿਨ ਜਿਹੜੇ ਦੁਆ ਗੁਣ ਨੇ, ਉਹ ਦੁਆ ਗੁਣ 5 ਦੇ ਅੱਡ ਨੇ, ਉਹ 5 ਦੇ 1/5 ਹੋ ਗਏ। ਤਾਂ ਕੋਈ ਦੁਆ ਗੁਣ ਉਹਦਾ ਵਧੀਆ ਢੰਗ ਨਾਲ ਨਹੀਂ ਲੱਗੂਗਾ। ਮੰਨ ਲਓ ਤੁਸੀਂ 2 ਦਿਨ ਸਵਾਂਗ ਖਾਧਾ, ਤੁਹਾਡਾ ਲਿਵਰ ਵੀ ਕੁਛ ਮਜ਼ਬੂਤ ਹੋ ਗਿਆ। 2 ਦਿਨ ਤੁਸੀਂ ਕੋਦਰਾ ਖਾਧਾ, ਤੁਹਾਡਾ ਬਲੱਡ ਵੀ ਪਿਓਰ ਹੋ ਗਿਆ। 2 ਦਿਨ ਤੁਸੀਂ ਕੁਟਕੀ ਖਾਧੀ, ਤੁਹਾਡੇ ਰਿਪਰੋਡਕਟਿਵ ਅੰਗ ਵੀ ਠੀਕ ਹੋ ਗਏ। ਤਾਂ ਇਹਦੇ ਦੁਆ ਗੁਣ ਨੇ ਉਹ ਜ਼ਿਆਦਾ ਲੱਗਣਗੇ ਜੇ ਅਸੀਂ ਇਕੱਲਾ ਖਾਵਾਂਗੇ। ਯਾਨੀ ਕਿ ਉਹ 2 ਦਿਨਾਂ 'ਚ 2 ਡੰਗ ਜਾਂ 3 ਡੰਗ ਜਦੋਂ ਜਿੰਨੀ ਵਾਰੀ ਵੀ ਖਾਣੇ ਤੁਸੀਂ, ਤਾਂ ਉਹੀ ਖਾਓ। ਜੇ ਉਹਦੇ ਈਵਨ ਜੇ ਤੁਸੀਂ ਉਹਦੇ ਸਨੈਕਸ ਵੀ ਬਣਾਉਣੇ ਆ ਕੋਈ, ਤਾਂ ਉਹ ਵੀ ਉਸੇ ਮਿਲਟ ਦੇ ਬਣਾਓ, ਤਾਂ ਕਿ ਉਹ 2 ਦਿਨ ਤੁਹਾਡੇ ਜਿਹੜੇ ਦੁਆ ਗੁਣ ਨੇ ਉਹ ਪੂਰੇ ਲੱਗ ਜਾਣ। ਉਸ ਤੋਂ ਅਗਲੇ ਦਿਨ ਫਿਰ 2 ਨਵੇਂ ਦੁਆ ਗੁਣ ਹੋ ਜਾਣਗੇ। ਸੋ ਦੁਆ ਗੁਣ ਇਸ ਤਰ੍ਹਾਂ ਜਿਹੜੇ ਨੇ ਉਹ ਅਲੱਗ-ਅਲੱਗ ਨੇ। ਫਿਰ ਜਿਹੜੇ ਦਿਨ ਅਸੀਂ ਕਰਦੇ ਹਾਂ ਅਲੱਗ-ਅਲੱਗ ਕਰ ਦਿੰਦੇ ਹਾਂ। ਜਿਵੇਂ ਸ਼ੂਗਰ 'ਚ ਅਸੀਂ ਦੇਖੋ ਅੱਜ ਪੂਰੀ ਲਿਸਟ ਹੈ ਸਾਡੇ ਕੋਲ। ਜਿਹੜੀ ਕਿਡਨੀ ਦੀਆਂ ਬਿਮਾਰੀਆਂ ਨੇ, ਇਹ 'ਚ ਅਸੀਂ ਕੰਗਣੀ ਅਤੇ ਹਰੀ ਕੰਗਣੀ ਜਿਹੜੀ ਆ 1 ਦਿਨ ਕਰ ਦਿੰਦੇ ਹਾਂ, ਬਾਕੀ 3 ਦਿਨ ਕਰ ਦਿੰਦੇ ਹਾਂ, ਕਿਉਂਕਿ ਇਹਦੇ ਅੰਦਰ ਉਹਨਾਂ ਦੇ ਜ਼ਿਆਦਾ ਦੁਆ ਗੁਣ ਚਾਹੀਦੇ ਆ। ਸ਼ੂਗਰ ਦੇ ਅੰਦਰ ਬਰਾਬਰ 2 ਦਿਨ ਨੇ, BP 'ਚ ਬਰਾਬਰ 2 ਦਿਨ ਨੇ, ਠੀਕ ਹੈ ਨਾ। ਸੋ ਇੱਦਾਂ ਹੀ ਜਿਹੜੇ ਕਿਉਂਕਿ ਦੇਖੋ ਬਲੱਡ ਵਾਲੀਆਂ ਬਿਮਾਰੀਆਂ ਜਿਹੜੀਆਂ ਸਾਰੀਆਂ ਇਹ 'ਚ ਕੋਦਰਾ ਜ਼ਿਆਦਾ ਕਰ ਦਿੰਦੇ ਆ। ਤੁਹਾਡਾ
ਥਾਇਰਾਇਡ ਵਾਲੀਆਂ ਬਿਮਾਰੀਆਂ ਜਿਹੜੀਆਂ ਨੇ ਇਹ 'ਚ ਕੁਟਕੀ ਜ਼ਿਆਦਾ ਕਰ ਦਿੰਦੇ ਆ, ਜਿਵੇਂ ਹਾਰਮੋਨਸ ਵਾਲੀਆਂ ਨੇ ਇਹ 'ਚ ਕੁਟਕੀ 3 ਦਿਨ ਕਰ ਦਿੰਦੇ ਆ, ਬਾਕੀ ਇੱਕ ਦਿਨ ਕਰ ਦਿੰਦੇ। ਸੋ ਇਸ ਤਰ੍ਹਾਂ ਬਿਮਾਰੀ ਵਾਈਜ਼ ਅਸੀਂ ਦਿਨਾਂ ਦਾ ਫਰਕ ਪਾ ਦਿੰਦੇ ਆ। ਇਸੇ ਤਰ੍ਹਾਂ ਕਾੜਿਆਂ ਦਾ ਨਾਲ ਕਾੜੇ ਜੋੜ ਦਿੰਦੇ ਆ। ਤਾਂ ਸਾਡੀ ਜਿਹੜੀ ਕਲਾ ਹੈ ਹੁਣ ਜ਼ਿਆਦਾ ਉਹਦੇ 'ਤੇ ਇਹ ਹੁੰਦੀ ਵੀ ਕਿੰਨੇ ਦਿਨ ਮਿਲਟਸ, ਕਿਹੜੀ ਬਿਮਾਰੀ 'ਚ ਕਿੰਨੇ ਦਿਨ ਮਿਲਟਸ ਖਾਣੇ ਆ ਅਤੇ ਕਿਹੜੀ ਬਿਮਾਰੀ 'ਚ ਕਿੰਨੇ ਦਿਨ ਕਿਹੜਾ ਕਾੜਾ ਪੀਣਾ। ਉਹ ਗੁਣ ਜਿਹੜੇ ਸਾਡੇ ਕੋਲ ਰਹਿ ਗਏ। ਬਾਕੀ ਦਵਾਈਆਂ ਕਿਵੇਂ ਛਡਾਉਣੀਆਂ ਨੇ ਉਹ ਥੋੜ੍ਹੀ ਕਲਾਕਾਰੀ ਹੈ। ਨਹੀਂ ਤਾਂ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਇਹਨੂੰ ਇੰਨਾ ਸਿੰਪਲ ਕਰ ਦਈਏ ਕਿ ਘਰ ਬੈਠੇ ਬੰਦੇ ਜਿਹੜੇ ਸਾਡੇ ਕੋਲ ਨਹੀਂ ਆ ਸਕਦੇ ਕਿਸੇ ਨਾ ਕਿਸੇ ਕਾਰਨ ਕਰਕੇ, ਉਹ ਵੀ ਤੰਦਰੁਸਤ ਹੋਣ। ਇਹ ਨਹੀਂ ਵੀ ਸਾਡੇ ਕੋਲ ਹੀ ਬੰਦਾ ਸਾਡੇ 'ਤੇ ਨਿਰਭਰ ਹੋ ਜਾਵੇ। ਅਸੀਂ ਕੋਈ ਕੋਸ਼ਿਸ਼ ਨਹੀਂ ਕਰ ਰਹੇ ਕਿ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਲੋਕ ਆਜ਼ਾਦ ਹੋਣ, ਆਪਣੇ ਆਪ ਕਰ ਸਕਣ। ਬੀ ਯੂਰ ਓਨ ਡਾਕਟਰ ਦਾ ਸਾਡੀ ਜਿਹੜੀ ਕੰਪੇਨ ਚਲਾਈ ਆਪਾਂ ਨੇ, ਬੀ ਯੂਰ ਓਨ ਡਾਕਟਰ ਦਾ ਮਤਲਬ ਇਹ ਹੈ ਕਿ ਤੁਹਾਨੂੰ ਆਪ ਹੀ ਪਤਾ ਹੋਵੇ ਵੀ ਤੁਸੀਂ ਕੀ ਖਾਣਾ ਤੇ ਕੀ ਨਹੀਂ ਖਾਣਾ। ਸਾਡੇ 'ਤੇ ਨਿਰਭਰਤਾ ਘੱਟ ਤੋਂ ਘੱਟ ਹੋਵੇ। ਜੇ ਆਵੇ ਵੀ ਬੰਦਾ ਇੱਕ ਵਾਰੀ ਤਾਂ ਅਸੀਂ ਮੁੜ ਕੇ ਉਹਨੂੰ ਕਹਿੰਦੇ ਮੁੜ ਕੇ ਨਾ ਆਈ, ਤੈਨੂੰ ਲੋੜ ਨਹੀਂ ਸਾਡੇ ਕੋਲ ਆਉਣ ਦੀ। ਸਿਰਫ ਕੁਛ ਉਹ ਮਰੀਜ਼ਾਂ ਨੂੰ ਦੁਬਾਰਾ ਬੁਲਾਉਣਾ ਪੈਂਦਾ ਸਾਨੂੰ ਜਿਹੜੇ ਗੰਭੀਰ ਰੂਪ 'ਚ ਬਿਮਾਰ ਨੇ, ਕਿ ਉਹਨਾਂ ਦੀ ਫੋਲੋਅਪ ਲੈਣੀ ਪੈਂਦੀ ਹੈ। ਅਸੀਂ ਆਮ ਬੰਦੇ ਨੂੰ, ਜੇ ਸ਼ੂਗਰ ਦਾ ਆਮ ਜਿਹਾ ਬੰਦਾ ਆ ਜਾਣਾ ਤੁਹਾਨੂੰ ਉਹ ਜਦੋਂ ਪੁੱਛਦਾ ਸਾਨੂੰ ਵੀ ਮੁੜ ਕੇ ਕਦੋਂ ਆਵਾਂ ਜੀ, ਮੈਂ ਕਿਹਾ ਕਦੇ ਨਹੀਂ ਆਉਣਾ, ਤੈਨੂੰ ਸਾਰੀ ਗੱਲ ਸਮਝਾਤੀ ਹੈ, ਤੂੰ ਖਾ ਤੇ ਠੀਕ ਹੋ ਜਾ, ਤੇਰੀ 2-3 ਮਹੀਨੇ 'ਚ ਦਵਾਈ ਬੰਦ ਹੋ ਜਾਣੀ ਹੈ, ਉਦੋਂ ਬਾਅਦ ਖਾ ਕੇ ਖਾਈ ਜਾਈ, ਦੁਬਾਰਾ ਆਉਣ ਦੀ ਕੋਈ ਲੋੜ ਨਹੀਂ ਹੈ। ਤਾਂ ਉਹ ਜਿਹੜਾ ਸਾਡਾ ਜਿਹੜਾ ਇੱਕ ਤਰੀਕਾ ਹੈ ਉਹ ਇਹ ਹੈ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਗਾਈਡ ਇਸ ਢੰਗ ਨਾਲ ਕਰੀਏ ਕਿ ਉਹ ਸਾਥੋਂ ਆਜ਼ਾਦ ਹੋ ਕੇ ਵੀ ਅੱਗੇ ਵੀ ਗੱਲ ਫੈਲਾ ਸਕਣ। ਕਿਉਂਕਿ ਜਿਹੜੀ ਗੱਲ ਬੰਦਾ ਆਪ ਸਿੱਖੇਗਾ ਨਾ ਫਿਰ ਉਹ ਅੱਗੇ ਵੀ ਫੈਲਾਏਗਾ। ਅਸੀਂ ਚਾਹੁੰਦੇ ਕਿ ਵੱਧ ਤੋਂ ਵੱਧ ਗੱਲ ਫੈਲੇ, ਮੂਵਮੈਂਟ ਬਣੇ, ਲਹਿਰ ਬਣੇ, ਤਾਂ ਕਿ ਸਾਡੇ ਲੋਕ ਜਿਹੜੇ ਨੇ ਸਾਡੇ ਸਹੀ ਜਿਹਨਾਂ ਨੂੰ ਬਹੁਤ ਪਿਆਰ ਕਰਦੇ ਆ। ਕਿਉਂਕਿ ਸਮਾਜ ਦੇ ਅੰਦਰ ਜਿਹੜਾ ਏਕਾ ਹੁੰਦਾ, ਸਮਾਜ ਦੇ ਅੰਦਰ ਜੇ ਸਮਾਜ ਮਜ਼ਬੂਤ ਹੈ ਤਾਂ ਹੀ ਇੱਕ ਵਿਅਕਤੀ ਮਜ਼ਬੂਤ ਹੁੰਦਾ। ਜੇ ਸਮਾਜ ਸੰਪੰਨ ਹੈ ਤਾਂ ਹੀ ਮੈਂ ਸੰਪੰਨ ਹਾਂ। ਜੇ ਮੇਰਾ ਸਮਾਜ ਵੀਕ ਹੈ ਮੇਰੇ ਆਲੇ ਦੁਆਲੇ ਤਾਂ ਮੇਰੀ ਸੰਪੰਨਤਾ ਕਿਸੇ ਕੰਮ ਨਹੀਂ ਆਉਣੀ, ਕਿਉਂਕਿ ਕਿਤੇ ਨਾ ਕਿਤੇ ਮੈਂ ਵੀ ਘਿਰ ਜੂੰਗਾ ਫਿਰ ਬਿਮਾਰੀਆਂ 'ਚੋਂ। ਤਾਂ ਬਿਮਾਰੀਆਂ ਵੀ ਜਿਹੜੀਆਂ ਸਮਾਜ 'ਚ ਵਿਚਰਦੀਆਂ ਨੇ ਅਤੇ ਸਿਹਤ ਵੀ ਸਮਾਜ 'ਚ ਵਿਚਰਦੀ ਹੈ। ਜੇ ਸਮਾਜ ਸਿਹਤਮੰਦ ਹੋਏਗਾ ਤਾਂ ਮੈਂ ਅਤੇ ਮੇਰੇ ਬੱਚੇ ਅਤੇ ਮੇਰੇ ਬੱਚਿਆਂ ਦੇ ਬੱਚੇ ਵੀ ਸਿਹਤਮੰਦ ਹੋਣਗੇ। ਜੇ ਸਮਾਜ ਬਿਮਾਰ ਹੈ ਤਾਂ ਮੇਰੇ ਇਕੱਲੇ ਬੰਦਾ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਵੇ ਉਹ ਕਿਸੇ ਨਾ ਕਿਸੇ ਪਾਸਿਓਂ ਘਿਰ ਜਾਏਗਾ। ਇਸ ਕਰਕੇ ਸਾਡੀ ਕੋਸ਼ਿਸ਼ ਹੈ ਕਿ ਸਾਡਾ ਸਮਾਜ ਤੰਦਰੁਸਤ ਹੋਵੇ, ਸਾਡਾ ਪੰਜਾਬ ਤੰਦਰੁਸਤ ਹੋਵੇ। ਕਿਉਂਕਿ ਪੰਜਾਬ 'ਚ ਅਸੀਂ ਇਸ ਕਰਕੇ ਬਹੁਤ ਜ਼ਿਆਦਾ ਭਾਵੁਕ ਹਾਂ, ਕਿਉਂਕਿ ਗ੍ਰੀਨ ਰੈਵੋਲੂਸ਼ਨ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸਾਡਾ, ਅਤੇ ਉਹਨੇ ਐਸਾ ਸਾਨੂੰ ਪੁੱਠੇ ਰਾਹ ਪਾਇਆ ਅਤੇ ਕੁਛ ਪਾਇਆ ਫੂਡ ਇੰਡਸਟਰੀ ਨੇ, ਜਿਨ੍ਹਾਂ ਨੇ ਫੂਡ ਪ੍ਰੋਸੈਸ ਕਰਤੇ। ਤੀਜਾ ਪਾਤਾ ਡਰੱਗ ਇੰਡਸਟਰੀ ਨੇ, ਜਿਹਨੇ ਸਾਨੂੰ ਦਵਾਈਆਂ 'ਤੇ ਲਾਤਾ। ਤਾਂ ਇਹਨਾਂ ਨੇ ਰਲ ਮਿਲ ਕੇ ਸਾਰੀ ਫੂਡ ਇੰਡਸਟਰੀ, ਡਰੱਗ ਇੰਡਸਟਰੀ ਨੇ ਅਤੇ ਇਹਨਾਂ ਨੇ ਸਾਰਿਆਂ ਨੇ ਐਗਰੋ ਇੰਡਸਟਰੀ ਨੇ ਰਲ ਕੇ ਇੱਕ ਐਸਾ ਸਾਡੇ ਆਲੇ ਦੁਆਲੇ ਕੋਈ ਚੱਕਰ ਖੜਾ ਕਰਤਾ ਕਿ ਸਾਡੀ ਜੇਬ 'ਚ ਪੈਸਾ ਟਿਕਣ ਨਹੀਂ ਦੇਣਾ ਉਹਨਾਂ ਨੇ। ਤਾਂ ਸਾਡੇ ਪੈਸੇ 'ਤੇ ਸਾਡੀ ਜੇਬ 'ਤੇ ਨਿਗਾਹ ਹੈ ਉਹਨਾਂ ਦੀ, ਜਿਸ ਕਰਕੇ ਉਹ ਸਾਨੂੰ ਮਿਸਗਾਈਡ ਕਰਦੇ ਹੈ, ਉਲਟੇ ਪੁਲਟੇ ਪੱਟੀਆਂ ਪੜ੍ਹਾਉਂਦੇ ਆ TV ਰਾਹੀਂ, ਹੋਰ ਆਪਣੇ ਸੰਚਾਰ ਸਾਧਨਾਂ ਰਾਹੀਂ। ਤਾਂ ਉਹ ਤੋਂ ਬਚਣ ਦੀ ਲੋੜ ਹੈ। ਅਤੇ ਆਪਾਂ ਆਪਣੇ ਡਾਕਟਰ ਆਪ ਬਣੀਏ, ਆਪਾਂ ਨੂੰ ਆਪ ਪਤਾ ਹੋਣਾ ਚਾਹੀਦਾ ਕਿ ਮੈਂ ਕੀ ਖਾਣਾ ਕੀ ਨਹੀਂ ਖਾਣਾ। ਤਾਂ ਇਸ ਮੂਵਮੈਂਟ ਦੇ ਵਿੱਚ ਤੁਸੀਂ ਸਾਡੇ ਨਾਲ ਹੋ, ਆਪਾਂ ਰਲ ਮਿਲ ਕੇ ਇਹ ਜਿਹੜੀ ਮੁਹਿੰਮ ਚਲਾ ਰਹੇ ਹਾਂ ਅਤੇ ਇਹਦੇ ਬੜੇ ਅੱਛੇ ਰਿਜ਼ਲਟਸ ਆ ਰਹੇ ਆ। ਔਰ ਪਿਛਲੇ 2 ਸਾਲਾਂ ਦੀ ਜਿਹੜੀ ਪ੍ਰੋਗਰੈਸ ਹੈ ਬਹੁਤ ਵਧੀਆ, ਅਤੇ ਮੈਂ ਸਮਝਦਾ ਕਿ ਆਪਾਂ ਹੋਰ 5-7 ਸਾਲਾਂ 'ਚ ਵੱਡੀਆਂ ਪਲੰਘਾਂ ਪੁੱਟਣੀਆਂ ਨੇ ਅਤੇ ਇਸ ਪਿਆਰੇ ਪੰਜਾਬ ਨੂੰ, ਇਸ ਗੁਰੂਆਂ ਦੇ ਨਾਂ 'ਤੇ ਵਸਦੇ ਪੰਜਾਬ ਨੂੰ ਆਪਾਂ ਤੰਦਰੁਸਤ ਕਰਨਾ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਪੂਰੀ ਡਿਟੇਲ ਦੇ ਵਿੱਚ ਖਾਣਿਆਂ ਸੰਬੰਧੀ ਜਾਣਕਾਰੀ ਦਿੱਤੀ, ਮਿਲਟ ਸੰਬੰਧੀ ਜਾਣਕਾਰੀ ਦਿੱਤੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬੀ ਯੋਰ ਓਨ ਡਾਕਟਰ ਐਪੀਸੋਡ ਨੰਬਰ 18। ਅੱਜ ਦੇ ਇਸ ਐਪੀਸੋਡ ਦੇ ਵਿੱਚ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਕਿਹੜੇ ਮਿਲਟਸ, ਕਿਹੜੇ ਖਾਣੇ ਸਾਡੇ ਲਈ ਜਿਹੜੇ ਨੇ ਉਹ ਫਾਇਦੇਮੰਦ ਨੇ, ਕਿਹੜੇ ਖਾਣੇ ਸਾਨੂੰ ਬਿਮਾਰ ਕਰ ਰਹੇ ਨੇ, ਕਿੱਦਾਂ ਬਿਮਾਰ ਕਰ ਰਹੇ ਨੇ, ਉਹ ਕਿਹੜੇ ਰੂਪ ਦੇ ਵਿੱਚ ਅੰਦਰ ਜਾ ਕੇ ਕਿੱਦਾਂ ਖਰਾਬੀਆਂ ਪੈਦਾ ਕਰ ਰਹੇ ਨੇ, ਅਤੇ ਕਿਹੜੇ ਮਿਲਟਸ ਜਾਂ ਕਿਹੜੇ ਨਿਊਟਰਲਸ ਗ੍ਰੇਨ ਜਿਹੜੇ ਹੈਗੇ ਨੇ ਉਹ ਕਿੱਦਾਂ ਬਾਡੀ ਦੇ ਅੰਦਰ ਜਦੋਂ ਜਾਂਦੇ ਨੇ ਅਤੇ ਉਹ ਫਿਰ ਅੰਦਰ ਜਦੋਂ ਜਾ ਕੇ ਉਹ ਕਿਸ ਤਰੀਕੇ ਦੇ ਨਾਲ ਉਹਦੇ ਦਵਾ ਗੁਣ ਜਿਹੜੇ ਨੇ ਉਹ ਸਰੀਰ ਨੂੰ ਲੱਗਦੇ ਨੇ। ਜੇ ਸ਼ੂਗਰ ਰਿਲੀਜ਼ ਹੋ ਰਹੀ ਹੈ ਤਾਂ ਉਹ ਕਿਹੜੇ ਤਰੀਕੇ ਨਾਲ ਅੰਦਰੋਂ ਰਿਲੀਜ਼ ਹੋ ਰਹੀ ਹੈ, ਜੇ ਫਾਈਬਰ ਜਾ ਰਿਹਾ ਤਾਂ ਕਿਹੜੇ ਤਰੀਕੇ ਨਾਲ ਜਾ ਰਿਹਾ। ਪੂਰੀ ਸਾਇੰਸ ਅੱਜ ਜਿਹੜੀ ਆ ਤੁਹਾਡੇ ਸਾਹਮਣੇ ਖੋਲ੍ਹ ਕੇ ਰੱਖ ਦਿੱਤੀ ਗਈ ਹੈ। ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ। ਜੇ ਪਸੰਦ ਆਈ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਕਿਉਂਕਿ ਲੋੜ ਹੈ ਅੱਜ ਇਹੋ ਜਿਹੀਆਂ ਜਾਣਕਾਰੀਆਂ ਘਰ ਘਰ ਪਹੁੰਚਣ। ਕਿਉਂਕਿ ਘਰ ਹਰ ਇੱਕ ਘਰ ਦੇ ਵਿੱਚ, ਲਗਭਗ ਹਰ ਇੱਕ ਘਰ ਦੇ ਵਿੱਚ ਜੇ 5 ਜੀ ਨੇ ਤਾਂ 3 ਬਿਮਾਰ ਨੇ। ਲੋੜ ਹੈ ਅੱਜ ਹਰ ਘਰ ਦੇ ਵਿੱਚ ਇਹ ਜਾਣਕਾਰੀ ਪਹੁੰਚਣ ਦੀ, ਕਿਉਂਕਿ ਖਾਣਾ ਹੀ ਇੱਕ ਮੁੱਖ ਸਾਧਨ ਹੈ ਜਿਸ ਨਾਲ ਅਸੀਂ ਆਪਣੀਆਂ ਬਿਮਾਰੀਆਂ ਨੂੰ ਠੀਕ ਕਰ ਸਕਦੇ ਹਾਂ। ਕਿਉਂਕਿ ਖਾਣ ਪੀਣ ਅੰਦਰ ਮਟੀਰੀਅਲ ਜਾ ਰਿਹਾ ਹੈ, ਜਦੋਂ ਮਟੀਰੀਅਲ ਗਲਤ ਜਾ ਰਿਹਾ ਤਾਂ ਫਿਰ ਉਹ ਸਰੀਰ ਵੀ ਉਸੇ ਤਰੀਕੇ ਦੇ ਨਾਲ ਜਿਹੜਾ ਉਹ ਸਰੀਰ ਨੂੰ ਚਲਾਏਗਾ, ਜਾਂ ਬਿਮਾਰ ਹੋ ਜਾਏਗਾ, ਜਾਂ ਫਿਰ ਅੱਗੇ ਜਾ ਕੇ ਹੋਰ ਵੱਡੀਆਂ ਸਮੱਸਿਆਵਾਂ ਪੈਦਾ ਹੋ ਜਾਣਗੀਆਂ।
ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।